ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਗੌੜੀ, ਮਹੱਲਾ ਨਾਵਾਂ। ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ। ਇਹ ਬਾਣੀ ਹਜ਼ੂਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਹੈ। ਸੰਤ ਬੜਾ ਇੱਕ ਸੌਖਾ ਰਸਤਾ ਸਾਨੂੰ ਦੱਸਦੇ ਨੇ, ਜਿਹੜਾ ਸਾਨੂੰ ਸਾਡੇ ਘਰ ਪਹੁੰਚਾ ਦੇਵੇ, ਔਰ ਜਿਹਦੇ ਵਿੱਚ ਸਾਨੂੰ ਕੋਈ ਬਹੁਤਾ, ਜਿਸ ਤਰ੍ਹਾਂ ਕਹਿੰਦੇ ਆ ਕਿ ਮਿਹਨਤ ਨਾ ਕਰਨੀ ਪਵੇ, ਬਹੁਤਾ ਜ਼ਿਆਦਾ ਕੋਈ ਐਫਰਟ ਨਾ ਕਰਨਾ ਪਵੇ। ਕਿਉਂਕਿ ਅਸੀਂ ਸਾਰੇ ਹੀ ਜੀਵ ਜਿਹੜੇ ਆ ਇੱਥੇ ਸਾਰੇ ਕਮਜ਼ੋਰ ਹੀ ਨੇ। ਕਿਉਂਕਿ ਇਹਨੂੰ ਕੁਝ ਜਿਹੜੇ ਜਿਸ ਤਰ੍ਹਾਂ ਕਹਿੰਦੇ ਆ, ਕੁਝ ਚੋਰ ਜਿਹੜੇ ਨੇ 24 ਘੰਟੇ ਲੁੱਟਦੇ ਪਏ ਨੇ, ਔਰ ਸੁੱਤਿਆਂ ਜਾਗਦਿਆਂ ਇਹ ਲੁੱਟਦਾ ਪਿਆ ਹੈ, ਕਮਜ਼ੋਰ ਹੁੰਦਾ ਪਿਆ ਹੈ। ਇਸ ਕਰਕੇ ਉਹ ਸੌਖਾ ਰਸਤਾ ਜਿਹੜਾ ਹੈ ਸਾਨੂੰ ਦੱਸਦੇ ਨੇ ਕਿ ਜੋ ਅਸੀਂ ਚੱਲ ਕੇ ਉਹਦੇ ਉੱਤੇ ਆਪਣੇ ਘਰ ਪਹੁੰਚ ਸਕੀਏ। ਸਾਰੇ ਹੀ ਸੰਤ ਮਹਾਤਮਾ ਚਾਹੁੰਦੇ ਨੇ, ਚਾਹੇ ਉਹ ਕਿਸੇ ਵੀ ਸਮੇਂ 'ਤੇ ਆਉਣ, ਕਿਸੇ ਵੀ ਦੇਸ਼ ਦੇ ਵਿੱਚ ਉਹ ਆਏ ਹੋਣ, ਕਿਸੇ ਹੀ ਧਰਮ ਦੇ ਵਿੱਚ ਹੋਣ, ਉਹ ਇਹੋ ਹੀ ਚਾਹੁੰਦੇ ਨੇ ਕਿ ਜੀਵ ਜਿਹੜਾ ਹੈ ਇਹਦਾ ਕਲਿਆਣ ਹੋਵੇ, ਔਰ ਇਹ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਆਪਣੇ ਘਰ ਪਹੁੰਚ ਜਾਵੇ। ਪਰ ਜਿਹੜਾ ਉਹ ਰਸਤਾ ਹੈ ਸੌਖੇ ਤੋਂ ਸੌਖਾ, ਜਿਸ ਤਰ੍ਹਾਂ ਸਤਿਗੁਰਾਂ ਨੇ ਵੀ ਫਰਮਾਇਆ ਸੀ ਕਿ ਜੇ ਇਹਦੇ ਤੋਂ ਵੀ ਕੋਈ ਸੌਖਾ ਰਸਤਾ ਹੁੰਦਾ ਤਾਂ ਉਹਨਾਂ ਨੇ ਸਾਨੂੰ ਦੱਸ ਦੇਣਾ ਸੀ। ਪਰ ਉਹਨਾਂ ਨੇ ਜੋ ਵੀ ਇੱਕ ਖੋਜ ਕੀਤੀ ਕਰਕੇ ਸਾਰੀਆਂ ਚੀਜ਼ਾਂ 'ਚੋਂ, ਕਿਉਂਕਿ ਬੜੇ ਤਰ੍ਹਾਂ ਦੇ ਇੱਥੇ ਜਪ ਤਪ ਨੇ। ਕੋਈ ਹੱਠ ਕਰਮ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਬਾਹਰੋਂ ਆਪਣਾ ਤਿਆਗ ਕਰਦਾ ਹੈ, ਕੋਈ ਜਪ ਕਰਦਾ ਹੈ। ਪਰ ਸਾਰੇ ਹੀ ਉਹ ਕਹਿੰਦੇ ਨਾ, ਸਭ ਜਪ ਸਭ ਤਪ, ਮਤਲਬ ਇਹ ਜਿਹੜੇ ਆ ਕੋਈ ਵੀ ਸਾਨੂੰ ਉੱਥੇ ਨਹੀਂ ਪਹੁੰਚਾ ਸਕਦੇ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਹ ਸਾਰਿਆਂ ਜਿਹੜੇ ਹੀ ਰੁਕ ਜਾਂਦੇ ਨੇ। ਹੱਠ ਵੀ ਬੰਦਾ ਕਰਦਾ ਹੈ, ਬੜੇ ਬੜੇ ਐਸੇ ਵੀ ਮਹਾਤਮਾ ਹੋਏ ਜਿਨ੍ਹਾਂ ਨੇ ਹੱਠ ਕਰਕੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਹਿ ਲਓ ਕਸ਼ਟ ਦੇ ਕੇ ਵੀ ਤਪੱਸਿਆ ਕੀਤੀ, ਮਨ ਨੂੰ ਬੜੀ ਤਰ੍ਹਾਂ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਇੱਕ ਨਾ ਇੱਕ ਜਗ੍ਹਾ 'ਤੇ ਜਾ ਕੇ ਮਨ ਨੇ ਫਿਰ ਧੋਖਾ ਦੇ ਦਿੱਤਾ। ਉਹ ਜਿਹੜੇ ਜਪ ਤਪ ਕੀਤੇ ਸੀ, ਚਾਹੇ ਹਜ਼ਾਰਾਂ ਵਰਸ਼ ਕੀਤੇ ਸੀ, ਉਹ ਇੱਕ ਦਿਨ ਆਣ ਕੇ ਸਾਰੇ ਮਿੱਟੀ ਹੋ ਗਏ। ਪਰ ਇੱਕ ਐਸਾ ਸਤਿਗੁਰਾਂ ਨੇ ਜਿਹੜਾ ਰਸਤਾ ਦੱਸਿਆ ਕਿ ਜਿਹਦੇ ਵਿੱਚ ਸਿੱਖ ਆਪਣੇ ਆਪ ਨੂੰ ਕੁਝ ਸਮਝਦਾ ਹੀ ਨਹੀਂ, ਜਿਹਦੇ ਵਿੱਚ ਇਹਨੂੰ ਕੋਈ ਮਾਣ ਹੀ ਨਹੀਂ ਕਿ ਕੋਈ ਆਪਣਾ ਆਪਾ ਹੈ ਹੀ ਨਹੀਂ, ਜਿਹਦੇ ਵਿੱਚ ਇਹ ਸਭ ਕੁਝ ਹੀ ਕਹਿੰਦਾ ਹੈ ਕਿ ਗੁਰੂ ਦਾ ਕੀਤਾ ਹੋ ਰਿਹਾ, ਗੁਰੂ ਹੀ ਕਰ ਰਿਹਾ ਹੈ, ਗੁਰੂ ਹੀ ਕਰੇਗਾ ਤੇ ਹੋਏਗਾ। ਉਹਦੇ ਵਿੱਚ ਇਹਦਾ ਮਾਣ ਹੀ ਨਹੀਂ ਕੋਈ ਵੀ ਹੈਗਾ। ਫਿਰ ਗੁਰੂ ਤੇ ਸਮਰੱਥ ਹੈ, ਅਸੀਂ ਕਮਜ਼ੋਰ ਹਾਂ, ਗੁਰੂ ਤਾਂ ਕਮਜ਼ੋਰ ਨਹੀਂ ਹੈ। ਜਦੋਂ ਅਸੀਂ ਗੁਰੂ ਦਾ ਅਸੀਂ ਉਹਨੂੰ ਰੱਖਦੇ ਹਾਂ ਅਤੇ ਫਿਰ ਸਤਿਗੁਰ ਦਇਆ ਕਰਕੇ, ਕਿਰਪਾ ਕਰਕੇ, ਹੱਥ ਫੜ ਕੇ ਜਿਸ ਤਰ੍ਹਾਂ ਆਪ ਉੱਥੇ ਸਾਨੂੰ ਪਹੁੰਚਾ ਦਿੰਦੇ ਨੇ। ਜਿਹੜੇ ਆਪਣਾ ਜਪ ਤਪ ਦੀ ਤਾਕਤ ਨਾਲ ਜਾਂ ਕਿਸੇ ਵੀ ਬਾਹਰ ਦੀ ਸਿਆਣਪ ਦੀ ਤਾਕਤ ਨਾਲ ਜਿਹੜੇ ਕਹਿੰਦੇ ਨੇ ਕਿ ਅਸੀਂ ਪਹੁੰਚ ਜਾਵਾਂਗੇ, ਉਹ ਰਸਤੇ 'ਚ ਹੀ ਮਾਰ ਖਾ ਜਾਂਦੇ ਨੇ। ਇਸ ਕਰਕੇ ਜੋ ਸਤਿਗੁਰ ਅੱਜ ਸਾਨੂੰ ਸੰਦੇਸ਼ ਦੇ ਰਹੇ ਨੇ, ਬੜਾ ਹੀ ਇੱਕ ਪਿਆਰਾ ਸੰਦੇਸ਼, ਥੋੜ੍ਹੇ ਜਿਹੇ ਬਚਨਾਂ ਦੇ ਵਿੱਚ ਹੀ ਜੀਵਨ ਦਾ ਇੱਕ ਸਾਰ ਜਿਹੜਾ ਛੁਪਿਆ ਹੈ। ਜੇ ਅਸੀਂ ਉਹਨੂੰ ਸਮਝੀਏ, ਮੈਂ ਪਿੱਛੇ ਵੀ ਉਦੋਂ ਬੇਨਤੀ ਕੀਤੀ ਸੀ ਸਤਸੰਗ ਦੇ ਵਿੱਚ ਕਿ ਸਤਸੰਗ ਬਹੁਤ ਸੁਣੇ, ਅੱਜ ਤੱਕ ਕੋਈ ਇਹ ਨਹੀਂ ਕਿ ਕੋਈ ਸਾਨੂੰ ਕੋਈ ਪਹਿਲੀ ਵਾਰੀ ਮੌਕਾ ਮਿਲ ਰਿਹਾ, ਪਰ ਹਰ ਵਾਰ ਅਸੀਂ ਇੱਕ ਇੰਤਜ਼ਾਰ ਕਰਦੇ ਹਾਂ ਅੱਗੇ ਦਾ, ਅਤੇ ਅੱਜ ਵਾਲਾ ਜਿਹੜਾ ਚੀਜ਼ ਹੈ ਉਹਨੂੰ ਅਸੀਂ ਛੱਡ ਦਿੰਦੇ ਹਾਂ। ਅੱਜ ਵਾਲੀ ਚੀਜ਼ ਨੂੰ ਕਦੀ ਪਕੜਦੇ ਹੀ ਨਹੀਂ ਕਿ ਅੱਜ ਵੀ ਤਾਂ ਉਹ ਕੰਮ ਹੋ ਸਕਦਾ ਜਿਹੜਾ ਅੱਗੇ ਹੋਣਾ ਹੈ। ਪਰ ਉਹ ਅੱਗੇ ਕਰਦਿਆਂ 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 ਮਤਲਬ ਕਈ ਯੁੱਗ ਹੀ ਬੀਤ ਗਏ, ਉਹ ਆ ਹੀ ਨਹੀਂ ਰਿਹਾ ਕੋਈ ਸਮਾਂ। ਜਦੋਂ ਵੀ ਅਸੀਂ ਉਹਨੂੰ ਕਰਾਂਗੇ, ਮੈਂ ਸਤਸੰਗ 'ਚ ਪਿੱਛੇ ਵੀ ਬੇਨਤੀ ਕੀਤੀ ਸੀ ਫਰੀਦਾਬਾਦ, ਕਿ ਜਦੋਂ ਅਸੀਂ ਸੋਚਾਂਗੇ ਕਿ ਨਹੀਂ ਅੱਜ ਹੀ ਮੇਰਾ ਕੰਮ ਹੋਣਾ ਹੈ, ਅੱਜ ਹੀ ਮੈਨੂੰ ਜੋ ਮਿਲਣਾ ਹੈ ਮਿਲ ਜਾਣਾ ਹੈ, ਅੱਜ ਮੈਂ ਉਹ ਜਿਹੜਾ ਪ੍ਰਸ਼ਾਦ ਲੈ ਕੇ ਹੀ ਜਾਣਾ ਹੈ, ਅਤੇ ਫਿਰ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਏਗੀ।
ਤੇ ਜੇ ਅਸੀਂ ਉਹਨੂੰ ਸਮਝਾਂਗੇ ਨਹੀਂ, ਜੇ ਇਹੋ ਹੀ ਸੋਚਾਂਗੇ ਕਿ ਜਿਸ ਤਰ੍ਹਾਂ ਅੱਗੇ ਬੈਠਦੇ ਹਾਂ ਉਸੇ ਤਰ੍ਹਾਂ ਹੀ ਹਰ ਵਾਰ, ਤੇ ਇਸ ਤਰ੍ਹਾਂ ਜਿੰਨਾ ਚਿਰ ਮਰਜ਼ੀ, ਠੀਕ ਹੈ ਸਤਿਗੁਰਾਂ ਕੋਲ ਤਾਕਤ ਹੈ, ਉਹਨਾਂ ਕੋਲ ਟਾਈਮ ਨਹੀਂ ਲੱਗਦਾ ਕੋਈ ਕੰਮ ਕਰਦਿਆਂ ਕੋਈ ਕਿਸੇ ਤਰ੍ਹਾਂ ਦਾ। ਪਰ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਲੋਹਾ ਲੋਹਾ ਤੇ ਹੋਵੇ, ਪਾਰਸ ਨਾ ਛੂਹ ਕੇ ਸੋਨਾ ਹੋ ਜਾਏਗਾ, ਪਰ ਲੋਹਾ ਲੋਹਾ ਤੇ ਹੋਵੇ। ਇਸੇ ਤਰ੍ਹਾਂ ਹੀ ਜੇ ਅਸੀਂ ਸਿੱਖ ਬਣ ਕੇ ਆਵਾਂਗੇ ਤੇ ਫਿਰ ਤੇ ਉਹ ਜ਼ਰੂਰ ਦਿਆ ਹੁੰਦੀ ਹੈ, ਫਿਰ ਤੋਂ ਜ਼ਰੂਰ ਕੰਮ ਹੁੰਦਾ ਹੈ। ਪਰ ਜਦੋਂ ਇਹਦੇ ਅੰਦਰ ਮਾਣ ਆ ਗਿਆ, ਜਿਹੜੇ ਤਰ੍ਹਾਂ ਅੱਜ ਵੀ ਸਤਿਗੁਰਾਂ ਦੇ ਕੀ ਬਚਨ ਨੇ ਕਿ ਸਾਧੋ ਮਨ ਕਾ ਮਾਨ ਤਿਆਗੋ, ਰੁਕਾਵਟ ਕੀ ਹੈ? ਹੋਰ ਤਾਂ ਕੋਈ ਰੁਕਾਵਟ ਹੀ ਨਹੀਂ। ਲੋਹਾ ਵੀ ਹੈਗਾ ਏ, ਪਾਰਸ ਵੀ ਹੈਗਾ ਏ, ਤੇ ਫਿਰ ਸੋਨਾ ਕਿਉਂ ਨਾ ਬਣੇ? ਕਾਹਦੀ ਵਿੱਚ ਮੁਸ਼ਕਲ ਹੈ? ਮੁਸ਼ਕਲ ਕੀ ਹੈ? ਸਿਰਫ ਉਹ ਜਿਹੜਾ ਜੰਗ ਕਾਹਦਾ ਲੱਗ ਗਿਆ? ਮਾਣ ਦਾ, ਹੰਕਾਰ ਦਾ। ਇਸ ਕਰਕੇ ਉਹਨਾਂ ਨੇ ਵਚਨ ਕਈ ਬਾਣੀ 'ਚ ਫਰਮਾਏ ਕਿ ਏਕਾ ਸੰਗਤ ਏਕਾ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਪਾਈ। ਕਿਤੇ ਦੂਰ ਤਾਂ ਹੈ ਨਹੀਂ ਕਿ ਜੇ ਕਿ ਬੰਦਾ ਕਿਤੇ ਹੋਰ ਹੈ ਤੇ ਗੁਰੂ ਕਿਤੇ ਹੋਰ ਹੈ, ਤੇ ਪਤਾ ਨਹੀਂ ਕਦੋਂ ਮੇਲ ਹੋਣਾ ਹੈ, ਤੇ ਅਸੀਂ ਉਹਨੂੰ ਲੱਭਣ ਵਾਸਤੇ ਕਿਤੇ ਜੰਗਲਾਂ 'ਚ ਜਾਣਾ ਹੈ, ਪਹਾੜਾਂ 'ਤੇ ਜਾਣਾ ਹੈ, ਜਾਂ ਕੁਛ ਚੀਜ਼ ਬਾਹਰੋਂ ਲਿਆਉਣੀ ਹੈ। ਦੋਨੋਂ ਹੀ ਕਹਿੰਦੇ ਅੰਦਰ, ਆਤਮਾ ਵੀ ਅੰਦਰ ਹੈ, ਪਰਮਾਤਮਾ ਵੀ ਅੰਦਰ ਹੈ, ਪਰ ਮਿਲਾਪ ਨਹੀਂ ਹੋ ਰਿਹਾ। ਮਿਲਾਪ ਨਾ ਹੋਣ ਦੇ ਕਾਰਨ ਅਸੀਂ ਦੁੱਖ ਪਾ ਰਹੇ ਹਾਂ। ਔਰ ਇੱਕ ਚੀਜ਼ ਹੋਰ ਕਿ ਅੱਜ ਤੱਕ ਪਿੱਛੇ ਜਿੱਥੋਂ ਤੱਕ ਮਰਜ਼ੀ ਨਜ਼ਰ ਮਾਰ ਕੇ ਦੇਖ ਲਓ, ਕੋਈ ਵੀ ਜੇ ਕੋਈ ਕਹੋ ਕਿ ਕੋਈ ਪਰਮਾਤਮਾ ਜਾਂ ਕੋਈ ਗੁਰੂ ਕਿਸੇ ਨੂੰ ਸੌਖਾ ਕਰ ਸਕਿਆ ਹੋਵੇ, ਤੇ ਨਹੀਂ, ਇਹ ਗੱਲ ਝੂਠ ਹੈ। ਜਦੋਂ ਤੱਕ ਇਹ ਨਹੀਂ ਆਪਣਾ ਆਪ ਉਹ ਉੱਥੋਂ ਤੱਕ ਆਏਗਾ। ਉਹਨੇ ਕਿਹਾ ਕਿ ਪਹਿਲੇ ਦਾਤਾ ਸਿੱਖ ਬਿਆ, ਪਹਿਲੇ ਦਾਤਾ ਸਿੱਖ ਬਿਆ, ਜਿਨ ਤਨ ਮਨ ਅਰਪਾ ਸ਼ੀਸ਼, ਪਾਛੇ ਦਾਤਾ ਗੁਰੂ ਬਏ ਜਿਨ ਨਾਮ ਕੀਆ ਬਖਸ਼ੀ। ਪਹਿਲਾਂ ਸਿੱਖ ਨੂੰ ਦਾਤਾ ਬਣਨਾ ਪੈਂਦਾ। ਜਦੋਂ ਤੱਕ ਇਹ ਆਪਣੇ ਆਪ ਨੂੰ ਛੱਡੇਗਾ ਨਹੀਂ, ਕੋਈ ਵੀ ਨਹੀਂ ਇਹਨੂੰ ਉਤਾਰ ਸਕਦਾ। ਮੈਂ ਹਰ ਵਾਰੀ ਬੇਨਤੀ ਕਰਦਾ ਹਾਂ ਕਿ ਤੁਸੀਂ ਜਦੋਂ ਦਾ ਮਰਜ਼ੀ ਇਤਿਹਾਸ ਕੱਢ ਕੇ ਦੇਖ ਲਓ, ਜਦੋਂ ਦਾ ਮਰਜ਼ੀ ਕਰਕੇ ਦੇਖ ਲਓ, ਸੰਗਤ ਹਜ਼ਾਰਾਂ 'ਚ, ਲੱਖਾਂ 'ਚ, ਕਰੋੜਾਂ 'ਚ ਵੀ ਹੋਏਗੀ, ਪਰ ਜਿਹੜੇ ਸਿੱਖ ਜਾਂ ਜਿਨ੍ਹਾਂ ਦਾ ਕੰਮ ਹੋ ਗਿਆ, ਜਿਨ੍ਹਾਂ ਨੂੰ ਅਦਿਆ ਪ੍ਰਾਪਤ ਹੋ ਗਈ, ਉਹ ਸਿਰਫ ਕੋਈ ਇੱਕ ਦੋ ਹੀ ਹੋਣਗੇ। ਕੋਈ ਇਹ ਨਹੀਂ ਕਿ ਉਹ ਫਲਾਣੇ ਗੁਰੂ ਦੀ ਜਿਹੜੀ ਸੰਗਤ ਸੀ ਤਰ ਗਈ ਸਾਰੀ, ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ। ਕਿਹੜੀ ਚੀਜ਼ ਨਹੀਂ ਸਾਨੂੰ ਤਰਨ ਦਿੰਦੀ, ਕਿਹੜੀ ਚੀਜ਼ ਸਾਨੂੰ ਮੋਕਸ਼ ਪ੍ਰਾਪਤੀ ਨਹੀਂ ਕਰਨ ਦਿੰਦੀ? ਉਹ ਕੀ? ਸਾਡਾ ਹੰਕਾਰ। ਹੰਕਾਰ ਕਾਹਦਾ ਹੈ? ਬੜੀਆਂ ਚੀਜ਼ਾਂ ਦਾ। ਹੰਕਾਰ ਇੱਕ ਚੀਜ਼ ਦਾ ਥੋੜ੍ਹਾ ਹੈ। ਹਰ ਇੱਕ ਨੂੰ ਸਾਰੇ ਹੰਕਾਰ ਤਾਂ ਨਹੀਂ ਚੰਬੜੇ, ਪਰ ਕੋਈ ਨਾ ਕੋਈ ਤਾਂ ਚੰਬੜਿਆ। ਕਿਸੇ ਨੂੰ ਆਪਣੇ ਪੜ੍ਹੇ ਲਿਖੇ ਹੋਣ ਦਾ ਹੰਕਾਰ, ਕਿਸੇ ਨੂੰ ਬੜਾ ਆਪਣਾ ਗਿਆਨ ਹੋਣ ਦਾ, ਕਿਸੇ ਨੂੰ ਆਪਣੀ ਜਾਤੀ ਦਾ, ਕਿਸੇ ਨੂੰ ਆਪਣੀ ਬੜੀ ਸੇਵਾ ਦਾ। ਅਲੱਗ ਅਲੱਗ ਤਰ੍ਹਾਂ ਦੇ ਮਾਣ ਨੇ, ਬਹੁਤ ਜ਼ਿਆਦਾ ਨੇ। ਔਰ ਕੋਈ ਵੀ ਇਹ ਇੱਕ ਵੀ ਹੁਣ, ਕਿਉਂਕਿ ਹੰਕਾਰ ਜਿਹੜਾ ਵਾ, ਉਹ ਕਹਿੰਦੇ ਕਿ ਕੋਈ ਵੀ ਹੋਵੇ, ਉਹਨੂੰ ਡਬਾਉਣ ਵਾਸਤੇ ਇੱਕੋ ਹੀ ਹੰਕਾਰ ਬੜਾ, ਕੋਈ ਜ਼ਿਆਦਾ ਨਹੀਂ ਲੋੜ ਹੈਗੀ ਕਿਸੇ ਚੀਜ਼ ਦੀ, ਇੱਕੋ ਹੀ ਚੀਜ਼ ਬਹੁਤ ਹੈ ਇਹਨੂੰ ਡਬਾਉਣ ਵਾਸਤੇ। ਔਰ ਸਾਨੂੰ ਤਾਂ ਕਈ ਚੰਬੜੇ ਨੇ, ਇੱਕ ਵੀ ਨਹੀਂ, ਕਈ ਚੰਬੜੇ ਨੇ। ਤੇ ਅਸੀਂ ਗੱਲ ਕਰਦੇ ਹਾਂ ਤਰਨ ਦੀ, ਨਹੀਂ ਉਹ ਗੱਲ ਨਹੀਂ ਬਣਦੀ। ਔਰ ਸਤਿਗੁਰਾਂ ਨੂੰ ਇਹਦੇ ਨਾਲ ਕੋਈ ਗੱਲ ਫਰਕ ਨਹੀਂ। ਉਹਨਾਂ ਨੇ ਆਪਣਾ ਕੰਮ ਕਰਨਾ, ਡਿਊਟੀਆਂ ਲੱਗਦੀਆਂ ਨੇ ਉਹਨਾਂ ਦੀਆਂ, ਉਹ ਆਉਂਦੇ ਨੇ, ਆਪਣਾ ਕੰਮ ਕਰਦੇ ਨੇ, ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਕਿ ਕੋਈ ਭਾਰ ਹੈ ਕਿ ਨਹੀਂ ਜੀ, ਇਹ ਨਹੀਂ। ਉਹ ਆਪਣਾ ਕੰਮ ਜਿਹੜਾ ਹੈ ਉਹਦੇ ਨਾਲ ਉਹਨਾਂ ਕਰ ਰਹੇ ਨੇ। ਅਸੀਂ ਆਪਣਾ ਭਲਾ ਚਾਹੁੰਦੇ ਹਾਂ, ਅਤੇ ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਜੇ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਸੁਣਦੇ ਹਾਂ, ਅਤੇ ਅਸੀਂ ਉਹਨਾਂ 'ਤੇ ਅਮਲ ਵੀ ਕਰੀਏ। ਬੜਾ ਵਧੀਆ ਪਿੱਛੇ ਕੋਈ ਗੱਲ ਹੋ ਰਹੀ ਸੀ ਕਿਸੇ ਨਾਲ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜਾ ਲੰਘਿਆ ਹੈ, ਬਹੁਤ ਦੁਨੀਆ ਦੇ ਉੱਤੇ ਜ਼ੋਰਾਂ ਸ਼ੋਰਾਂ ਦੇ ਨਾਲ ਮਤਲਬ ਸੇਵਾ ਕੀਤੀ ਗਈ, ਕੋਈ ਲੰਗਰ ਲੱਗੇ, ਕਈ ਤਰ੍ਹਾਂ ਦੇ ਮਤਲਬ ਸਮਾਰੋਹ ਹੋਏ, ਅਤੇ ਹਰ ਕੋਈ ਕਹਿ ਰਿਹਾ ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅਤੇ ਕਿਸੇ ਨੇ ਕਿਹਾ ਕਿ ਬਈ ਤੁਸੀਂ ਬਾਬਾ ਨਾਨਕ ਕਹਿ ਦਿਓ, ਨਾਨਕ ਕਹਿ ਦਿਓ, ਕੁਛ ਵੀ ਕਹਿ ਦਿਓ, ਜਿਹੜਾ ਗੁਰੂ ਨਾਨਕ ਕਹਿ ਰਹੇ ਹੋ ਇਹ ਨਹੀਂ ਕਹਿਣਾ ਚਾਹੀਦਾ, ਇਹ ਸਾਡਾ ਨਹੀਂ ਕਹਿਣਾ ਬਣਦਾ। ਉਹ ਕਹਿੰਦਾ ਕਿਉਂ? ਸਾਰੇ ਕਹਿੰਦੇ ਨੇ, ਅਤੇ ਇਹਦੇ 'ਚ ਕਿਉਂ ਨਹੀਂ ਅਸੀਂ ਗੁਰੂ ਨਾਨਕ, ਗੁਰੂ ਜਗਤ ਦਾ ਗੁਰੂ ਆ। ਉਹ ਕਹਿੰਦੇ ਜਗਤ ਦਾ ਗੁਰੂ ਹੋ ਸਕਦਾ ਹੈ, ਪਰ ਸਾਡਾ ਤਾਂ ਨਹੀਂ ਗੁਰੂ ਹੈਗਾ। ਜਗਤ ਦਾ ਹੋ ਸਕਦਾ ਹੈ,
ਸਾਡਾ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਹੁਣ ਗੱਲ ਬੜੀ ਅਚੰਭੀ ਜਿਹੀ ਲੱਗਦੀ ਹੈ ਕਿ ਸਾਡਾ ਕਿਉਂ ਨਹੀਂ ਹੈਗਾ। ਕਿਉਂਕਿ ਗੁਰੂ ਕਿਹਨੂੰ ਕਹਿੰਦੇ ਨੇ? ਅਸੀਂ ਕਹਿ ਦਿੰਦੇ ਹਾਂ ਕੋਈ ਕੰਮ ਸਿੱਖਿਆ ਹੋਵੇ ਨਾ, ਅਤੇ ਅਗਲਾ ਪੁੱਛਦਾ ਕਿੱਥੋਂ ਸਿੱਖਿਆ? ਅਸੀਂ ਕਹਿੰਦੇ ਆ ਬਈ ਫਲਾਣੇ ਗੁਰੂ ਕੋਲ, ਮੇਰਾ ਉਸਤਾਦ ਹੈ, ਉਸ ਦੁਕਾਨ ਤੋਂ ਮੈਂ ਕੰਮ ਸਿੱਖਿਆ, ਮਿਸਤਰੀ ਦਾ ਕੰਮ ਹੈ, ਮੇਰਾ ਉਸਤਾਦ ਉਹ ਹੈ, ਮੇਰਾ ਗੁਰੂ ਹੈ। ਅਸੀਂ ਕਿਹੜਾ ਕੰਮ ਸਿੱਖਿਆ ਗੁਰੂ ਨਾਨਕ ਕੋਲੋਂ? ਬੜੀਆਂ ਸਿੱਖਿਆਵਾਂ ਉਹਨਾਂ ਦੀਆਂ, ਅਸੀਂ ਕਿਹੜੀ ਸਿੱਖੀ ਹੈ? ਜੇ ਤਾਂ ਅਸੀਂ ਕੋਈ ਸਿੱਖੀ ਆ ਤਾਂ ਅਸੀਂ ਉਹਨਾਂ ਨੂੰ ਗੁਰੂ ਕਹਿ ਸਕਦੇ ਹਾਂ। ਜੇ ਅਸੀਂ ਸਿੱਖਿਆ ਹੀ ਕੋਈ, ਉਹਨਾਂ ਦੀ ਕੋਈ ਸਿੱਖਿਆ 'ਤੇ ਨਹੀਂ ਚੱਲੇ ਤਾਂ ਵਾਕਈ ਉਹ ਸਾਡੇ ਗੁਰੂ ਨਹੀਂ ਹੈ। ਇਸੇ ਤਰ੍ਹਾਂ ਹੀ ਅਸੀਂ ਵੀ ਸਾਰੇ ਕਹਿੰਦੇ ਹਾਂ ਗੁਰੂ ਮਹਾਰਾਜ ਜੀ, ਲੇਕਿਨ ਗੁਰੂ ਮਹਾਰਾਜ ਜੀ ਕਹਿਣਾ ਉਹਨੂੰ ਹੀ ਹੱਕ ਹੈ ਉਹਨੂੰ ਕਹਿਣ ਦਾ ਕਿ ਜਿਹੜਾ ਉਹਨਾਂ ਦੇ ਕਹੇ 'ਤੇ ਚੱਲ ਰਿਹਾ ਹੈ। ਜਿਹੜਾ ਉਹਨਾਂ ਦੇ ਕਹੇ 'ਤੇ ਚੱਲ ਹੀ ਨਹੀਂ ਰਿਹਾ ਅਤੇ ਉਹਨੂੰ ਤਾਂ ਗੁਰੂ ਕਹਿਣ ਦਾ ਹੈ ਹੀ ਨਹੀਂ। ਉਹ ਕਿੱਦਾਂ ਕਹਿ ਸਕਦਾ ਹੈ? ਇਸ ਕਰਕੇ ਉਹ ਜੋ ਵੀ ਵਚਨ ਫਰਮਾਉਂਦੇ ਨੇ ਉਹ ਕੋਈ ਇਹ ਨਹੀਂ ਕਿ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੋਈ ਮਤਲਬ ਖੋਲ੍ਹ ਕੇ ਦੱਸਣਾ ਚਾਹੁੰਦੇ ਨੇ ਕਿ ਹਾਂ ਕਿਹੜੀ ਚੀਜ਼ ਰੁਕਾਵਟ ਹੈ ਔਰ ਕਿਹੜੀ ਚੀਜ਼ ਸਾਨੂੰ ਉਹ ਪਰਮ ਸੁੱਖ ਜਿਹੜਾ ਪ੍ਰਾਪਤ ਨਹੀਂ ਕਰਨ ਦਿੰਦੀ। ਛੋਟੇ ਮੋਟੀਆਂ ਚੀਜ਼ਾਂ ਮਿਲਦੀਆਂ ਨੇ, ਜਿਸ ਤਰ੍ਹਾਂ ਮਾਣ ਵੀ ਜਿਹੜਾ ਹੋਵੇ, ਹੰਕਾਰ, ਉਹ ਵੀ ਤਾਂ ਸਾਨੂੰ ਇੱਕ ਸੁੱਖ ਦਿੰਦਾ ਹੈ। ਇੱਕ ਛੋਟਾ ਜਿਹਾ ਲੱਗਦਾ ਕਿਸੇ ਟਾਈਮ ਦੇ ਉੱਤੇ ਕਿ ਬੜਾ ਜਾਂ ਜੀ ਫਲਾਣੀ ਚੀਜ਼ ਮੇਰੇ ਕੋਲ, ਬੜਾ ਹੰਕਾਰ ਕਰਦੇ, ਲੱਗਦਾ ਕਿ ਸ਼ਾਇਦ ਅਸੀਂ ਬੜਾ ਸਾਡੇ ਕੋਲ ਕੋਈ ਖਾਸ ਹੈ। ਪਰ ਉਹ ਜਿਨ੍ਹਾਂ ਨਾਲ ਦੁੱਖ ਦਿੰਦੀ ਹੈ ਉਹਦੇ ਬਾਰੇ ਨਹੀਂ ਪਤਾ ਕਿ ਕਿੰਨਾ ਦੁੱਖ ਦੇਣਾ ਇਹਨੇ, ਕਿਉਂਕਿ ਇਹਨੇ ਰੁਕਾਵਟ ਬਣ ਕੇ ਆਪਣੇ ਘਰ ਨਹੀਂ ਪਹੁੰਚਣ ਦੇਣਾ। ਇਹਨੇ ਰੁਕਾਵਟ ਬਣ ਕੇ ਆਪਣੇ ਪ੍ਰਭੂ ਨਾਲ ਇੱਕ ਮਿੱਕ ਨਹੀਂ ਹੋਣ ਦੇਣਾ। ਇਹਨੇ ਰੁਕਾਵਟ ਬਣ ਕੇ ਗੁਰੂ ਦੀ ਖੁਸ਼ੀ ਨਹੀਂ ਲੈਣ ਦੇਣੀ। ਅਤੇ ਕੋਈ ਛੋਟੀ ਚੀਜ਼ ਅਸੀਂ ਇਹਨੂੰ ਕਿੱਦਾਂ ਕਹਿ ਸਕਦੇ ਹਾਂ? ਕਿ ਉਹਨਾਂ ਨੇ ਵਚਨ ਫਰਮਾ ਦਿੱਤਾ, ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਹੁਣ ਪ੍ਰੇਮ ਦੇ ਵਿੱਚ ਰੁਕਾਵਟ ਤਾਂ ਆ ਗਈ ਹੰਕਾਰ ਦੀ, ਇਹਨੇ ਪੂਰਾ ਨਹੀਂ ਹੋਣ ਦੇਣਾ। ਔਰ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਏਕਾ ਸੰਗਤ ਏਕਾ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਪਾਈ। ਹੁਣ ਵਿੱਚ ਕੀ ਰੁਕਾਵਟ ਕੀ ਸੀ? ਕਾਹਦੇ ਕਰਕੇ ਗੱਲ ਨਹੀਂ ਹੋ ਰਹੀ? ਕਾਹਦੇ ਕਰਕੇ ਇੱਕ ਨਹੀਂ ਹੋ ਰਹੀ? ਕਹਿੰਦੇ ਅੰਦਰ ਅੰਤਰ ਅਲਖ ਨਾ ਜਾਏ ਲਖਿਆ, ਵਿੱਚ ਪਰਦਾ ਹਉਮੈ ਪਾਈ। ਪਰਦਾ ਕਿਹਨੇ ਪਾਇਆ? ਹਉਮੈ ਨੇ। ਅਸੀਂ ਸਿਰਫ ਅਤੇ ਸਿਰਫ ਉਹਦੀ ਖੋਜ ਕਰਨੀ ਹੈ ਉਸ ਚੀਜ਼ ਦੀ ਕਿ ਇਹ ਕਿਸ ਚੀਜ਼ ਦੀ ਹਉਮੈ ਆ, ਕਿਹੜੀ ਚੀਜ਼ ਦਾ ਸਾਡੇ ਅੰਦਰ ਹੰਕਾਰ ਹੈ, ਬਸ ਉਹਨੂੰ ਦੂਰ ਕਰਨਾ ਹੈ। ਹੋਰ ਅਸੀਂ ਭਗਤੀ ਕੀ ਕਰਨੀ ਹੈ? ਹੋਰ ਕੁਛ ਕਰਨ ਦਾ, ਕਿਉਂਕਿ ਗੁਰੂ ਨੇ ਪੈਦਾ ਕੀਤਾ ਜੋ ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਹਰ ਚੀਜ਼ ਬਣਾਈ ਹੈ, ਸਾਰੀਆਂ ਚੀਜ਼ਾਂ ਇਹਨੂੰ ਰੋਕ ਹੀ ਨਹੀਂ ਸਕਦਾ। ਜਿਸ ਤਰ੍ਹਾਂ ਅੱਗੇ ਵੀ ਮੈਂ ਦੱਸਿਆ ਸੀ ਕਿ ਜਿਸ ਤਰ੍ਹਾਂ ਇੱਕ ਗੁਬਾਰਾ ਹੁੰਦਾ, ਉਹਦੇ ਅੰਦਰ ਗੈਸ ਭਰੀ ਹੈ ਅਤੇ ਜਿਹਦੇ ਅੰਦਰ ਉਹ ਜਿਹੜੀ ਦੂਸਰੀ ਗੈਸ ਹੁੰਦੀ ਹੈ ਉਹਨੂੰ ਉਡਾਉਣ ਵਾਸਤੇ ਕੋਈ ਫੂਕਾਂ ਨਹੀਂ ਮਾਰਨੀਆਂ ਪੈਂਦੀਆਂ। ਜੇ ਉਹ ਥੱਲੇ ਰੁਕਿਆ ਹੈ ਤਾਂ ਉਹਦਾ ਮਤਲਬ ਕਿ ਨਾਲ ਕੋਈ ਨਾ ਕੋਈ ਉਹਦੇ ਨਾਲ, ਜਿਸ ਤਰ੍ਹਾਂ ਅਸੀਂ ਭਾਰ ਬੰਨ੍ਹ ਦਿੰਦੇ ਹਾਂ, ਕੋਈ ਪੱਥਰ ਬੰਨ੍ਹ ਦਿੰਦੇ ਹਾਂ, ਕਿਸੇ ਚੀਜ਼ ਦੇ ਨਾਲ ਉਹਦਾ ਧਾਗਾ ਬੰਨ੍ਹ ਦਿੰਦੇ ਹਾਂ ਅਤੇ ਉਹ ਉੱਡਦਾ ਨਹੀਂ, ਉੱਥੇ ਹੀ ਠਹਿਰ ਜਾਂਦਾ ਹੈ। ਹੁਣ ਉਸ ਚੀਜ਼ ਨੇ ਉਹਨੂੰ ਰੋਕਿਆ ਪਿਆ ਹੈ। ਤੁਸੀਂ ਉਹਨੂੰ ਬੰਨ੍ਹ ਕੇ ਫੂਕਾਂ ਮਾਰਨ ਦੀ ਕੋਸ਼ਿਸ਼ ਕਰੋਗੇ ਉਹਨੇ ਤਾਂ ਵੀ ਨਹੀਂ ਉੱਡਣਾ, ਕਿਉਂਕਿ ਥੱਲੇ ਉਹਨੂੰ ਵੱਝਾ ਪਿਆ ਕਿਸੇ ਚੀਜ਼ ਨਾਲ। ਜਦੋਂ ਉਹ ਚੀਜ਼ ਧਾਗਾ ਜਿਹੜਾ ਸੀ, ਉਹਦਾ ਜਿਹੜਾ ਬੰਧਨ ਸੀ, ਉਹ ਕੱਢ ਦਿੱਤਾ ਅਤੇ ਉਹਨੇ ਆਪਣੇ ਆਪ ਉੱਡ ਜਾਣਾ, ਉਹਨੂੰ ਉਡਾਉਣ ਦੀ ਲੋੜ ਹੀ ਨਹੀਂ। ਇਸੇ ਤਰ੍ਹਾਂ ਸਾਡੇ ਅੰਦਰ ਇੱਕ ਹੰਕਾਰ ਹੀ ਐਸਾ ਬੰਧਨ ਹੈ ਜਿਹਨੇ ਸਾਨੂੰ ਬੰਨ੍ਹ ਕੇ ਰੱਖਿਆ ਹੈ, ਬੰਨ੍ਹ ਕੇ ਰੱਖਿਆ ਹੈ। ਔਰ ਅਸੀਂ ਵਾਰ-ਵਾਰ ਨੱਕ ਰਗੜਦੇ ਹਾਂ, ਬੇਨਤੀਆਂ ਕਰਦੇ ਹਾਂ, ਕਈ ਕੁਛ ਕਰਦੇ ਹਾਂ, ਪਰ ਜਦੋਂ ਹੰਕਾਰ ਆਉਂਦਾ ਹੈ ਉਦੋਂ ਅਸੀਂ ਕੁਛ ਜਾਣਦੇ ਨਹੀਂ। ਉਹ ਜਿਹੜੇ ਨੱਕ ਰਗੜਨੇ ਜਾਂ ਕੋਈ ਉਹਦੇ ਨਾਲ ਕੋਈ ਫਾਇਦਾ ਨਹੀਂ। ਕੋਈ ਚੀਜ਼ ਦੀ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਕਿ ਫੂਕਾਂ ਮਾਰਨ ਦੀ ਉਹਨੂੰ ਲੋੜ ਨਹੀਂ ਹੈਗੀ, ਉਹਨੇ ਆਪਣੇ ਆਪ ਹੀ ਉੱਡ ਜਾਣਾ, ਸਿਰਫ ਆਪਣਾ ਬੰਧਨ ਕੱਟਦੀ ਹੈ। ਜਿਹੜਾ ਬੰਧਨ ਹੈ ਉਹ ਕੱਟ ਦਿੱਤਾ ਅਤੇ ਆਪਣੇ ਆਪ ਆਪਣੇ ਘਰ। ਅਤੇ ਉਹ ਜਿਹੜਾ ਬੰਧਨ ਨੇ ਹੰਕਾਰ ਵਾਲਾ, ਉਹਨੂੰ ਦੂਰ ਕਰੀਏ। ਹੰਕਾਰ ਹਰ ਟਾਈਮ 'ਤੇ ਹੁੰਦਾ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦਾ ਹੈ। ਅਤੇ ਉਹਨਾਂ ਨੇ ਫਰਮਾਇਆ, ਸਾਧੋ ਮਨ ਕਾ ਮਾਨ ਤਿਆਗੋ। ਮੈਂ ਕਹਿੰਦਾ ਕਿ ਦਾਦੂ ਸਾਹਿਬ ਨੇ ਕਿਹਾ ਕਿ ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ। ਉਹ ਕਹਿੰਦੇ ਕਾਹਦਾ ਦਾਵਾ ਕਰਦਾ, ਕਾਹਦਾ ਹੰਕਾਰ ਕਰਦਾ ਇੱਥੇ ਤੋਂ? ਸਵਾਮੀ ਜੀ ਨੇ ਵੀ ਫਰਮਾਇਆ ਹੈ ਕਿ ਮਨ ਰੇ ਕਿਉਂ ਗੁਮਾਨ ਅਬ ਕਰਨਾ। ਕਹਿੰਦੇ ਤਨ ਤੋਂ ਤੇਰਾ ਖਾਕ ਹੋਏਗਾ 84 ਜਾ ਪੜਨਾ, ਮਨ ਰੇ ਕਿਉਂ ਗੁਮਾਨ ਅਬ ਕਰਨਾ। ਕਹਿੰਦੇ ਕਾਹਦਾ ਹੰਕਾਰ, ਮਤਲਬ ਇਸੇ ਚੀਜ਼ ਦਾ। ਜੇ ਅੱਜ ਸਤਿਗੁਰਾਂ ਦੇ ਵਚਨ ਅਸੀਂ ਸੁਣੇ ਨੇ ਕਿ ਇੱਕ ਅੱਜ ਦੇ ਜਨਮ ਦੇ ਵਿੱਚ ਉਹ ਰਾਜਾ, ਅੱਗੇ ਪਿੱਛੇ ਲੋਕ ਪੁੱਛਦੇ ਪਏ ਨੇ, ਸਲਾਮਾਂ ਹੁੰਦੀਆਂ ਪਈਆਂ ਨੇ, ਅੱਜ ਪ੍ਰਾਣ ਛੱਡਦਾ ਹੈ, ਅਗਲੇ ਟਾਈਮ 'ਤੇ ਹੀ ਅਗਲੇ ਪਲ ਹੀ ਉਹਨੂੰ ਕੋਈ ਐਸਾ ਜਿਹੜਾ ਜਾਮਾ ਮਿਲ ਜਾਂਦਾ ਹੈ ਜਿਹਦੇ 'ਚ ਸੋਟੀਆਂ ਪੈ ਰਹੀਆਂ ਨੇ। ਕੋਈ ਆਪਣੇ ਦਰਵਾਜ਼ੇ ਅੱਗੇ ਖੜ੍ਹੇ ਨਹੀਂ ਹੋਣ ਦਿੰਦਾ, ਜਿੱਥੇ ਜਾਂਦਾ ਹੈ ਉੱਥੋਂ ਉਹਨੂੰ ਦੁਤਕਾਰਿਆ ਜਾਂਦਾ ਪਿਆ ਹੈ
ਤੇ ਕੀ ਉਸ ਰਾਜੇ 'ਚ ਜਿਹੜਾ ਉਹਨੇ ਇੱਕ ਥੋੜ੍ਹਾ ਟਾਈਮ ਕਹਿ ਲਓ 50 60 ਸਾਲ 70 ਸਾਲ ਜਾਂ 100 ਸਾਲ ਜੇ ਕਿਤੇ ਇੱਕ ਜਾਮੇ 'ਚ ਕੱਟ ਵੀ ਲਿਆ ਤੇ 84 ਦੇ ਅੱਗੇ ਤਿਆਰ ਹੈ ਨਾ, ਉਹ ਕਿੱਡੀ ਵੱਡੀ ਹੈ। ਤੇ ਕੋਈ ਮੂਰਖ ਹੀ ਉਹ ਹੋਏਗਾ ਜਿਹੜਾ ਉਹ ਸੌਦਾ ਕਰੇਗਾ ਕਿ ਠੀਕ ਹੈ ਜੀ ਮੈਂ ਥੋੜ੍ਹੇ ਟਾਈਮ ਤੇ ਮੈਂ ਇੱਥੇ ਰਹਾਂ ਤੇ ਬਾਕੀ ਟਾਈਮ ਜਿਹੜਾ ਮੈਂ ਆਹ ਕਰਾਂ। ਇਸ ਕਰਕੇ ਸਾਨੂੰ ਉਹ ਦੱਸਦੇ ਨੇ, ਕਹਿੰਦੇ ਦਾਦੂ ਦਾਵਾ ਦੂਰ ਕਰ ਬਿਨ ਦਾਵੇ ਦਿਨ ਕੱਟ, ਕਿਤੇ ਸੌਦਾ ਕਰ ਗਏ ਪੰਸਾਰੀ ਦੇ ਹੱਟ। ਕਹਿੰਦੇ ਕਈ ਸਾਡੇ ਵਰਗੇ ਆਏ ਨੇ, ਅਸੀਂ ਕੋਈ ਨਵੇਂ ਨਹੀਂ ਆਏ। ਔਰ ਕਿੱਡਾ ਕਾਲ ਦਾ ਧੋਖਾ ਹੈ ਕਿ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਨੂੰ ਕਦੀ ਨਾ ਕਦੀ ਕਿਸੇ ਨੂੰ ਲੈ ਕੇ ਸ਼ਮਸ਼ਾਨ ਘਾਟ ਜਾਂਦਾ ਹੈ, ਕਦੇ ਨਾਲ ਲੈ ਕੇ ਜਾਂਦਾ ਹੈ, ਸਭ ਕੁਛ ਕਰਕੇ ਆਉਂਦਾ ਹੈ। ਪਰ ਇਹ ਨਹੀਂ ਕਦੀ ਸੋਚਦਾ ਕਿ ਕਦੀ ਆਪਣਾ ਵੀ ਇਹੋ ਹਾਲ ਹੋਣਾ ਹੈ। ਆਪਣਾ ਇਹੋ ਹੀ ਹੁੰਦਾ ਹੈ ਕਿ ਨਹੀਂ ਮੈਂ ਤਾਂ ਸ਼ਾਇਦ ਖਰੇ ਇੱਦਾਂ ਹੀ ਰਹਿਣਾ ਹੈ, ਮੇਰੀ ਜਿਹੜੀਆਂ ਹੰਕਾਰ ਇੱਦਾਂ ਦਾ ਇੱਦਾਂ ਕਾਇਮ ਰਹਿਣਾ ਹੈ, ਜੋ ਮੈਂ ਹੈਗਾ ਸ਼ਾਇਦ ਇਸੇ ਤਰ੍ਹਾਂ ਮੇਰੀ ਚੱਲਦੀ ਰਹਿਣੀ ਹੈ। ਪਰ ਕਿਸੇ ਦੇ ਨਹੀਂ ਇੱਥੇ ਰਹੀ ਇੱਕ ਤਰ੍ਹਾਂ ਦੀ। ਸਰੀਰ ਹੀ ਆਪਣਾ ਸਾਥ ਛੱਡ ਜਾਂਦਾ ਹੈ, ਸਰੀਰ ਹੀ ਨਹੀਂ ਆਪਣੇ। ਹੁਣ ਅੱਜ ਸਾਡੇ ਕਹਿਣੇ ਚੱਲ ਰਿਹਾ, ਅੱਜ ਕਹਿੰਦਾ ਕਿ ਆਹ ਚੁੱਕ ਚੱਲ ਲੈਣ ਨੂੰ, ਆਹ ਚੁੱਕ ਐਨ ਨੂੰ ਚੱਲ, ਕੱਲ੍ਹ ਇਹਨੂੰ ਹੀ ਕਹਿੰਦਾ ਆਰਡਰ ਦੇ ਕੇ ਦੇਖੇ, ਇਹੋ ਹੀ ਲੱਤਾਂ ਜਵਾਬ ਦੇ ਦਿੰਦੀਆਂ, ਕਹਿੰਦੇ ਨਹੀਂ ਹੁਣ ਨਹੀਂ ਚੁੱਕਿਆ ਜਾਂਦਾ। ਹੱਥ ਜਵਾਬ ਦੇ ਦਿੰਦੇ ਨੇ, ਅੱਖਾਂ ਜਵਾਬ ਦੇ ਦਿੰਦੀਆਂ ਨੇ, ਸਾਰੀਆਂ ਚੀਜ਼ਾਂ। ਅਤੇ ਇਹਨੂੰ ਆਪਣੀਆਂ ਹੀ ਜਵਾਬ, ਜਿਹਨੂੰ ਆਪਣਾ ਆਪਣਾ ਕਹਿੰਦਾ ਸੀ ਉਹੀ ਜਵਾਬ ਦੇ ਗਈਆਂ, ਅਤੇ ਹੋਰ ਕਿਸੇ ਨੇ ਇਹਦਾ ਕੀ ਕਰਨਾ ਹੈ। ਅਤੇ ਹੰਕਾਰ ਵਾਲੀ ਤਾਂ ਕੋਈ ਹੈ ਹੀ ਨਹੀਂ ਕੋਈ ਚੀਜ਼। ਪਰ ਜਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਕਿ ਮੂਰਖਾਂ ਵਾਲੀ ਗੱਲ ਅਸੀਂ ਕਰਦੇ ਹਾਂ ਕਿ ਕੋਈ ਨਾ ਕੋਈ ਹੰਕਾਰ ਲੈ ਕੇ ਕਰੀ ਜਾਂਦੇ ਹਾਂ, ਔਰ ਗੁਰੂ ਨੂੰ ਛੱਡ ਕੇ, ਜਿਹਨੂੰ ਅਸੀਂ ਗੁਰੂ ਕਹਿੰਦੇ ਉਹਨੂੰ ਛੱਡ ਕੇ ਅਤੇ ਹੋਰ ਸੰਸਾਰ ਨੂੰ ਜੱਫੇ ਮਾਰਦੇ ਹਾਂ। ਉਹੀ ਚੀਜ਼ ਸਾਨੂੰ ਦੁੱਖ ਦਿੰਦੀ ਹੈ। ਜਦੋਂ ਦੁੱਖ ਦਿੰਦੀ ਹੈ ਤਾਂ ਫਿਰ ਕਹਿੰਦੇ ਹਾਂ ਗੁਰੂ ਨੇ ਦਿੱਤਾ ਕੀ ਸਾਨੂੰ, ਗੁਰੂ ਨੇ ਸਾਨੂੰ ਆਹ ਨਹੀਂ ਕੀਤਾ, ਗੁਰੂ ਨੇ ਉਹ ਨਹੀਂ ਕੀਤਾ। ਕੋਈ ਹੋਰ ਕਿਸੇ ਚੀਜ਼ ਦੀ ਕੋਈ ਲੋੜ ਹੀ ਨਹੀਂ ਹੈਗੀ। ਤੈਨੂੰ ਹੈ ਕਿ ਸਾਧੋ ਮਨ ਕਾ ਮਾਨ ਤਿਆਗੋ। ਜਿੰਨੇ ਵੀ ਮਾਣ ਹੰਕਾਰ ਨੇ, ਇੱਕ ਸਤਿਗੁਰਾਂ ਦਾ ਜਿਹੜਾ ਮਾਣ ਹੋਵੇ ਅੰਦਰ, ਉਹਨਾਂ ਤੋਂ ਇਲਾਵਾ ਕੋਈ ਦਿਸੇ ਨਾ, ਉਹ ਤਾਂ ਵਧੀਆ ਗੱਲ ਹੈ। ਪਰ ਜੇ ਉਸ ਤੋਂ ਇਲਾਵਾ ਕੋਈ ਜਿੰਨੇ ਵੀ ਚੀਜ਼ਾਂ ਦਿਖ ਰਹੀਆਂ ਨੇ, ਉਹਨਾਂ ਨੇ ਹੰਕਾਰ ਪੈਦਾ ਕਰ ਦੇਣਾ। ਉਹ ਹੰਕਾਰ ਹੀ ਸਾਨੂੰ ਫਿਰ ਡੁਬੋਏਗਾ। ਇਸ ਕਰਕੇ ਬਚਨ ਬਹੁਤ ਪਿਆਰੇ ਨੇ, ਬੜੇ ਧਿਆਨ ਨਾਲ ਉਹਨਾਂ ਦੇ ਸੁਣੀਏ। ਕਿਉਂਕਿ ਮੈਂ ਹਰ ਵਾਰੀ ਇੱਕੋ ਬੇਨਤੀ ਕਰਦਾ ਕਿ ਕੋਈ ਵੀ ਸਤਸੰਗ, ਕੋਈ ਵੀ ਵਚਨ ਛੋਟਾ ਨਹੀਂ ਉਹਨਾਂ ਦਾ। ਸਾਡੇ ਜੀਵਨ ਵਾਸਤੇ ਜਿਹੜਾ ਅੰਮ੍ਰਿਤ ਕਹਿ ਲਵੋ, ਜਾਂ ਜਿਹੜੀ ਚੀਜ਼ ਸਾਡੇ ਤਰਨ ਵਾਸਤੇ ਬੇੜੀ ਕਹਿ ਲਓ, ਹਰ ਚੀਜ਼ ਇੱਕੋ ਹੀ ਵਚਨ ਦੇ ਵਿੱਚ ਸਾਨੂੰ ਸਮਝਾ ਦਿੰਦੇ ਨੇ। ਉਹ ਕਿਹੜੀ ਹੈ? ਹਾਂਜੀ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਹੁਣ ਕਹਿੰਦੇ ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ, ਇਹ ਕਿਹੜੀਆਂ ਚੀਜ਼ਾਂ ਨੇ ਨਾਲ? ਕਿਉਂਕਿ ਇਹਦੇ ਵਿੱਚ ਤੇ ਆਪ ਹੀ ਬਹੁਤ ਇਹਦੇ ਕੋਲ ਭਾਰ ਹੈਗਾ ਸੀ ਪਹਿਲਾਂ ਹੀ, ਪਰ ਨਾਲ ਹੋਰ ਭਾਰ ਕੀ ਚੁੱਕ ਲਿਆ? ਹੰਕਾਰ ਤੇ ਅੱਗੇ ਹੀ ਆਪਣੇ ਆਪ 'ਚ ਹੀ ਬੜਾ ਵੱਡਾ ਹੈ ਕਿ ਕਿਸੇ ਚੀਜ਼ ਇਹਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਪਰ ਜਦੋਂ ਇਹਦੇ ਨਾਲ ਕਾਮ ਜੁੜ ਗਿਆ, ਇਹਦੇ ਨਾਲ ਕ੍ਰੋਧ ਜੁੜ ਗਿਆ, ਔਰ ਇੱਕ ਇਹੋ ਜਿਹੀ ਸੰਗਤ ਬਾਹਰ ਕਿ ਜਿਸ ਤਰ੍ਹਾਂ ਗਲਤ ਅਸੀਂ ਹੈਗੇ ਹਾਂ, ਔਰ ਸਾਨੂੰ ਕਈ ਨਾਲ ਉਹੋ ਜਿਹੀ ਸੰਗਤ, ਹਾਂ ਹਾਂ ਨਹੀਂ ਤੂੰ ਤਾਂ ਠੀਕ ਹੈ, ਬਿਲਕੁਲ ਤੂੰ ਤਾਂ ਸਹੀ ਚੱਲ ਰਿਹਾ, ਬਿਲਕੁਲ ਤੈਨੂੰ ਤਾਂ ਕੋਈ ਚੀਜ਼ ਲੋੜ ਹੀ ਨਹੀਂ ਬਦਲਣ ਦੀ, ਤੈਨੂੰ ਤਾਂ ਕਿਸੇ ਚੀਜ਼ ਦੀ ਹੈ ਹੀ ਨਹੀਂ, ਤੂੰ ਤਾਂ ਆਪਣੇ ਆਪ 'ਚ ਪੂਰਾ ਹੈ। ਇਹੋ ਜਿਹੀ ਜਦੋਂ ਸੰਗਤ ਮਿਲ ਜਾਂਦੀ ਹੈ ਅਤੇ ਉਹ ਸਾਡਾ ਕੀ ਕਹਿੰਦੇ ਆ ਕਿ ਬੇੜਾ ਗਰਕ। ਭਾਰ ਪਹਿਲਾਂ ਹੀ ਬਹੁਤ ਸੀ, ਆਪਣਾ ਹੀ ਨਹੀਂ ਭਾਰ ਚੁੱਕਿਆ ਜਾਂਦਾ, ਆਪਣੇ ਆਪ 'ਚ ਨਹੀਂ ਤਰਿਆ ਜਾਂਦਾ, ਅਤੇ ਉੱਧਰੋਂ ਸਾਨੂੰ ਕੋਈ ਨਾ ਕੋਈ ਹੋਰ ਮਿਲ ਜਾਂਦੇ ਨੇ। ਪਰ ਚਾਹੀਦਾ ਤਾਂ ਕੀ ਸੀ ਕਿ ਆਪਣੇ ਆਪ ਨੂੰ ਸਤਿਗੁਰਾਂ ਦੇ ਬਚਨਾਂ ਦੇ ਮੁਤਾਬਕ, ਕਿਸੇ ਦੀ ਪਰਖ ਦੀ ਲੋੜ ਹੀ ਨਹੀਂ। ਸਤਿਗੁਰਾਂ ਦੇ ਬਚਨ ਹੀ ਸਭ ਤੋਂ ਵੱਡੇ ਨੇ। ਉਹਦੇ ਉੱਤੇ ਆਪਣੇ ਆਪ ਨੂੰ ਚਲਾ ਕੇ ਦੇਖ ਲਈਏ ਕਿ ਸਾਡੇ 'ਚ ਸੇਵਕ ਵਾਲੀ ਜਿਹੜੀ ਇਹ ਚੀਜ਼ ਉਹ ਹੈਗੀ ਹੈ ਕਿ ਨਹੀਂ। ਕਿਉਂਕਿ ਸੇਵਕ ਨੇ ਤਰਨਾ ਹੈ, ਗੁਰੂ ਨੇ ਤਾਰਨਾ ਹੈ। ਗੁਰੂ ਹੋਰ ਕਿਸੇ ਨੂੰ ਨਹੀਂ ਤਾਰਦਾ, ਉਹ ਨਾ ਉਹ ਸਿਰਫ ਇੱਕ ਸਿੱਖ ਵਾਸਤੇ ਆਉਂਦਾ ਹੈ, ਸਿੱਖ ਨੂੰ ਹੀ ਤਾਰਦਾ ਹੈ, ਸਿੱਖ ਹੀ ਤਾਰਦਾ ਹੈ। ਲੇਕਿਨ ਸਿੱਖ ਵਾਲੀ ਚੀਜ਼ ਹੈ ਹੀ ਨਹੀਂ, ਉਹ ਚੀਜ਼ ਬਣੀ ਨਾ, ਤੇ ਕਿਸ ਤਰ੍ਹਾਂ ਤਰੇਗਾ? ਕਿਉਂਕਿ ਅਸੀਂ ਮੰਨਣੀ ਕਿਹਦੀ ਹੈ? ਸੰਗਤ ਅਸੀਂ ਕਿਸੇ ਦੀ ਕਰ ਰਹੇ, ਸੰਗਤ ਤੇ ਕਰਨੀ ਸੀ ਗੁਰੂ ਦੀ।
ਧਿਆਨ ਕਰਨਾ ਸੀ ਗੁਰੂ ਦਾ। ਉਹਨੇ ਕਿਹਾ ਗੁਰੂ ਕੀ ਮੂਰਤ ਮਨ ਮੇ ਧਿਆਨ, ਗੁਰੂ ਕੇ ਸ਼ਬਦ ਮੰਤਰ ਮਨਮਾਨ। ਬਚਨ ਤੇ ਮੰਨਣੇ ਸੀ ਗੁਰੂ ਦੇ, ਤੇ ਉਹ ਤੋਂ ਇਲਾਵਾ ਹੋਰ ਕਿਸੇ ਦਾ ਜੋ ਮਰਜ਼ੀ ਕੋਈ ਕਵੇ। ਔਰ ਆਪਣੇ ਆਪ ਨੂੰ ਉਹਨਾਂ ਨੇ ਉਹ ਵੀ ਕਿਹਾ ਕਿ ਇਕੱਲਾ ਕਹਿੰਦਾ ਕਿ ਕਿਸੇ ਦੇ ਕਹੇ ਤੇ ਨਹੀਂ ਆਪਣੇ ਆਪ ਨੂੰ ਕੋਈ ਚੰਗਾ ਸਮਝਣਾ ਜਾਂ ਮਾੜਾ ਸਮਝਣਾ। ਕਹਿੰਦਾ ਆਪਣੇ ਆਪ ਕੋ ਆਪ ਪਹਿਚਾਨੋ, ਕਹਾ ਕਿਸੇ ਕਾ ਨੇਕ ਨਾ ਮਾਨੋ। ਕਿਉਂਕਿ ਦੂਜੇ ਦੇ ਵਿਚਾਰਾਂ ਦੇ ਨਾਲ ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਕਰ ਸਕਦੇ ਹਾਂ। ਹਾਂ, ਜੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਕਰਕੇ ਦੇਖੀਏ ਕਿ ਹਾਂ ਬਈ ਉਹਦੇ ਨਾਲ ਮੈਂ ਮੇਲ ਖਾ ਰਿਹਾ ਤਾਂ ਠੀਕ ਹੈ, ਜੇ ਨਹੀਂ ਮੇਲ ਖਾ ਰਿਹਾ ਤਾਂ ਭਾਵੇਂ ਸਾਰੀ ਦੁਨੀਆ ਕਹਿ ਰਹੀ ਠੀਕ ਹੈ, ਫਿਰ ਅਸੀਂ ਗਲਤ ਹੀ ਹਾਂ। ਪਰ ਸਤਿਗੁਰਾਂ ਦੇ ਮੇਲ ਨਾਲ ਹੀ ਅਸੀਂ ਸੰਗਤ ਹੋਰ ਕਰਦੇ ਹਾਂ। ਉਹਨੇ ਕਿਹਾ ਕਿ ਸੰਗਤ ਦੁਰਜਨ ਕੀ। ਜਿਹੜਾ ਸਾਡੇ ਮਨ ਨੂੰ ਚੰਗਾ ਲੱਗਦਾ, ਸਾਡੀ ਸੰਗਤ ਕਿੱਦਾਂ ਦੀ ਹੁੰਦੀ ਹੈ ਤੁਸੀਂ ਦੇਖੀਏ। ਹਰ ਇੱਕ ਬੰਦਾ ਜਿਹੜਾ ਸ਼ਰਾਬ ਪੀਂਦਾ ਹੈ ਉਹਦੀ ਸੰਗਤ ਸ਼ਰਾਬੀਆਂ ਦੀ ਹੋਏਗੀ। ਜਿਹੜਾ ਜੂਆ ਖੇਡਦਾ ਉਹਦੀ ਜੂਆ ਜਿਹੜੇ ਖੇਡਦੇ ਨੇ ਉਹਨਾਂ ਦੀ ਹੋਏਗੀ। ਜਿਹੜੇ ਜਿਸ ਤਰ੍ਹਾਂ ਆਪਾਂ ਸਕੂਲਾਂ 'ਚ ਵੇਖਦੇ ਜਿਹੜੇ ਨਲਾਇਕ ਬੱਚੇ ਹੁੰਦੇ ਨੇ ਉਹ ਇਕੱਠੀ ਟੋਲੀ ਹੁੰਦੀ ਹੈ। ਜਿਹੜੇ ਹੁਸ਼ਿਆਰ ਹੁੰਦੇ ਨੇ ਉਹ ਵੀ ਇਕੱਠੀ ਟੋਲੀ ਵੱਖਰੀ ਹੁੰਦੀ ਹੈ। ਜਿਹੜੇ ਤਰਦੇ ਨੇ ਉਹਨਾਂ ਦੀ ਕੋਈ ਟੋਲੀ ਹੋਰ ਹੁੰਦੀ ਹੈ, ਜਿਹੜੇ ਡੁੱਬਦੇ ਨੇ ਉਹਨਾਂ ਦੀ ਟੋਲੀ ਕੋਈ ਹੋਰ ਹੁੰਦੀ ਹੈ। ਜਦੋਂ ਅਸੀਂ ਆਪ ਹੀ ਸੰਗਤ ਆਪਣੀ ਚੁਣੀ ਤੇ ਫਿਰ ਸਾਨੂੰ ਅਸੀਂ ਗੁਰੂ 'ਤੇ ਕਿੱਦਾਂ ਦੋਸ਼ ਦੇ ਸਕਦੇ ਹਾਂ। ਸੰਗਤ 'ਤੇ ਅਸੀਂ ਕਹਿ ਦਿੰਦੇ ਸੰਗਤ ਕਿਹਦੀ ਚੱਲੇ ਹਾਂ ਅਸੀਂ ਗੁਰੂ ਦੀ ਸੰਗਤ ਲੈਣੀ ਹੈ। ਗੁਰੂ ਦੇ ਬਚਨ ਜਿਹੜੇ ਆ ਉਹਨਾਂ ਨੂੰ ਆਪਣੇ ਅੰਦਰ ਵਸਾਉਣਾ ਹੈ, ਉਹਨਾਂ 'ਤੇ ਚੱਲ ਕੇ ਚੱਲਣਾ ਹੈ ਅਤੇ ਦੇਖਣਾ ਹੈ ਕਿ ਬਈ ਅਸੀਂ ਕਿੱਥੋਂ ਸਾਡੀ ਘਾਟ ਹੈ ਉਹ ਗੁਰੂ ਕੋਲ ਬਲ ਮੰਗੀਏ, ਉਹਦੇ ਅੱਗੇ ਬੇਨਤੀ ਕਰੀਏ, ਪੂਰਾ ਕਰਦਾ। ਅਤੇ ਸਤਿਗੁਰਾਂ ਨੇ ਜਿਹੜੇ ਬਚਨ ਫਰਮਾਏ ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਹਿੰਦੇ ਕਿ ਇਹ ਜਿਹੜੀਆਂ ਇਹਨੂੰ ਛੱਡਦੀ ਹੈ। ਜਿੰਨੀ ਜਲਦੀ ਛੱਡਾਂਗੇ ਉਨੀ ਜਲਦੀ ਜਿਹੜੇ ਚਾਂਸ ਹੋ ਜਾਣਗੇ ਤਰਨ ਦੇ। ਜੇ ਖਿੱਚੀ ਜਾਂਦੇ ਹਾਂ ਤਾਂ ਠੀਕ ਹੈ। ਉਹ ਜਿਹੜਾ ਕਿ ਮੈਂ ਪਹਿਲਾਂ ਦੱਸਿਆ ਕਿ ਇੱਕ ਸਾਈਕਲ ਚੱਲ ਰਿਹਾ, ਆਈ ਜਾ ਰਿਹਾ ਘੁੰਮ ਘੁੰਮ ਕੇ, ਪਰ ਪਤਾ ਨਹੀਂ ਕਿੰਨੀ ਦੇਰ ਬਾਅਦ ਆਉਣਾ ਹੈ, ਇਹ ਨਹੀਂ ਪਤਾ ਕਿਸੇ ਚੀਜ਼ ਦਾ। ਹਾਂਜੀ, ਫਿਰ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਕਹਿੰਦੇ ਜਦੋਂ ਕੋਈ ਐਸੀ ਸੰਗਤ ਮਿਲੇ, ਜਦੋਂ ਪਤਾ ਲੱਗੇ ਕਿ ਗੁਰੂ ਦੇ ਬਚਨਾਂ ਤੋਂ ਮੈਂ ਉਲਟ ਜਾਣ ਲੱਗਾ ਹੈ, ਤੇ ਜਿਸ ਤਰ੍ਹਾਂ ਉੱਥੋਂ ਭੱਜਣਾ ਹੈ। ਜਿੱਥੇ ਸਾਡਾ ਦੁਸ਼ਮਣ ਖੜਾ ਹੈ ਅਸੀਂ ਉੱਥੋਂ ਭੱਜਦੇ ਹਾਂ। ਉੱਥੋਂ ਕੋਈ ਇਹ ਨਹੀਂ ਕਿ ਕੋਈ ਉੱਥੇ ਡਾਹ ਕੇ ਮੰਜਾ ਬਹਿ ਜਾਂਦੇ ਹਾਂ। ਪਤਾ ਹੈ ਕਿ ਵੀ ਇੱਥੇ ਨੁਕਸਾਨ ਹੋ ਸਕਦਾ, ਇੱਥੋਂ ਨਿਕਲੋ ਜਲਦੀ। ਸੰਗਤ ਅਸੀਂ ਗੁਰੂ ਦੀ ਕਰਨੀ। ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਉਹਨੇ ਕਿਹਾ ਕਿ ਨੀਚ ਨੀਚ ਸਭ ਤਰ ਗਏ, ਸੰਤ ਚਰਨ ਲਵਲੀਨ। ਆਏ ਹੀ ਤਾਰਨ ਨੀਚਾਂ ਨੂੰ ਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਉੱਚਿਆਂ ਨੂੰ ਤਾਂ ਉਤਾਰਨ ਆਏ ਹੀ ਨਹੀਂ। ਤਾਂ ਹੀ ਅਸੀਂ ਕਹਿੰਦੇ ਹਾਂ ਨਾ ਕਿ ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ। ਪਰ ਆਪ ਹੰਕਾਰ ਦੇ ਨਾਲ ਉੱਚੇ ਹੁੰਦੇ ਜਾਂਦੇ ਆ। ਹੰਕਾਰ ਇੱਕ ਹੁੰਦਾ ਹੈ ਬਾਹਰੋਂ। ਸਤਿਗੁਰ ਸਾਡੀ ਦੋਨਾਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਜਾਣਦੇ ਨੇ, ਅੰਦਰੋਂ ਵੀ ਦੇਖਦੇ ਨੇ, ਬਾਹਰੋਂ ਵੀ ਦੇਖਦੇ ਨੇ। ਬਾਹਰੋਂ ਦੁਨੀਆ ਤਾਂ ਸਾਨੂੰ ਬਾਹਰੋਂ ਦੇਖ ਰਹੀ ਹੈ, ਪਰ ਸਤਿਗੁਰ ਸਾਨੂੰ ਅੰਦਰੋਂ ਵੀ ਦੇਖ ਰਹੇ ਨੇ। ਅਸੀਂ ਬਾਹਰੋਂ ਤਾਂ ਆਪਣਾ ਕੋਈ ਪਖੰਡ ਕਰ ਸਕਦੇ ਹਾਂ, ਬਾਹਰੋਂ ਤਾਂ ਅਸੀਂ ਗੱਲਾਂ ਕਰ ਸਕਦੇ ਹਾਂ, ਪਰ ਉਹ ਗੱਲ ਨਹੀਂ ਬਣਨੀ ਹੈਗੀ। ਇਹ ਆਪਣੇ ਆਪ ਨੂੰ ਧੋਖਾ ਦੇ ਰਹੇ। ਕਿਹਾ ਕਿ ਨੀਚ ਨੀਚ ਸਭ ਤਰ ਗਏ, ਸੰਤ ਚਰਨ ਲਵਲੀਨ। ਜਿਹੜੇ ਸੰਤਾਂ ਦੇ ਚਰਨਾਂ ਨਾਲ ਲੱਗ ਗਏ, ਜਿਹੜੇ ਵਾਕਈ ਹੀ ਆਪਣੇ ਆਪ ਨੂੰ ਨੀਚ ਸਮਝ ਕੇ ਹੰਕਾਰ ਛੱਡ ਕੇ ਉਹਨਾਂ ਨਾਲ ਉਹ 'ਚ ਲੱਗ ਗਏ, ਉਹ ਤੇ ਤਰ ਗਏ, ਉਹਨਾਂ ਨੂੰ ਉਤਾਰ ਦਿੱਤਾ ਉਹਨਾਂ ਨੇ। ਪਰ ਅੱਗੇ ਅਭਿਮਾਨ ਕਿਸੇ ਚੀਜ਼ ਨਾਲ ਕਿਹਾ ਕਿ ਜਾਤੀ ਕੇ ਅਭਿਮਾਨ ਮੇ ਡੂਬੇ ਬਹੁਤ ਕਲੀਨ। ਚਾਹੇ ਅਭਿਮਾਨ ਤੇ ਕਿਸੇ ਵੀ ਚੀਜ਼ ਦਾ ਹੋਵੇ, ਭਾਵੇਂ ਉਹ ਜਾਤ ਦਾ ਹੈ, ਭਾਵੇਂ ਉਹ ਕੋਈ ਬਾਹਰੋਂ ਕਿਸੇ ਚੀਜ਼ ਦਾ ਹੈ, ਉਹਨੇ ਡੁਬੋਣਾ ਹੈ। ਉਹਨੇ ਕਿਹਾ ਕਿ ਡੂਬੇ ਬਹੁਤ ਕੁਲੀਨ, ਕਿ ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਸੀ ਕਿ ਬਈ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਮੈਂ ਤਾਂ ਬੜੀ ਸੇਵਾ ਕੀਤੀ ਹੈ, ਮੈਂ ਬੜੀ ਸੰਗਤ ਕੀਤੀ ਹੈ, ਮੈਂ ਬਹੁਤ ਮਤਲਬ ਖੁਸ਼ੀ ਲਈ ਹੈ, ਜੋ ਮਰਜ਼ੀ ਸੀ। ਜਦੋਂ ਉਹਨਾਂ ਦੇ ਵਿੱਚ ਉਹ ਹੰਕਾਰ ਆ ਗਿਆ ਤਾਂ ਉਹਨੇ ਉਹਨੂੰ ਡੁਬੋ ਦਿੱਤਾ। ਇਸ ਕਰਕੇ ਉਹਨੇ ਫਰਮਾਇਆ ਕਿ ਜਦੋਂ ਸੰਗਤ, ਜੇ ਇੱਕ ਤਾਂ ਅਸੀਂ ਆਪਣੇ ਆਪ ਦੇ ਵਿੱਚ ਜੇ ਕੋਈ ਐਸੀ ਆਉਂਦੀ ਹੈ ਤਰੁਟੀ, ਤਾਂ ਸਤਿਗੁਰਾਂ ਦੇ ਬਚਨ ਜਾਂ ਸੰਗਤ ਵਿੱਚ ਆਣ ਕੇ ਜਾਂ ਸਤਸੰਗ ਦੇ ਵਿੱਚ ਆ ਕੇ ਉਹ ਦੂਰ ਹੁੰਦੀ ਹੈ। ਪਰ ਜਦੋਂ ਸਾਨੂੰ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਇੱਥੇ ਕਈ ਵਾਰੀ ਬੱਚੇ ਆਮ ਹੀ ਗੱਲ ਕਰਦੇ ਨੇ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ ਜਾਂ ਕਿਤੇ ਸਤਸੰਗ ਸੁਣਦੇ ਹਾਂ, ਉਦੋਂ ਤਾਂ ਮਨ ਬਹੁਤ ਹੀ ਹੋ ਜਾਂਦਾ ਹੈ, ਹੁੰਦਾ ਹੈ ਕਿ ਨਹੀਂ ਬਈ ਆਹ ਚੀਜ਼ਾਂ ਛੱਡ ਦਈਏ, ਇਸ ਤਰ੍ਹਾਂ ਕਰੀਏ। ਪਰ ਕਹਿੰਦੇ ਪਤਾ ਨਹੀਂ ਕੀ ਹੁੰਦਾ, ਜਦੋਂ ਬਾਹਰ ਨਿਕਲਦੇ ਹਾਂ ਫਿਰ ਉਹੀ ਚੀਜ਼ ਹੋ ਜਾਂਦੀ ਹੈ। ਬਾਹਰ ਆਪਣੀ ਇਕੱਲਾ ਇਹ ਨਹੀਂ ਹੈ, ਜੇ ਅਸੀਂ ਕੱਪੜੇ ਸਾਫ਼ ਕਰਕੇ ਜਿਸ ਤਰ੍ਹਾਂ ਧੋਬੀ ਕੋਲ ਖੜਦੇ ਹਾਂ, ਤਾਂ ਬਾਹਰ ਜਾ ਕੇ ਆਪ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਬਈ ਕਿਸੇ ਗੰਦੀ ਚੀਜ਼ ਦੇ ਨਾਲ ਨਾ ਲੱਗੀਏ।
ਆਪਣਾ ਥੋੜ੍ਹਾ ਬਹੁਤਾ ਬਚਾਓ ਵੀ ਕਰਨਾ ਪਏਗਾ। ਹੁਣ ਇਹ ਥੋੜ੍ਹਾ ਕਿ ਬਈ ਇੱਕ ਵਾਰੀ ਜੇ ਹੁਣ ਅਸੀਂ ਸਵੇਰੇ ਮੰਦਿਰ ਜਾਂ ਗੁਰਦੁਆਰੇ ਜਾਂ ਕਿਤੇ ਜਾ ਕੇ ਮੱਥਾ ਟੇਕ ਲਿਆ, ਪ੍ਰਸ਼ਾਦ ਲੈ ਕੇ ਚੱਲ ਪਏ, ਤਾਂ ਹੁਣ ਬਾਹਰ ਸਾਨੂੰ ਲਾਇਸੈਂਸ ਮਿਲ ਗਿਆ ਕਿ ਜਿੱਥੇ ਮਰਜ਼ੀ ਚਿੱਕੜ 'ਚ ਲੇਟ ਤੂੰ, ਹੁਣ ਤੂੰ ਮੱਥਾ ਟੇਕ ਹੀ ਲਿਆ ਇੱਕ ਵਾਰੀ। ਉਹ ਓਨੀ ਦੇਰ ਹੀ ਕੱਪੜਾ ਸਾਫ਼ ਰਹਿਣਾ ਹੈ ਜਿੰਨੀ ਦੇਰ ਅਸੀਂ ਚਿੱਕੜ 'ਚ ਨਹੀਂ ਲੇਟ ਰਹੇ। ਸੇਵਾ ਕਰਨ ਦਾ, ਖੁਸ਼ੀ ਲੈਣ ਦਾ ਉਦੋਂ ਤੱਕ ਹੀ ਮਤਲਬ ਹੈ ਜਦੋਂ ਤੱਕ ਉਹ ਤੁਹਾਡੇ ਕੋਲ ਹੈਗੀ ਹੈ। ਕੱਪੜੇ ਸਾਫ਼ ਉਦੋਂ ਤੱਕ ਹੀ ਨੇ, ਚਟਿਆਈ ਉਦੋਂ ਤੱਕ ਹੀ ਹੈ ਜਦੋਂ ਤੱਕ ਉਹਨੂੰ ਮਿੱਟੀ ਨਹੀਂ ਲੱਗੀ, ਚਿੱਕੜ ਨਹੀਂ ਲੱਗਾ। ਉਹ ਸਾਰਾ ਦਿਨ ਵੀ ਰਹਿ ਸਕਦੇ ਨੇ ਅਤੇ ਉਹ ਇੱਕ ਪਲ ਦੇ ਵਿੱਚ ਵੀ ਗੰਦੇ ਹੋ ਸਕਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਉਹ ਤਾਂ ਬਚਾਅ ਕਰਨਾ ਪਏਗਾ ਆਪਣੇ ਆਪ ਨੂੰ, ਕਿ ਜੇ ਅਸੀਂ ਬਚਾਅ ਕਰਕੇ ਚੱਲਦੇ ਹਾਂ ਤਾਂ ਫਿਰ ਉਹ ਉੱਦਾਂ ਹੀ ਚਟਿਆਈ ਰਹੇਗੀ। ਧੋ ਦਿੱਤੇ ਉਹਨੇ, ਦਾਗ ਧੋ ਦਿੱਤੇ ਉਹਨੇ ਸਾਰੇ, ਕਰ ਦਿੱਤੇ ਨੇ। ਜਿਸ ਤਰ੍ਹਾਂ ਕਈ ਵਾਰੀ ਆਮ ਬੱਚੇ ਕਹਿ ਦਿੰਦੇ ਨੇ ਕਿ ਗੁਰੂ ਮਹਾਰਾਜ ਜੀ ਫਰਮਾਉਂਦੇ ਕਿ ਜਦੋਂ ਨਾਮ ਦਿੰਦੇ ਨੇ ਉਹ ਕਰਮ ਸਾਰੇ ਇਹਦੇ ਜਿਹੜੇ ਆ ਪਿਛਲੇ ਕਰਮ ਖਤਮ ਕਰ ਦਿੰਦੇ ਨੇ। ਕਹਿੰਦੇ ਫਿਰ ਹੁਣ ਜਿਹੜੇ ਦੁੱਖ ਆ ਰਹੇ ਨੇ ਇਹ ਕਿਹੜੇ ਕਰਮ ਨੇ? ਮਨ 'ਚ ਕਈ ਵਾਰੀ ਆਉਂਦਾ, ਹਾਂ ਠੀਕ ਹੈ ਸਤਿਗੁਰ ਦਿਆ ਕਰਦੇ ਨੇ, ਜੋ ਉਹਨਾਂ ਨੇ ਬਚਨ ਨੇ ਉਹ ਕੋਈ ਗਲਤ ਨਹੀਂ ਹੈ। ਹਾਂ ਕੁਝ ਥੋੜ੍ਹਾ ਬਹੁਤਾ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਕੁਝ ਥੋੜ੍ਹਾ ਬਹੁਤਾ ਜੋ ਇੱਥੋਂ ਦਾ ਹੈਗਾ ਹੈ ਇੱਕ ਨਿਯਮ ਹੈ ਉਹਦੇ ਮੁਤਾਬਕ ਠੀਕ ਹੈ, ਕੁਝ ਨਾ ਕੁਝ ਥੋੜ੍ਹਾ ਬਹੁਤਾ ਇਹਨੂੰ ਭੁਗਤਣਾ ਪੈਂਦਾ। ਪਰ ਜਿਹੜੀ ਚੀਜ਼ ਹੈ ਕਿ ਦੁਬਾਰਾ ਕਿੱਥੋਂ ਆ ਗਏ? ਦੁਬਾਰਾ ਤਾਂ ਆ ਗਈ ਕਿ ਉਹਨਾਂ ਨੇ ਤਾਂ ਕੱਪੜਾ ਸਾਫ਼ ਕਰ ਦਿੱਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਸੀ ਨਿਭਾ ਦਿੱਤੀ, ਦੱਸ ਦਿੱਤਾ ਕਿ ਬਈ ਆਹ ਸਿਮਰਨ ਦਿੱਤਾ ਹੀ, ਇੰਨਾ ਚਿਰ ਸਿਮਰਨ ਕਰਨਾ ਹੈ, ਇੰਨੀ ਸੇਵਾ ਕਰਨੀ ਹੈ, ਆਹ ਚੀਜ਼ਾਂ ਤੋਂ ਬਚਣਾ ਹੈ, ਨਿੰਦਾ ਚੁਗਲੀ ਨਹੀਂ ਕਰਨੀ, ਹੰਕਾਰ ਨਹੀਂ ਕਰਨਾ, ਕਿਸੇ ਦਾ ਈਰਖਾ ਨਹੀਂ ਕਰਨੀ, ਬਈ ਇਸ ਬਚਨ ਦੇ ਵਿੱਚ ਰਹਿਣਾ। ਇਹ ਕੀ ਸੀ? ਕੱਪੜੇ ਚਿੱਟੇ ਰੱਖਣ ਵਾਸਤੇ ਅੱਗੋਂ ਸਾਵਧਾਨੀਆਂ। ਜਦੋਂ ਰੱਖੀਆਂ ਹੀ ਨਹੀਂ, ਰੱਖਣੀਆਂ ਹੀ ਨਹੀਂ, ਅਤੇ ਫਿਰ ਉਹ ਕੱਪੜੇ ਦਾ ਫਿਰ ਅਸੀਂ ਦੋਸ਼ ਦਈਏ ਕਿ ਨਹੀਂ ਜੀ ਕੱਪੜਾ ਧੋਤਾ ਹੀ ਨਹੀਂ, ਸ਼ਾਇਦ ਸਾਨੂੰ ਧੋ ਕੇ ਨਹੀਂ ਦਿੱਤਾ। ਨਹੀਂ, ਇਸ ਤਰ੍ਹਾਂ ਨਹੀਂ, ਉਹ ਭਾਰ ਅਸੀਂ ਆਪ ਚੁੱਕ ਲੈਂਦੇ ਹਾਂ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਇਸ ਤੋਂ ਸਭ ਤੋਂ ਵੱਡਾ ਬਚਾਅ ਇਸ ਚੀਜ਼ ਦਾ ਹੈ। ਸਤਿਗੁਰਾਂ ਨੇ ਜਿਹੜੀ ਇਹ ਚੀਜ਼ ਬਣਾਈ ਸੰਗਤ ਵਾਲੀ ਜਾਂ ਪੰਗਤ ਵਾਲੀ, ਕਾਹਦੇ ਵਾਸਤੇ ਬਣਾਈ ਸੀ? ਕਿ ਇੱਥੇ ਅਸੀਂ ਇੱਕੋ ਜਿਹੀ ਸੰਗਤ ਸਾਨੂੰ ਮਿਲਦੀ ਹੈ। ਕਈ ਵਾਰੀ ਕੋਈ ਐਸੀਆਂ ਜਗ੍ਹਾ ਵੀ ਹੈਗੀਆਂ ਨੇ ਜਿੱਥੇ ਉਹੋ ਜਿਹੀ ਸੰਗਤ ਹੀ ਹੁੰਦੀ ਹੈ। ਕਈ ਜਗ੍ਹਾ ਨੇ ਐਸੀ, ਚਲੋ ਆਪਣਾ ਆਪਣਾ ਇਤਿਹਾਸ ਹੈ, ਕਿਸੇ ਜਗ੍ਹਾ 'ਤੇ ਕੁਛ ਵੀ ਜੋ ਮਰਜ਼ੀ ਹੈ, ਉਹ ਸੰਗਤ ਤਾਂ ਅਸੀਂ ਆਪਣੀ ਮਰਜ਼ੀ ਨਾਲ ਚੁਣਨੀ ਹੈ ਨਾ, ਕਿ ਸਾਨੂੰ ਤਾਂ ਖੁੱਲ੍ਹੀ ਛੁੱਟੀ ਮਿਲੀ ਹੈ। ਹੁਣ ਕਈ ਜਗ੍ਹਾ ਐਸੀਆਂ ਨੇ ਜਿੱਥੇ ਸ਼ਰਾਬ ਹੀ ਚੜ੍ਹਦੀ ਹੈ, ਸ਼ਰਾਬ ਹੀ ਪ੍ਰਸ਼ਾਦ ਮਿਲਦਾ ਹੈ, ਉੱਥੇ ਸਭ ਕੁਛ ਉਹੀ ਹੁੰਦਾ ਹੈ। ਜਿੰਨੀ ਉੱਥੇ ਤੁਸੀਂ ਲੋਕ ਵੇਖੋਗੇ ਹਰ ਇੱਕ ਨੇ ਲਾਈ ਆ, ਵੱਜਦੇ ਫਿਰਦੇ ਨੇ ਇੱਕ ਦੂਜੇ ਦੇ ਵਿੱਚ, ਕਰਦੇ ਨੇ, ਲੜਾਈਆਂ ਵੀ ਹੁੰਦੀਆਂ ਨੇ, ਕਈ ਕੁਛ ਹੁੰਦਾ। ਹਾਂ ਜੇ ਅਸੀਂ ਚੁਣਨੀ, ਆਪ ਚੁਣਨੀ ਸੰਗਤ, ਜੇ ਸਾਨੂੰ ਉਹ ਸੰਗਤ ਚੰਗੀ ਲੱਗਦੀ ਅਸੀਂ ਉਹਨੂੰ ਅਪਣਾ ਲਈਏ, ਉਹਦਾ ਜੋ ਹੈਗਾ ਉਹ ਸਾਨੂੰ ਉਹਦਾ ਇਹ ਵਿੱਚ ਵੀ ਮਿਲੇਗਾ। ਅਤੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸੰਗਤ, ਆਹ ਜਿਹੜੀ ਸੰਗਤ ਅਸੀਂ ਕਿਹਨਾਂ ਦੀ ਕਰ ਰਹੇ ਹਾਂ ਜੀ? ਗੁਰੂ ਦੀ। ਕਿਹੜੀ ਸੰਗਤ ਹੈ? ਗੁਰਮੁਖਾਂ ਦੀ। ਉਹਦੇ ਵਿੱਚ ਕੀ ਹੈ? ਸਾਨੂੰ ਚੰਗੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਪਰ ਕੰਮ ਅਸੀਂ ਉਹੀ ਕਰ ਰਹੇ ਹਾਂ। ਕਿਉਂਕਿ ਉਹਦੇ ਵਿੱਚ ਵੀ ਤਾਂ ਕਈ ਐਸੀ ਚੀਜ਼ਾਂ ਹੁੰਦੀਆਂ ਨੇ, ਕਈ ਜੀਵ ਐਸੇ ਨੇ ਕਿ ਕਿਸੇ ਦੇ ਵਿੱਚ ਉਹ ਚੀਜ਼ਾਂ ਘੱਟ ਨੇ, ਕਿਸੇ 'ਚ ਬਹੁਤੀਆਂ ਨੇ, ਹੈ ਸਾਰਿਆਂ ਦੇ ਅੰਦਰ ਹੀ ਹੈ। ਪਰ ਅਸੀਂ ਆਪਣੀ ਆਪ ਸੰਗਤ ਲੱਭ ਲੈਂਦੇ ਕਿ ਇਹਦੇ ਨਾਲ ਮੇਰਾ ਮਨ ਦੇ ਰਲਦੇ ਆ, ਇਹਦੇ ਨਾਲ ਮੇਰਾ ਥੋੜ੍ਹਾ ਬਲਦਾ, ਉਹਦੇ ਕੋਲ ਅਸੀਂ ਬਹਿਣਾ, ਉਹਦੇ ਨਾਲ ਅਸੀਂ ਗੱਲਾਂ ਕਰਨੀਆਂ, ਉਹਦੀਆਂ ਸੁਣਨੀਆਂ, ਉਹ ਆਪਣੇ ਔਗਣ ਹੋਰ ਵੱਧ ਕੇ ਉਹਨੂੰ ਜਿਸ ਤਰ੍ਹਾਂ ਮਿਲ ਗਈ ਖੁਰਾਕ। ਅਤੇ ਇਸ ਕਰਕੇ ਉਹਨੇ ਫਰਮਾਇਆ ਕਿ ਜਦੋਂ ਕੋਈ ਐਸੀ ਸੰਗਤ ਮਿਲੇ, ਗੁਰੂ ਦੇ ਬਚਨਾਂ ਦੇ ਮੁਤਾਬਕ ਦੇਖ ਲਓ ਕਿ ਇਹ ਮੇਲ ਖਾ ਰਹੀ ਹੈ, ਗੁਰੂ ਦਾ ਹੁਕਮ ਹੈਗਾ ਸਾਨੂੰ। ਜੇ ਹੁਕਮ ਹੈਗਾ ਹੈ ਤਾਂ ਜੱਫੀਆਂ ਪਾ ਕੇ ਬਹਿ ਜਾਓ, ਮਿਲ ਜਾਓ, ਮਿਲ ਲਓ। ਜੇ ਨਹੀਂ ਹੈਗਾ, ਜੇ ਸਾਨੂੰ ਲੱਗ ਰਿਹਾ ਕਿ ਨਹੀਂ, ਤਾਂ ਉੱਥੋਂ ਭੱਜ ਹੀ ਜਾਓ, ਉੱਥੋਂ ਫਿਰ ਹੀ ਬਚਾਅ ਵਾ। ਜੇ ਅਸੀਂ ਆਪਣੇ ਆਪ ਨੂੰ ਪਰਖਣ ਵਾਸਤੇ ਖਲੋਂਦੇ ਹਾਂ ਤਾਂ ਮਾਰ ਖਾਵਾਂਗੇ। ਹਾਂਜੀ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨ। ਹੁਣ ਇਹ ਕਿਹਦੀ ਹੈਗੀ ਹੈ? ਸਿੱਖ ਦੀ ਰਹਿਣੀ ਦੀ ਗੱਲ ਹੋਈ ਹੈ। ਸਿੱਖ ਦੀ ਰਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਗੁਰੂ ਨੇ ਕਈ ਵਾਰੀ ਫਰਮਾਉਣਾ ਕਿ ਸਿੱਖ ਦਾ ਜਿਸ ਤਰ੍ਹਾਂ ਕਲੀਨ ਵਿਸ਼ਾ ਹੈ ਨਾ, ਇਹਦੀ ਰਹਿਣੀ ਇੱਦਾਂ ਦੀ ਹੋਣੀ ਚਾਹੀਦੀ ਹੈ। ਇਹਦੇ ਉੱਤੇ ਕੋਈ ਲਿਬੜੇ ਪੈਰ ਲੈ ਕੇ ਆਵੇ, ਇਹਦੇ ਉੱਤੇ ਕੋਈ ਸਾਫ਼ ਕਰਕੇ ਆਵੇ, ਇਹਦੇ ਉੱਤੇ ਕੋਈ ਚੀਜ਼ ਡੋਲ ਦੇਵੇ, ਇਹਨੂੰ ਸਾਫ਼ ਕਰ ਦੇਵੇ, ਇਹ ਆਪਣੀ ਜਗ੍ਹਾ ਤੋਂ ਨਾ ਹਿੱਲੇ। ਸਿੱਖ ਤਾਂ ਉਹੀ ਹੈ ਜਿਹਨੇ ਆਪਣੇ ਆਪ ਨੂੰ ਅੰਦਰੋਂ ਮਨ ਨੂੰ ਕੀਤਾ ਪਿਆ ਕਿ ਜੇ ਅਸੀਂ ਸਾਡੇ ਅੰਦਰ ਵੀ ਉਹੀ ਚੀਜ਼ ਆ ਰਹੀ ਹੈ ਕਿ ਮਤਲਬ ਕਿ ਜੇ ਸਾਡੇ ਮਨ ਦੇ ਮੁਤਾਬਕ ਕੋਈ ਚੀਜ਼ ਹੋ ਗਈ ਅਤੇ ਫਿਰ ਅਸੀਂ ਸੁਖੀ ਮਹਿਸੂਸ ਕਰਨਾ ਆਪਣੇ ਆਪ ਨੂੰ। ਜੇ ਸਾਡੇ ਮਨ ਦੇ ਮੁਤਾਬਕ ਨਹੀਂ ਹੋਈ ਤਾਂ ਅਸੀਂ ਕਹਿਣਾ ਨਹੀਂ, ਅਸੀਂ ਦੁਖੀ। ਫਿਰ ਉਸ ਦੁੱਖ ਨੂੰ ਲੈ ਕੇ ਫਿਰ ਅਸੀਂ ਕੋਈ ਨਾ ਕੋਈ ਅੱਗੇ ਗਲਤ ਕੰਮ ਕਰਨੇ ਆ।
ਜਿਨ੍ਹਾਂ ਨੂੰ ਤਾਂ ਉਹੋ ਜਿਹੀ ਕੋਈ ਚੀਜ਼ ਲੱਗੀ ਕਿ ਬਈ ਮੇਰੇ ਮੁਤਾਬਕ ਹੋ ਰਹੀ ਹੈ, ਜੋ ਮੇਰਾ ਮਨ ਕਹਿੰਦਾ, ਗੁਰੂ ਵੀ ਮੈਨੂੰ ਉਹਦੇ 'ਚ ਸਹਿਯੋਗ ਕਰ ਰਿਹਾ, ਤਾਂ ਫਿਰ ਤਾਂ ਮਨ ਖੁਸ਼ ਹੁੰਦਾ ਹੈ ਕਿ ਹਾਂ ਬਈ ਮੇਰਾ ਮਨ ਇਹ ਕੰਮ 'ਚ ਖੁਸ਼ ਹੈ, ਗੁਰੂ ਵੀ ਮੈਨੂੰ ਇਹੋ ਕਹਿ ਰਿਹਾ, ਫਿਰ ਤਾਂ ਠੀਕ ਹੈ। ਜੇ ਗੁਰੂ ਨੇ ਕਹਿ ਦਿੱਤਾ ਕਿ ਨਹੀਂ ਦੂਸਰਾ ਕੰਮ ਇਹ ਨਹੀਂ ਕਰਨਾ, ਆਹ ਕਰਨਾ ਹੈ, ਅਤੇ ਸਾਡਾ ਮਨ ਉਹਦੇ ਵਿੱਚ ਗਵਾਹੀ ਨਹੀਂ ਦੇ ਰਿਹਾ, ਤਾਂ ਮਨ ਨੇ ਦੁਖੀ ਹੋ ਜਾਣਾ ਹੈ। ਜਦੋਂ ਦੁਖੀ ਹੋਣਾ ਹੈ, ਅਤੇ ਜੇ ਤਾਂ ਆਪਣੇ ਗੁਰੂ ਦਾ ਡਰ ਪੈ ਆ, ਅਤੇ ਫਿਰ ਭਾਵੇਂ ਦੁਖੀ ਵੀ ਹੋਵੇ ਚੱਲੇਗਾ ਉਸੇ ਰਸਤੇ 'ਤੇ, ਕਿ ਇਹਨੂੰ ਇੰਨਾ ਪਤਾ ਹੈ ਕਿ ਡਾਕਟਰ ਨੇ ਦਵਾਈ ਭਾਵੇਂ ਕੌੜੀ ਦਿੱਤੀ ਹੈ, ਭਾਵੇਂ ਮਿੱਠੀ ਦਿੱਤੀ ਹੈ, ਕੋਈ ਵੀ ਹੈਗੀ ਦਵਾਈ ਹੈ, ਇਹਨੇ ਮੇਰਾ ਫਾਇਦਾ ਹੀ ਕਰਨਾ ਹੈ। ਪਰ ਜਦੋਂ ਸਾਡਾ ਪਿਆਰ ਨਹੀਂ ਹੁੰਦਾ, ਜਦੋਂ ਸਾਨੂੰ ਕੋਈ ਡਰ ਨਹੀਂ ਹੁੰਦਾ, ਫਿਰ ਅਸੀਂ ਕੀ ਕਰਦੇ ਹਾਂ, ਮੈਂ ਨਹੀਂ ਖਾਣੀ, ਮੈਂ ਤਾਂ ਆਪਣੇ ਮਨ ਮੁਤਾਬਕ ਹੀ ਖਾਵਾਂਗਾ, ਜਿਹੜੀ ਮੈਨੂੰ ਚੰਗੀ ਲੱਗਦੀ ਹੈ ਉਹ ਕੰਮ ਕਰਨਾ ਮੈਂ। ਤਾਂ ਜਦੋਂ ਅਸੀਂ ਉੱਦਾਂ ਕਰਦੇ ਹਾਂ ਤਾਂ ਦੁੱਖ ਹੋਰ ਵੱਧਣਾ ਹੈ, ਅੱਗੇ ਤੋਂ ਅੱਗੇ ਚੱਲਣਾ ਹੈ। ਅਤੇ ਉਹ ਕਹਿੰਦੇ ਕਿ ਸੁੱਖ ਦੁੱਖ ਦੋਨੋਂ ਹੀ ਇਹ ਸਮਕਾਰਜਾਂ ਨੂੰ, ਮਤਲਬ ਕਿ ਇਹਨੂੰ ਚੀਜ਼ਾਂ ਨੂੰ ਫੜੀਏ ਨਾ ਕਿਸੇ ਚੀਜ਼ ਨੂੰ। ਗੁਰੂ ਨੇ ਜੇ ਸਾਡੇ ਨਾਲ ਕੁਛ ਬਣਾਉਣਾ ਹੈ, ਜਿਸ ਤਰ੍ਹਾਂ ਧੋਬੀ ਨੂੰ ਕੱਪੜਾ ਦੇਈਦਾ ਹੈ, ਅਤੇ ਉਹਨੂੰ ਕਹਿ ਦਈਦਾ ਹੈ ਕਿ ਬਸ ਇੱਕੋ ਗੱਲ ਕਹੀਦੀ ਕਿ ਉਹਦੇ ਹਵਾਲੇ ਕਰ ਦਈਦਾ ਕਿ ਆਹ ਦਾਗ ਹੈਗਾ, ਇਹਨੂੰ ਲਾ ਦੇ, ਬਸ ਆਹ ਦਾਗ ਲੱਗੇ ਨੇ। ਉਹਨੂੰ ਇਹ ਨਹੀਂ ਦੱਸੀਦਾ, ਜਾਂਚ ਨਹੀਂ ਦੱਸੀਦੀ ਕਿ ਆਹ ਬਈ ਇੱਥੇ ਆ ਨਾ ਕਰੀ, ਇਹਨੂੰ ਥੋੜ੍ਹਾ ਗਰਮ ਕਰ ਲਈ, ਇਹਨੂੰ ਥਾਪੀ ਨਾ ਮਾਰੀ, ਇਹਨੂੰ ਇੱਥੇ ਰਗੜੀ ਨਾ, ਬਰਸ਼ ਨਾ ਮਾਰੀ। ਜੇ ਐਡੇ ਸਿਆਣੇ ਆ ਤਾਂ ਫਿਰ ਅਸੀਂ ਆਪ ਦਾਗ ਲਾ ਸਕਦੇ, ਫਿਰ ਉਹਨੂੰ ਕੀ ਦੇਣ ਦੀ ਲੋੜ ਹੈ। ਉਹਨੂੰ ਪਤਾ ਹੈ ਉਹਦੇ ਕੋਲ ਕੈਮੀਕਲ ਵੀ ਹੈਗੇ ਨੇ, ਉਹਦੇ ਕੋਲ ਉਹ ਉਬਲਦਾ ਪਾਣੀ ਵੀ ਹੈਗਾ, ਉਹਦੇ ਕੋਲ ਥਾਪੀ ਵੀ ਹੈਗੀ ਹੈ, ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹਨੇ ਲਾ ਦੇਣਾ। ਅਤੇ ਉਸ ਕੱਪੜੇ ਦੇ ਵਿੱਚ ਨਿਖਾਰ ਤਾਂ ਹੀ ਆ ਸਕਦਾ ਹੈ ਕਿ ਜੇ ਕੱਪੜਾ ਹਵਾਲੇ ਕਰ ਦਈਏ, ਕਰਕੇ ਉਹਨੂੰ ਪਤਾ ਹੈ ਉਹਦਾ ਰੋਜ਼ ਦਾ ਕੰਮ ਹੈ, ਉਹ ਇਕੱਲਾ ਸਾਡਾ ਹੀ ਨਹੀਂ ਕੱਪੜਾ ਧੋ ਰਿਹਾ, ਦੁਨੀਆ ਦੇ ਕੱਪੜੇ ਧੋ ਰਿਹਾ ਹੈ, ਅਤੇ ਉਹਨੂੰ ਪਤਾ ਹੈ ਸਾਰਾ ਕਿ ਕਿੱਦਾਂ ਕਰਨਾ ਹੈ। ਫਿਰ ਉਹਦੇ ਹਵਾਲੇ ਕਰਕੇ ਅਤੇ ਨਿਸ਼ਚਿੰਤ ਹੋ ਜਾਈਏ, ਸਾਨੂੰ ਕੱਪੜਾ ਸਾਫ਼ ਮਿਲੇਗਾ। ਅਤੇ ਜੇ ਅਸੀਂ ਆਪਣੇ ਆਪ ਨੂੰ ਵੀ ਨਾਲ ਕਰਨਾ ਹੀ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਫਿਰ ਦਾਗ ਨਹੀਂ ਲੱਥਣਾ, ਫਿਰ ਅਸੀਂ ਲਾਂਭਾ ਨਹੀਂ ਉਹਨੂੰ ਦੇ ਸਕਦੇ। ਹਾਂਜੀ, ਫਿਰ ਦੁਬਾਰਾ। ਸੁਖ ਦੁਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਾਂਜੀ, ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਉਹ ਜਿਸ ਤਰ੍ਹਾਂ ਪਹਿਲਾਂ ਵਚਨ ਆਇਆ ਕਿ ਦੁੱਖ ਸੁੱਖ ਹੁੰਦਾ ਕਾਹਦਾ ਹੈ ਸਾਨੂੰ। ਦੁੱਖ ਇੱਕ ਤਾਂ ਚੀਜ਼ ਹੈ ਨਾ ਕਿ ਕੋਈ ਬਾਹਰੋਂ ਸਾਨੂੰ ਕਿਸੇ ਨੇ ਕੋਈ, ਜਿਸ ਤਰ੍ਹਾਂ ਕਹਿੰਦੇ ਚਪੇੜ ਮਾਰੀ ਹੈ, ਕੋਈ ਚੁੰਡੀ ਵੱਡੀ ਹੈ ਜਾਂ ਕੁਛ ਹੁੰਦਾ, ਤਾਂ ਫਿਰ ਤਾਂ ਸਾਨੂੰ ਦੁੱਖ ਹੁੰਦਾ ਕਿ ਠੀਕ ਹੈ ਵੀ ਸਾਨੂੰ ਉਹ ਸੱਟ ਲੱਗੀ ਹੈ ਅਤੇ ਸਾਨੂੰ ਦਰਦ ਹੋ ਰਹੀ ਹੈ। ਪਰ ਕਿਸੇ ਵੇਲੇ ਸਾਨੂੰ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਹੋਈ ਅਤੇ ਸਾਨੂੰ ਫਿਰ ਵੀ ਅਸੀਂ ਦੁਖੀ ਬਹੁਤ ਜ਼ਿਆਦਾ ਹੁੰਦੇ ਹਾਂ। ਉਹ ਕਾਹਦੀ ਦਰਦ ਹੈ? ਉਹ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਮਾਨ ਅਪਮਾਨ ਦੇ। ਜਦੋਂ ਸਾਨੂੰ ਲੱਗਦਾ ਹੈ ਕਿ ਮਾਣ ਮਿਲ ਰਿਹਾ ਹੈ, ਸਾਡੀ ਸ਼ੋਭਾ ਹੋ ਰਹੀ ਹੈ, ਅਤੇ ਫਿਰ ਅਸੀਂ ਬੜੇ ਸੁਖੀ ਮਹਿਸੂਸ ਕਰਦੇ ਹਾਂ, ਫਿਰ ਬੜੇ ਖੁਸ਼ ਹੁੰਦੇ ਹਾਂ। ਜਦੋਂ ਲੱਗਦਾ ਸਾਨੂੰ ਕਿ ਸਾਡਾ ਅਪਮਾਨ ਹੋ ਰਿਹਾ ਹੈ, ਕਿ ਸਾਨੂੰ ਕੋਈ ਬੁਰਾ ਭਲਾ ਕਹਿ ਰਿਹਾ ਹੈ ਜਾਂ ਸਾਡੀ ਕਿਸੇ ਚੀਜ਼ ਨੂੰ, ਅਤੇ ਫਿਰ ਅਸੀਂ ਦੁਖੀ ਮਹਿਸੂਸ ਕਰਦੇ ਹਾਂ। ਪਰ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਕਿ ਇਸ ਤੋਂ ਉੱਪਰ ਉੱਠਣਾ ਪਏਗਾ। ਜਿਸ ਤਰ੍ਹਾਂ ਕੱਪੜੇ ਦੇ ਉੱਤੇ ਜੇ ਤਾਂ ਕੋਈ ਐਸੀ ਚੀਜ਼ ਕੋਈ ਹੋ ਰਹੀ ਤਾਂ ਫਿਰ ਤਾਂ ਉਹ ਸਮਝੇ ਕਿ ਬਹੁਤ ਹੈ, ਅਤੇ ਜੇ ਉਹਦੇ ਉੱਤੇ ਕੋਈ ਕੈਮੀਕਲ ਜਾਂ ਕੋਈ ਐਸਾ ਸਰਫ ਜਾਂ ਕੋਈ ਐਸਾ ਕੋਈ ਬਲੀਚ ਲਗਾਈ ਜਾ ਰਹੀ ਹੈ ਦਾਗ ਨੂੰ ਉਤਾਰਨ ਵਾਸਤੇ, ਅਤੇ ਉਹਨੇ ਥੋੜ੍ਹਾ ਜਿਹਾ ਤਾਂ ਉਹਦੇ ਨਾਲ, ਕਿਉਂਕਿ ਚੀਜ਼ ਫਰਕ ਹੁੰਦਾ ਹੀ ਦੂਜੇ ਨਾਲ। ਹੁਣ ਇੱਕ ਠੰਡਾ ਪਾਣੀ ਪੈਂਦਾ ਕੱਪੜੇ 'ਤੇ, ਇੱਕ ਕੋਈ ਗਰਮ ਪਾਣੀ 'ਚ ਪੈ ਰਿਹਾ ਹੈ, ਫਰਕ ਤਾਂ ਹੈਗਾ, ਪਰ ਉਹ ਕਾਹਦੇ ਵਾਸਤੇ ਪਾਇਆ ਜਾ ਰਿਹਾ। ਸਤਿਗੁਰਾਂ ਦੀ ਸੰਗਤ ਕੀਤੀ, ਵੇਖਿਆ ਕਿ ਗੁਰੂ ਮਹਾਰਾਜ ਕਈ ਠੀਕ ਪਿਆਰ ਵੀ ਬਹੁਤ ਕਰਨਾ, ਪਰ ਜਦੋਂ ਉਹਨਾਂ ਨੇ ਡਾਂਟਣਾ ਉਦੋਂ ਵੀ ਕੋਈ ਲਿਹਾਜ਼ ਨਹੀਂ ਕਿਸੇ ਚੀਜ਼ ਦਾ, ਪੂਰੀ ਛੋਈ ਲਾ ਦੇਣੀ ਫੜ ਕੇ। ਹੁਣ ਇਹ ਨਹੀਂ ਹੈ, ਗੁਰਮਤਿ ਨੇ ਫਰਮਾਉਣਾ ਕਿ ਪਾਣੀ ਜਿੰਨਾ ਮਰਜ਼ੀ ਉਬਲਦਾ ਹੋਵੇ ਉਹ ਅੱਗ ਨੂੰ ਬੁਝਾ ਦਿੰਦਾ ਹੈ। ਉਹਦੀ 'ਚ ਇੰਨੀ ਸ਼ਮਤਾ ਹੈ ਕਿ ਅੱਗ ਨੂੰ ਬੁਝਾਉਣ ਦੀ। ਠੀਕ ਹੈ, ਉਹ ਸ਼ੀਤਲ ਐਸੀ ਕੋਈ ਗੱਲ ਨਹੀਂ, ਪਰ ਜਿਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੇ ਉਸ ਤਰੀਕੇ ਨਾਲ ਚੱਲਣਾ ਹੈ। ਪਰ ਜੇ ਅਸੀਂ ਉਹਨਾਂ ਦੀ ਸੰਗਤ ਦੇ, ਅਸੀਂ ਉੱਦਾਂ ਕਹਿੰਦੇ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਔਰ ਮਨ ਦੇ ਵਿੱਚ ਇਹੋ ਹੀ ਹਰ ਵੇਲੇ ਵਿਚਾਰ ਲੈ ਕੇ ਚੱਲਦੇ ਰਹਿੰਦੇ ਆ ਕਿ ਹੁਣ ਮੈਨੂੰ ਮਾਣ ਮਿਲਿਆ, ਹੁਣ ਮੇਰਾ ਅਪਮਾਨ ਹੋ ਗਿਆ, ਅਤੇ ਫਿਰ ਸੁੱਖ ਦੁੱਖ ਨਾਲ ਹੀ ਬਣਿਆ ਰਹਿਣਾ ਹੈ। ਫਿਰ ਦੁੱਖ ਸੁੱਖ ਜਿਹੜਾ ਕਦੀ ਦੂਰ ਨਹੀਂ ਹੋਏਗਾ। ਜਦੋਂ ਤੱਕ ਇਹ ਦੁੱਖਾਂ ਸੁੱਖਾਂ ਤੋਂ ਉੱਪਰ ਨਹੀਂ ਉੱਠੇਗਾ, ਉਦੋਂ ਤੱਕ ਇਹਨੂੰ ਉਹ ਜਿਹੜਾ ਆਪਣਾ ਘਰ ਉਹ ਨਹੀਂ ਮਿਲਣਾ, ਕਿਉਂਕਿ ਇਹ ਚੀਜ਼ਾਂ ਉੱਥੇ ਤੇ ਨਾਲ ਜਾਣੀਆਂ ਨਹੀਂ ਕੋਈ ਵੀ।
ਇੱਥੇ ਹੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਨਾ ਕਿ ਕੱਪੜਾ ਜਿਹੜਾ ਅਲਮਾਰੀ 'ਚ ਰੱਖੀਦਾ ਹੈ ਉਹਨੂੰ ਐਂ ਬਿਲਕੁਲ ਸਾਫ਼ ਕਰਕੇ ਪ੍ਰੈਸ ਕਰਕੇ ਤਹਿ ਲਾ ਕੇ ਤੇ ਫਿਰ ਰੱਖੀਦਾ ਹੈ। ਗੰਦੇ ਕੱਪੜੇ ਨਹੀਂ ਕੋਈ ਅਲਮਾਰੀਆਂ 'ਚ ਰੱਖੇ ਜਾਂਦੇ। ਸਾਂਭਣਾ ਹੋਵੇ ਤਾਂ ਉਹਨੂੰ ਕਹਿੰਦੇ ਕਿ ਠੀਕ ਹੈ ਵੀ ਹੁਣ ਇਹਨੂੰ ਐਂ ਸਾਫ਼ ਕਰਕੇ ਰੱਖਿਆ। ਇਸੇ ਤਰ੍ਹਾਂ ਹੀ ਸੁਰਤ ਨੇ ਠਹਿਰਨਾ ਹੀ ਉੱਥੇ ਤਾਂ ਆ ਜੇ ਇਹ ਸਾਫ਼ ਹੋਏਗੀ। ਤੇ ਜੇ ਇਹਦੇ ਵਿੱਚ ਉਹ ਚੀਜ਼ ਨਾ ਬਣੀ, ਇਹਦੇ 'ਚ ਦਾਗ ਨਾ ਲੱਤੇ, ਤੇ ਫਿਰ ਇਹਦਾ ਟਿਕਾ ਨਹੀਂ ਹੋਣਾ। ਥੋੜ੍ਹੀ ਦੇਰ ਲਈ ਹੋਏ। ਗੁਰੂਆਂ ਨੂੰ ਕਿਸੇ ਨੇ ਕਿਹਾ ਕਿ ਸਾਡੇ ਕੋਲ ਤਾਕਤ ਹੁੰਦੇ ਨੇ ਤੇ ਕੀ ਸਾਨੂੰ ਲਿਬੜਿਆਂ ਤਿਬੜਿਆਂ ਨੂੰ ਉੱਥੇ ਨਹੀਂ ਲੈ ਕੇ ਜਾ ਸਕਦੇ ਆਪਣੇ ਘਰ ਦੇ ਵਿੱਚ? ਗੁਰੂਆਂ ਫਰਮਾਉਣ ਲੱਗੇ ਹਾਂ ਲੈ ਕੇ ਜਾ ਸਕਦੇ ਨੇ, ਜਾ ਸਕਦੇ ਨੇ, ਪਰ ਇਹਨੇ ਉੱਥੇ ਟਿਕਣਾ ਨਹੀਂ ਹੈਗਾ। ਜਿਹਨੂੰ ਆਦਤ ਹੀ ਪਈ ਹੈ, ਜਿਸ ਤਰ੍ਹਾਂ ਸੂਰ ਹੈ ਉਹਨੂੰ ਆਦਤ ਹੀ ਪਈ ਹੈ ਗੰਦ ਖਾਣ ਦੀ, ਉਹਦੀ ਖੁਰਾਕ ਹੀ ਗੰਦ ਮੰਦੇ, ਤੇ ਉੱਥੇ ਗੰਦ ਹੈ ਨਹੀਂ, ਗੰਦ ਲੱਭਣਾ ਨਹੀਂ, ਇਹਨੇ ਫਿਰ ਉੱਥੋਂ ਨਿਕਲਣਾ ਵਾ। ਜਿਹੜੀਆਂ ਚੀਜ਼ਾਂ ਦੀ ਸਾਨੂੰ ਆਦਤ ਪੈ ਗਈ, ਜਿਹੜੀ ਸੰਗਤ ਦੀ ਸਾਨੂੰ ਪੈ ਗਈ, ਇਹੋ ਚੀਜ਼ਾਂ ਸਾਨੂੰ ਭਟਕਾਈ ਜਾਂਦੀਆਂ ਨੇ। ਉਹ ਜਿੱਥੇ ਮਿਲਦੀਆਂ ਨੇ ਉੱਥੇ ਅਸੀਂ ਕਹਿੰਦੇ ਹਾਂ ਕਿ ਉੱਥੇ ਪਹੁੰਚ ਜਾਈਏ। ਜਦੋਂ ਉੱਥੋਂ ਵੀ ਨਹੀਂ ਮਿਲਦੀਆਂ ਫਿਰ ਅਸੀਂ ਅੱਗੇ ਪਹੁੰਚ ਜਾਂਦੇ ਹਾਂ। ਬਾਹਰੋਂ ਵੀ ਅਸੀਂ ਜਿਹੜੇ ਕਈ ਵਾਰੀ ਅਸੀਂ ਕਹਿੰਦੇ ਅਸੀਂ ਦੋਸਤ ਬਣਾਉਂਦੇ ਹਾਂ, ਮਿੱਤਰ ਬਣਾਉਂਦੇ ਹਾਂ, ਸੋਚ ਕੇ ਦੇਖੀਏ ਕਿ ਕਿੱਦਾਂ ਦੇ ਬਣਾਉਂਦੇ ਹਾਂ। ਸਾਨੂੰ ਪਹਿਲਾਂ ਪਹਿਚਾਣ ਹੈਗੀ ਕਿ ਮਿੱਤਰ ਕਹਿੰਦੇ ਕਿਹਨੂੰ ਨੇ। ਜਦੋਂ ਸਾਨੂੰ ਮਿੱਤਰ ਦਾ ਪਤਾ ਹੀ ਨਹੀਂ ਕਿ ਮਿੱਤਰ ਹੁੰਦਾ ਕੌਣ ਹੈ, ਤੇ ਅਸੀਂ ਅੱਗੇ ਦੀ ਤਾਂ ਸੋਚ ਹੀ ਨਹੀਂ ਸਕਦੇ ਕਿ ਅਸੀਂ ਕਿਸੇ ਨੂੰ ਬਣਾਈਏ। ਪਹਿਲਾਂ ਇਹ ਜਾਣ ਲਈਏ ਕਿ ਮਿੱਤਰ ਕਹਿੰਦੇ ਕਿਹਨੂੰ, ਫਿਰ ਅਸੀਂ ਅੱਗੇ ਬਣਾਵਾਂਗੇ। ਪਰ ਅਸੀਂ ਸਿਰਫ ਇੰਨਾ ਕੁ ਜਾਣਿਆ ਕਿ ਇਹਦੇ ਕੋਲ ਮੈਨੂੰ ਜਾ ਕੇ ਤੇ ਥੋੜ੍ਹਾ ਜਿਹਾ ਆਪਣੇ ਮਨ ਦੇ ਮੁਤਾਬਕ ਮੈਨੂੰ ਉਹ ਮਿਲਿਆ, ਮਾਣ ਮਿਲਿਆ, ਇਹ ਮੇਰਾ ਮਿੱਤਰ ਹੈ। ਫਲਾਣੇ ਕੋਲੋਂ ਮੈਨੂੰ ਆ ਮਾਣ ਨਹੀਂ ਮਿਲਿਆ, ਉਹ ਮੇਰਾ ਦੁਸ਼ਮਣ ਹੈ। ਬਸ ਇੰਨੀ ਕੁ ਸਾਨੂੰ ਮਿੱਤਰਤਾ ਦੀ ਜਿਹੜੀ ਪਹਿਚਾਣ ਹੈ। ਪਰ ਸਤਿਗੁਰਾਂ ਨੇ ਸਾਫ਼ ਫਰਮਾਤਾ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਅਨ ਮੇ, ਕਿਉਂ ਖੋਵੇ ਤੂੰ ਇਨ ਠੰਗੀਅਨ ਮੇ। ਉਹ ਕਹਿੰਦੇ ਕੋਈ ਹੈ ਹੀ ਨਹੀਂ ਮਿੱਤਰ ਗੁਰੂ ਤੋਂ ਇਲਾਵਾ ਕੋਈ। ਇਸ ਕਰਕੇ ਜਦੋਂ ਤੱਕ ਸਾਨੂੰ ਸਤਿਗੁਰਾਂ ਦੇ ਬਚਨਾਂ 'ਤੇ ਵਿਸ਼ਵਾਸ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ, ਅਸੀਂ ਚੱਲਾਂਗੇ ਨਹੀਂ ਉਹਦੇ 'ਤੇ। ਜਦੋਂ ਦੇ ਮਨ 'ਚ ਚੱਲੇਗਾ ਅਸੀਂ ਵਿਸ਼ਵਾਸ ਕਰਾਂਗੇ। ਹੁਣ ਕਈ ਵਾਰੀ ਮੈਨੂੰ ਯਾਦ ਇੱਕ ਜਗ੍ਹਾ 'ਤੇ ਕਿਤੇ ਗਏ, ਗੁਰਮਤਿ ਦੇ ਸਤਸੰਗ ਦੇ ਕੋਈ ਐਸੇ ਬਚਨ ਆਏ, ਅਤੇ ਉਹਦੇ ਵਿੱਚ ਇੱਕ ਵਿਚਾਰ ਜਿਸ ਤਰ੍ਹਾਂ ਹੋਇਆ ਕਿ ਬਈ ਜਿਹੜੇ ਸਤਿਗੁਰਾਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਮਨ੍ਹਾ ਕੀਤਾ ਹੈ, ਆਹ ਕੰਮ ਨਹੀਂ ਕਰਨੇ ਚਾਹੀਦੇ। ਅਤੇ ਉਹਦੇ ਵਿੱਚ ਇੱਕ ਇਹ ਵੀ ਆਇਆ ਕਿ ਬਈ ਗੁਰਮਤਿ ਨੇ ਜਦੋਂ ਸਾਨੂੰ ਨਾਮ ਦਿੰਦੇ ਨੇ, ਉਹਨਾਂ ਨੇ ਕਿਹਾ ਕਿ ਨਸ਼ਾ ਜਿਹੜਾ ਨਹੀਂ ਕਰਨਾ, ਸ਼ਰਾਬ ਨਹੀਂ ਪੀਣੀ, ਝੂਠ ਨਹੀਂ ਖਾਣਾ। ਇੱਦਾਂ ਮੈਨੂੰ ਯਾਦ ਹੈ ਬਾਅਦ 'ਚ ਕਿਤੇ ਬੈਠੇ ਕੋਈ ਗੱਲ ਚੱਲ ਪਈ, ਅਤੇ ਕੋਈ ਇੱਕ ਬੰਦਾ ਹੁਣ ਜਿਸ ਤਰ੍ਹਾਂ ਦੇ ਵਿਚਾਰ ਨੇ, ਜਿਹੜਾ ਕੋਈ ਕੰਮ ਕਰਦਾ ਉਹਨੂੰ ਉਹੀ ਚੰਗਾ ਲੱਗਦਾ। ਹੁਣ ਉਹਦੇ ਵਾਸਤੇ ਅਸੀਂ ਬਹਾਨੇ ਲੱਭਦੇ ਹਾਂ। ਫਿਰ ਉਹ ਮੈਨੂੰ ਅਲੱਗ ਤੋਂ ਮਿਲਿਆ, ਕਹਿਣ ਲੱਗੇ ਕਿ ਮਹਾਰਾਜ ਜੀ ਤੁਸੀਂ ਕਹਿ ਰਹੇ ਸੀ ਇਸ ਤਰ੍ਹਾਂ, ਅਤੇ ਬਾਹਰ ਤੇ ਅੰਗਰੇਜ਼ ਤੇ ਜਿਹੜੇ ਨੇ ਉਹ ਸਾਡੇ ਨਾਲੋਂ ਵੀ ਤੰਦਰੁਸਤ, ਉਹ ਤਾਂ ਕਹਿੰਦੇ ਨੇ ਕਿ ਥੋੜ੍ਹੀ ਥੋੜ੍ਹੀ ਸ਼ਰਾਬ ਪੀਣੀ ਚਾਹੀਦੀ ਹੈ ਜ਼ਰੂਰ। ਕਹਿੰਦੇ ਬਹੁਤੀ ਨਹੀਂ, ਥੋੜ੍ਹੀ ਜਿਹੀ ਤਾਂ ਪੀਣੀ ਚਾਹੀਦੀ ਹੈ। ਉਸ ਹਿਸਾਬ ਨਾਲ ਉਹਨੂੰ ਗੱਲ ਨੂੰ ਉਹ ਫਿਰ ਉਹ ਦੁਬਾਰਾ ਉਹਨੂੰ ਜਿਸ ਤਰ੍ਹਾਂ ਤਸਦੀਕ ਕਰਵਾਈਦਾ। ਕਹਿੰਦੇ ਮਤਲਬ ਜੇ ਦਵਾਈ ਦੀ ਤਰ੍ਹਾਂ ਤਾਂ ਆਪਾਂ ਲੈ ਹੀ ਸਕਦੇ ਹਾਂ ਨਾ, ਇਸ ਤਰੀਕੇ ਨਾਲ ਤਾਂ ਲੈ ਹੀ ਸਕਦੇ ਹਾਂ ਨਾ। ਹੁਣ ਕਿਉਂਕਿ ਉਹਦੇ ਜਦੋਂ ਉਹ ਬਾਕੀ ਉਹਨੇ ਸਾਰੀਆਂ ਚੀਜ਼ਾਂ ਸੁਣ ਲਈਆਂ, ਪਰ ਜਦੋਂ ਉਹਦੇ ਵਿੱਚ ਇਹ ਗੱਲ ਆਈ ਕਿ ਸ਼ਰਾਬ ਨਹੀਂ ਪੀਣੀ, ਛੱਡਣੀ ਆ, ਅਤੇ ਉਹਨੂੰ ਉਹ ਚੀਜ਼ ਅੱਛੀ ਨਹੀਂ ਲੱਗੀ। ਹੁਣ ਉਹਦੇ ਤੋਂ ਉਹਦਾ ਵਿਚਾਰ ਚੱਲੀ ਜਾ ਰਿਹਾ ਕਿ ਨਹੀਂ, ਇਹ ਗੱਲ ਤਾਂ ਹੋ ਨਹੀਂ ਸਕਦੀ, ਇਹਦੇ ਵਾਸਤੇ ਹੁਣ ਕੋਈ ਨਾ ਕੋਈ ਰਾਹ ਲੱਭਣਾ ਵਾ, ਜਿੱਧਰੋਂ ਮਰਜ਼ੀ ਲੱਭ ਜਾਵੇ। ਇਸੇ ਤਰ੍ਹਾਂ ਜਿੱਥੇ ਸਾਡੇ ਉਹ ਹੰਕਾਰ ਦੀ ਗੱਲ ਆਉਂਦੀ, ਜਿੱਥੇ ਸਾਡੇ ਉਸ ਬੁਰਾਈ ਦੀ ਗੱਲ ਆਉਂਦੀ ਹੈ, ਉੱਥੇ ਫਿਰ ਅਸੀਂ ਰਸਤਾ ਲੱਭਣਾ ਸ਼ੁਰੂ ਕਰਦੇ ਹਾਂ, ਉੱਥੇ ਸਫਾਈਆਂ ਦੇਣੀਆਂ ਸ਼ੁਰੂ ਕਰਦੇ ਹਾਂ। ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਹੋ ਜਾਂਦਾ ਹੈ, ਆਹ ਮੌਕਾ ਆ ਜਾਂਦਾ ਹੈ, ਇੱਦਾਂ ਫਿਰ ਆਹ ਹੋ ਜਾਂਦੀ ਹੈ, ਮਤਲਬ ਕੋਈ ਬਹਾਨਾ ਹੀ ਫਿਰ ਲੱਭ ਲੈਣਾ ਹੈ। ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਕੀ ਕਹਿਣਾ? ਸਾਨੂੰ ਆਜ਼ਾਦੀ ਹੈ, ਫੁੱਲ ਆਜ਼ਾਦੀ ਹੈ, ਸਾਡਾ ਮਤਲਬ ਉਹ ਚੀਜ਼ ਚੁਣਨ ਦੀ ਸਾਨੂੰ ਪੂਰੀ ਹੈ। ਕਰਮ ਕਰਨ ਦੀ ਸਾਨੂੰ ਆਜ਼ਾਦੀ ਹੈ, ਪਰ ਭੁਗਤਣ ਦੀ ਆਜ਼ਾਦੀ ਨਹੀਂ ਹੈਗੀ। ਉੱਥੇ ਕਰਮ ਕਰਨ ਦੀ ਆਜ਼ਾਦੀ ਮਿਲੀ ਹੈ, ਭੁਗਤਣ 'ਚ ਤਾਂ ਫਿਰ ਜੋ ਹੈਗਾ ਉਹ ਹੈਗਾ, ਫਿਰ ਜੋ ਇੱਕ ਨਿਯਮ ਹੈ ਉਹੀ ਹੈ। ਅਤੇ ਸਾਨੂੰ ਸਤਿਗੁਰ ਕਰਮ ਕਰਨਾ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਦਾ ਕਰਮ ਕਰਨਾ ਹੈ, ਕਿੱਦਾਂ ਚੱਲਣਾ ਹੈ, ਜਿਹਦੇ ਨਾਲ ਐਸਾ ਸਾਨੂੰ ਦੁੱਖ ਆਵੇ ਹੀ ਨਾ, ਐਸਾ ਕੋਈ ਸਮਾਂ ਹੀ ਨਾ ਆਵੇ ਕਿ ਜਿੱਥੇ ਸਾਨੂੰ ਇਹ ਫੀਲ ਹੋਵੇ ਕਿ ਹਾਂ ਮੈਂ ਗਲਤੀ ਕੀਤੀ। ਹਾਂਜੀ, ਫਿਰ ਇੱਕ ਵਾਰੀ ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਕਹਿੰਦੇ ਕਿ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਾਂਗੇ ਹਰਖ ਸੋਗ ਤੋਂ, ਕਿ ਇਹ ਨਹੀਂ ਜੇ ਕਿਸੇ ਵੇਲੇ ਮੈਂ ਪਹਿਲਾਂ ਦੱਸਿਆ ਕਿ ਦੋਨੋਂ ਚੀਜ਼ਾਂ 'ਚ ਕੋਈ ਜਾਂ ਤਾਂ ਗਮੀ ਹੋਣੀ ਜਾਂ ਖੁਸ਼ੀ ਹੋਣੀ ਹੈ। ਅਸੀਂ ਗਮੀ ਦੇ ਵਿੱਚ ਵੀ ਸਤਿਗੁਰਾਂ ਨੂੰ ਭੁੱਲਦੇ ਹਾਂ, ਖੁਸ਼ੀ ਵਿੱਚ ਵੀ ਭੁੱਲਦੇ ਹਾਂ। ਜਦੋਂ ਖੁਸ਼ੀ ਹੁੰਦੀ ਹੈ ਉਦੋਂ ਭੰਗੜੇ ਪੈਂਦੇ ਨੇ, ਉਦੋਂ ਵੈਸੇ ਯਾਦ ਨਹੀਂ।
ਜਦੋਂ ਕੋਈ ਦੁੱਖ ਆਉਂਦਾ ਹੈ ਉਦੋਂ ਅਸੀਂ ਦੁੱਖ ਦਾ ਹਾਏ 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 ਮੈਨੂੰ ਆਹ ਦੁੱਖ, ਮੈਨੂੰ ਆਹ ਦੁੱਖ, ਫਿਰ ਵੀ ਉਹ ਭੁੱਲਿਆ ਪਿਆ। ਕਹਿੰਦੇ ਇਹਦੇ ਤੋਂ ਅਲੱਗ ਨਿਆਰਾ ਰਹਿਣਾ ਹੈ, ਫਿਰ ਉਹ ਜਿਹੜੀ ਕਿਰਪਾ ਦਾ ਪਤਾ ਲੱਗੇਗਾ। ਜੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਉਹਨੂੰ ਕਰ ਰਹੇ ਹਾਂ ਤਾਂ ਫਿਰ ਸਾਨੂੰ ਗੁਰੂ ਦੀ ਕਿਰਪਾ ਦਾ ਤਾਂ ਪਤਾ ਹੀ ਨਹੀਂ ਲੱਗਣਾ ਕਿ ਸਤਿਗੁਰੂ ਦੀ ਕਿਰਪਾ ਕਹਿੰਦੇ ਕਿਹਨੂੰ ਆ। ਸਾਨੂੰ ਜਿੰਨੀ ਜਿੰਨੀ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਜਿੰਨਾ ਜਿੰਨਾ ਸਾਨੂੰ ਗਿਆਨ ਮਿਲ ਗਿਆ ਉਨੇ ਉਨੇ ਅਸੀਂ ਦੁਖੀ ਹੋ ਗਏ ਜ਼ਿਆਦਾ। ਕਈ ਬੱਚੇ ਨੇ ਬੜੀ ਜਲਦੀ, ਉਹ ਵਿਚਾਰੇ ਉਹਨਾਂ ਨੂੰ ਕੁਛ ਨਹੀਂ ਪਤਾ, ਉਹਨਾਂ ਨੇ ਕੋਈ ਕਿਸੇ ਚੀਜ਼ ਦੀ ਕੋਈ ਸਟੱਡੀ ਨਹੀਂ, ਉਹਨੂੰ ਜੋ ਕਹਿ ਦਿਓ, ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਹੈ ਨਾ ਉਹ ਮੰਨ ਲੈਂਦਾ ਠੀਕ ਹੈ, ਉਹ ਸੁਖੀ ਹੈ। ਜਿੰਨੇ ਜਿੰਨੇ ਅਸੀਂ ਜ਼ਿਆਦਾ ਗਿਆਨੀ ਹੋ ਗਏ ਉਨੇ ਉਨੇ ਦੁਖੀ, ਕਿਉਂ ਸਾਨੂੰ ਪਤਾ ਲੱਗ ਗਿਆ ਇਸ ਚੀਜ਼ ਨਾਲ ਸੁੱਖ ਮਿਲੇਗਾ, ਇਸ ਚੀਜ਼ ਨਾਲ ਆਹ ਹੋਏਗਾ। ਇੱਕ ਪੁਰਾਣੇ ਲੋਕ ਨੇ ਪਿੱਛੇ ਜਿਸ ਤਰ੍ਹਾਂ ਬੱਚੇ ਉਹਨਾਂ ਨੂੰ ਵੱਡੇ ਕਹਿੰਦੇ ਨੇ ਕਿ ਆਹ ਚੀਜ਼ ਖਾਓ, ਆਹ ਚੀਜ਼ ਖਾਓ, ਇੱਦਾਂ ਠੀਕ ਹੈ। ਹੁਣ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਗਈਆਂ। ਬੜੇ ਲੋਕ ਨੇ ਜਿਹੜੇ ਆਪਣਾ ਖਾਣਾ ਪੀਣਾ ਹੀ ਉਹ ਬਸ ਉਹ ਆਪਣਿਆਂ 'ਤੇ ਨਹੀਂ, ਉਹਨਾਂ 'ਤੇ ਵੱਡਿਆਂ 'ਤੇ ਜਾਂ ਸਾਡਾ ਜੋ ਕਲਚਰ ਹੈ ਉਹਦੇ ਉੱਤੇ ਵਿਸ਼ਵਾਸ ਨਹੀਂ ਹੈ। ਉਹ ਦੇਖਦੇ ਨੇ ਕਿ ਨਹੀਂ ਆਹ ਖਾਣੀ ਚੀਜ਼ ਚੰਗੀ ਹੈ, ਉਹ ਬਸ 24 ਘੰਟੇ ਉਹਦੇ ਉੱਤੇ ਹੀ ਹਰ ਇੱਕ ਚੀਜ਼ ਖਾਣ ਲੱਗਿਆਂ ਪੀਣ ਲੱਗਿਆਂ ਪਹਿਲਾਂ ਨੈੱਟ ਖੋਲ੍ਹਦੇ ਨੇ, ਫਿਰ ਦੇਖਦੇ ਨੇ ਕਿ ਆਪਾਂ ਕੀ ਕਰਨਾ ਹੈ। ਅੱਜ ਉੱਥੇ ਕੋਈ ਚੀਜ਼ ਮੈਂ ਆਪ ਕਈ ਵਾਰੀ ਦੇਖਿਆ, ਅੱਜ ਤੋਂ ਥੋੜ੍ਹੇ ਜਿਹੇ 5-7 ਸਾਲ ਪਿੱਛੇ ਚੱਲ ਜਾਈਏ, ਇਹ ਗੱਲ ਬੜੀ ਚੱਲੀ ਸੀ ਕਿ ਦੁੱਧ ਜਿਹੜਾ ਨਹੀਂ ਪੀਣਾ ਚਾਹੀਦਾ, ਸਪਰੇਟਾ ਦੁੱਧ ਪੀਣਾ ਚਾਹੀਦਾ, ਸਪਰੇਟਾ ਦੁੱਧ ਵਧੀਆ ਹੁੰਦਾ। ਕਰੀਮ ਕੱਢੀ ਹੋਵੇ ਦੁੱਧ ਦੀ, ਦਿੱਲੀ ਵਰਗੇ ਸ਼ਹਿਰਾਂ 'ਚ ਤੋਂ ਮਿਲਦਾ ਵੀ ਆ ਟੋਨ ਵਾਲਾ, ਕਿਹੜਾ ਕਹਿੰਦੇ ਨੇ ਅਲੱਗ ਅਲੱਗ, ਉਹਦੇ ਵਿੱਚ ਘਿਓ ਦੀ ਜਿਹੜੀ ਗੱਲ ਆ ਗਈ ਕਿ ਘਿਓ ਦੇਸੀ ਨਹੀਂ ਖਾਣਾ ਚਾਹੀਦਾ, ਰਿਫਾਇੰਡ ਤੇਲ ਜਿਹੜੇ ਆ ਗਏ, ਕਿੰਨੇ ਤਰ੍ਹਾਂ ਦੇ ਬ੍ਰਾਂਡ ਆ ਗਏ, ਅਲੱਗ ਅਲੱਗ ਤਰ੍ਹਾਂ ਦੇ ਤੇਲ। ਪਰ ਕਈ ਮੈਂ ਦੇਖੇ ਕਈ ਐਸੇ ਬਜ਼ੁਰਗ ਵੀ ਜਿਨ੍ਹਾਂ ਨੇ ਆਪਣੀ ਉਹ ਚੀਜ਼ 'ਤੇ ਕੀਤੀ ਸੀ, ਉਹਨਾਂ ਨੇ ਨਹੀਂ ਵਿਸ਼ਵਾਸ, ਉਹਨਾਂ ਨੂੰ ਤਾਂ ਇਹੋ ਸੀ, ਉਹਨਾਂ ਨੂੰ ਤਾਂ ਘਿਓ ਚਾਹੀਦਾ ਹੀ ਚਾਹੀਦਾ, ਉਹਨਾਂ ਨੇ ਘਿਓ ਨਾਲ ਹੀ ਰੋਟੀ ਖਾਣੀ ਹੈ। ਉਹ ਚੰਗੇ ਭਲੇ ਜਿਹੜੇ ਆ ਦੂਜੇ ਸੀ ਉਹ ਜਿਸ ਤਰ੍ਹਾਂ ਠੀਕ ਹੈ ਜੀ ਨਹੀਂ ਜੀ ਆਹ ਚੀਜ਼ ਵਧੀਆ, ਉਹ ਆਪਣਾ ਅਸਲੀ ਚੀਜ਼ ਨੂੰ ਛੱਡ ਕੇ ਉਹ ਉਹਨਾਂ ਦੀ ਉਹ 'ਤੇ ਚੱਲ ਪਏ। ਅਤੇ ਹੁਣ ਅੱਜ ਵੇਖਦਿਆਂ ਵੇਖਦਿਆਂ 5-7 ਸਾਲਾਂ 'ਚ ਹੀ ਫਿਰ ਚੱਲਣ ਬਦਲ ਗਿਆ। ਜਿਹੜੇ ਚਾਰੇ ਪਾਸੇ ਆਉਂਦਾ ਸੀ ਕਿ ਸਪਰੇਟਾ ਦੁੱਧ, ਉਹ ਕਹਿੰਦੇ ਨਹੀਂ ਹੁਣ ਨਹੀਂ, ਦੁੱਧ 'ਤੇ ਬਈ ਉਹੀ ਪੀਣਾ ਚਾਹੀਦਾ। ਘਿਓ ਜਿਹੜਾ ਕਹਿੰਦੇ ਸੀ ਕਿ ਦੇਸੀ ਘਿਓ ਬਹੁਤ ਮਾੜਾ ਹੈ, ਹੁਣ ਡਾਕਟਰ ਵੀ ਕਹਿਣ ਲੱਗ ਪਏ ਨਹੀਂ ਦੇਸੀ ਘਿਓ ਚੰਗਾ ਹੈ, ਉਹ ਖਾਣਾ ਚਾਹੀਦਾ। ਜਿੰਨੀਆਂ ਚੀਜ਼ਾਂ ਸੀ ਉਹ ਫਿਰ ਉਹ ਚੀਜ਼ਾਂ ਚੱਲ ਪਈਆਂ ਮੁੜ ਕੇ ਕਿਸੇ। ਅਤੇ ਠੀਕ ਹੈ, ਉਸ ਚੀਜ਼ ਨੂੰ ਅਸੀਂ ਦੇਖੀਏ, ਸਤਿਗੁਰੂ ਨੇ ਫਰਮਾਉਣਾ ਕਿ ਚੱਲ ਕੀ ਕਹਿੰਦੇ, ਚੱਲ ਬਾਬਾ ਕਿ ਘਾਹ ਨੂੰ ਪਿਓ ਦੋਦੇ ਵਾਲੇ ਰਾਹ ਨੂੰ, ਕਿ ਜੋ ਸਾਡੇ ਸਤਿਗੁਰਾਂ ਦਾ ਮਾਰਗ ਹੈ ਅਸੀਂ ਕਿਸ ਹਿਸਾਬ ਨਾਲ ਉਹਨਾਂ ਨੂੰ ਮੰਨਦੇ ਹਾਂ। ਇਕੱਲਾ ਇਹ ਨਹੀਂ ਹੈ ਕਿ ਮੈਂ ਕਈ ਵਾਰੀ ਕਿਹਾ ਕਿ ਗੁਰੂ ਕਹਿਣ ਦਾ ਉਹਨੂੰ ਹੀ ਹੱਕ ਹੈ ਜਿਹੜਾ ਉਸ ਗੁਰੂ ਦੇ ਬਚਨਾਂ 'ਤੇ ਚੱਲ ਰਿਹਾ ਹੈ। ਜੇ ਉਹਨਾਂ ਦੇ ਬਚਨਾਂ 'ਤੇ ਚੱਲ ਨਹੀਂ ਰਿਹਾ ਤਾਂ ਅਸੀਂ ਉਹਨਾਂ ਦੇ ਸੇਵਕ ਨਹੀਂ ਹੈਗੇ। ਕਿਸੇ ਵੀ ਨੂੰ ਵੀ ਲੈ ਲਈਏ, ਅਸੀਂ ਪਹਿਲਾਂ ਉਹਨਾਂ ਨੂੰ ਖੋਜ ਕਰੀਏ ਕਿ ਉਹਨਾਂ ਦੇ ਵਚਨ ਹੈ ਕੀ ਨੇ। ਹਾਂ, ਕਿਸੇ 'ਤੇ ਵੀ ਅਸੀਂ ਮੰਨ ਲਈਏ ਫਾਇਦਾ ਹੋਏਗਾ, ਐਸੀ ਕੋਈ ਗੱਲ ਨਹੀਂ ਹੈਗੀ। ਗੁਰੂ ਮਹਾਰਾਜ ਨੇ ਫਰਮਾਇਆ ਕਿ ਬਈ ਉਹ ਕਹਿੰਦਾ ਮੈਂ ਫਲਾਣੇ ਨੂੰ ਮੰਨਦਾ, ਉਹ ਕਹਿੰਦਾ ਗੁਰੂ ਮਹਾਰਾਜ ਇਹ ਤਾਂ ਸਾਨੂੰ ਉਹ ਕੋਈ ਬਾਹਰੋਂ ਭੀੜਾਂ ਇਕੱਠੀਆਂ ਕਰਨ ਨਹੀਂ ਆਏ, ਉਹਨਾਂ ਨੇ ਸਾਡੇ ਕੋਲ ਲੈਣਾ ਕੀ ਹੈ। ਉਹ ਤਾਂ ਕਹਿੰਦੇ ਨੇ ਕਿ ਤੂੰ ਸੁਖੀ ਹੋ, ਜਿੱਥੋਂ ਵੀ ਤੈਨੂੰ ਸੁੱਖ ਮਿਲਦਾ ਤੂੰ ਲੈ ਲਾ, ਜਿੱਦਾਂ ਵੀ ਮਿਲਦਾ ਤੂੰ ਲੈ, ਤੂੰ ਸੁਖੀ ਹੋ ਜਾ ਕਿਤੋਂ ਵੀ। ਪਰ ਜਦੋਂ ਅਸੀਂ ਸਾਡੇ 'ਚ ਉਹ ਚੀਜ਼ ਨਹੀਂ ਹੁੰਦੀ, ਅਸੀਂ ਉਹ ਚੀਜ਼ਾਂ ਨੂੰ ਛੱਡਣਾ ਹੀ ਨਹੀਂ, ਜਿਹੜੀਆਂ ਉਹ ਕਹਿੰਦੇ ਨੇ ਛੱਡਣ ਵਾਸਤੇ, ਅਤੇ ਫਿਰ ਸੁਖੀ ਕਿੱਦਾਂ ਹੋਵਾਂਗੇ। ਤੈਨੂੰ ਫਰਮਾਇਆ ਕਿ ਇਹਨਾਂ ਹਰ ਇੱਕ ਸੋਗ ਤੋਂ ਇਹ ਤੋਂ ਨਿਆਰੇ ਰਹੀਏ। ਇਹ ਕੀ ਹੈ, ਇਹ ਕੁਛ ਨਹੀਂ ਹੈਗਾ। ਜਿਸ ਤਰ੍ਹਾਂ ਮੌਸਮ ਬਦਲਦਾ ਹੈ, ਹੁਣ ਠੰਡ ਆਈ ਹੈ, ਠੰਡ ਨਹੀਂ ਰਹਿਣੀ, ਫਿਰ ਗਰਮੀ ਵੀ ਆ ਜਾਣੀ ਹੈ, ਕਦੀ ਧੁੱਪ ਆ ਜਾਣੀ ਹੈ, ਕਦੀ ਛਾਂ ਆ ਜਾਣੀ, ਇਹ ਤਾਂ ਆਪਣੇ ਆਪ ਹੀ ਚੱਲੀ ਜਾਣਾ। ਇਹਨਾਂ ਦਾ ਕਾਹਦਾ ਫਿਕਰ, ਅਤੇ ਜੋ ਸੰਸਾਰ ਦਾ ਨਿਯਮ ਬਣਿਆ ਉਹ ਚੱਲਣਾ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਜਿੰਨਾ ਮਰਜ਼ੀ ਉਹ, ਇਸ ਤਰ੍ਹਾਂ ਕੋਈ ਗੁਰਦਾਸ ਮਾਨ ਦਾ ਗਾਣਾ ਹੈਗਾ ਹੈ ਕਿ ਉਹ ਕਹਿੰਦੇ ਕਿ ਚਾਹੇ ਜਿੰਨੀਆਂ ਮਰਜ਼ੀ, ਕਹਿੰਦਾ ਇਸ ਤਨ ਨੇ ਮੁੱਕ ਜਾਣਾ, ਜਿੰਨੀ ਮਰਜ਼ੀ ਮਾਲਸ਼ਾਂ ਕਰੀਏ, ਇਸ ਤਰ੍ਹਾਂ ਕੁਛ ਹੈਗਾ। ਉਹ ਕਹਿੰਦਾ ਜਿੰਨਾ ਮਰਜ਼ੀ ਇਹਨੂੰ ਸਾਂਭੋ, ਇਹਨੇ ਤਾਂ ਨਿਕਲ ਹੀ ਜਾਣਾ ਟਾਈਮ। ਜੇ ਅਸੀਂ ਕਹੀਏ ਕਿ ਨਹੀਂ ਅਸੀਂ ਇੱਕੋ ਜਿਹਾ ਬਣਿਆ ਰਹੇ, ਇੱਕੋ ਜਿਹਾ ਬਣਿਆ ਰਹੇ, ਉਹ ਨਹੀਂ ਗੱਲ ਬਣਨੀ, ਕਿਉਂਕਿ ਇਸ ਜਿਸ ਦੇਸ਼ 'ਚ ਅਸੀਂ ਬੈਠੇ ਹਾਂ ਇਹਦੇ 'ਚੋਂ ਬਦਲਦਾ ਰਹਿੰਦਾ ਕੁਛ ਨਾ ਕੁਛ। ਜਿਹੜੀ ਚੀਜ਼ ਨਹੀਂ ਬਦਲਣ ਵਾਲੀ ਉਹਨੂੰ ਅਸੀਂ ਫੜਦੇ ਨਹੀਂ, ਉਹ ਇੱਕੋ ਹੀ ਹੈ। ਉਹਨੂੰ ਪਰਮਾਤਮਾ ਕਹਿ ਦਈਏ, ਗੋਡ ਕਹਿ ਦਈਏ, ਵਾਹਿਗੁਰੂ ਕਹਿ ਦਈਏ, ਰਾਧਾ ਸਵਾਮੀ ਕਹਿ ਦਈਏ, ਅੱਲਾ ਕਹਿ ਦਈਏ, ਜੋ ਮਰਜ਼ੀ ਕਹਿ ਦਈਏ, ਉਹ ਇੱਕੋ ਹੀ ਤਾਕਤ ਦੇ ਸਾਰੇ ਨਾਮ ਨੇ, ਅਲੱਗ ਅਲੱਗ ਪਿਆਰੇ ਨਾਮ ਰੱਖੇ ਨੇ, ਟਾਈਮ ਵੱਖਰੇ ਵੱਖਰਾ। ਕਿਸੇ ਨੂੰ ਫੜ ਲਈਏ, ਕਿਸੇ ਨੂੰ ਫੜ ਲਈਏ, ਜੇ ਉਹਨਾਂ ਨੂੰ ਸਮਝ ਕੇ ਉਹਨੂੰ ਫੜ ਲਵਾਂਗੇ ਤਾਂ ਫਿਰ ਅਸੀਂ ਨਿਆਰੇ, ਫਿਰ ਨਹੀਂ ਕੋਈ ਚੀਜ਼ ਦਾ ਦੁੱਖ ਹੋਏਗਾ ਸਾਨੂੰ। ਹਾਂਜੀ। ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ,
ਉਸਤਤ ਨਿੰਦਾ ਦੋ ਤਿਆਗੇ, ਖੋਜੈ ਪਦ ਨਿਰਵਾਣਾ। ਹੁਣ ਜਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਪਹਿਲਾਂ ਉਹ ਆਈ ਚੀਜ਼ ਕਿ ਮਾਨ ਅਪਮਾਨ ਦੀ, ਜਿਸ ਤਰ੍ਹਾਂ ਅਸੀਂ ਉਹਨੂੰ ਫੜਦੇ ਹਾਂ, ਇਸੇ ਤਰ੍ਹਾਂ ਹੀ ਇਹ ਦੂਸਰੀ ਇੱਕ ਹੋਰ ਵੀ ਹੈਗੀ ਚੀਜ਼। ਇੱਕ ਤਾਂ ਆਪਣੇ ਵਾਸਤੇ ਸਾਨੂੰ ਚਾਹੀਦੀ ਹੁੰਦੀ ਹੈ ਚੀਜ਼, ਇੱਕ ਅਸੀਂ ਦੂਜਿਆਂ ਨੂੰ ਵੀ ਦਿੰਦੇ ਹਾਂ। ਇਹ ਵੀ ਇੱਕ ਬੜਾ ਵੱਡਾ ਬੰਧਨ ਹੈ। ਫਿਰ ਨਿੰਦਿਆ ਉਸਤਤ, ਇੱਕ ਤਾਂ ਆਪਣੇ ਵਾਸਤੇ ਆ ਗਿਆ ਨਾ ਕਿ ਸਾਡਾ ਕੋਈ ਮਾਣ ਕਰੇ, ਕੋਈ ਇਸ ਤਰ੍ਹਾਂ ਕਰੇ ਤਾਂ ਸਾਨੂੰ ਬੜਾ ਸੁੱਖ ਹੁੰਦਾ ਹੈ, ਇੱਕ ਅਪਮਾਨ ਕਰੇ ਤਾਂ ਬੜਾ ਦੁੱਖ ਹੁੰਦਾ ਹੈ। ਇੱਕ ਅਸੀਂ ਇਹਦੇ 'ਚ ਵੀ ਹੁੰਦਾ ਹੈ ਕਿ ਇੱਕ ਦੂਸਰੇ ਪਾਸੋਂ ਵੀ ਲੈਣਾ ਚਾਹੁੰਦੇ ਹਾਂ ਕਿ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਦੀ ਉਸਤਤ ਕਰਦੇ ਹਾਂ। ਦੂਸਰੇ ਬੰਨਿਓ ਵੀ ਰੱਖਦੇ ਹਾਂ ਕਿ ਸ਼ਾਇਦ ਇੱਥੇ ਬੜੀ ਚਾਪਲੂਸੀ ਕਰਾਂਗੇ ਤਾਂ ਇੱਥੋਂ ਪਤਾ ਨਹੀਂ ਕੀ ਮਿਲ ਜਾਣਾ ਸਾਨੂੰ। ਸਤਿਗੁਰਾਂ ਦੇ ਬਚਨਾਂ ਨੂੰ ਛੱਡ ਕੇ ਉਹਨਾਂ ਦੀ ਪਰਵਾਹ ਨਹੀਂ ਕਰਾਂਗੇ ਬਿਲਕੁਲ ਹੀ, ਤੇ ਦੋਨਾਂ ਚੀਜ਼ਾਂ 'ਚ ਪੈ ਜਾਂਦੇ ਹਾਂ, ਕਿਸੇ ਦੀ ਨਿੰਦਿਆ ਤੇ ਕਿਸੇ ਦੀ ਉਸਤਤ। ਕਹਿੰਦੇ ਕਿ ਇਹਨੂੰ ਵੀ ਛੱਡ ਦਈਏ। ਇੱਕ ਤਾਂ ਆਪਣੇ 'ਚੋਂ ਤਾਂ ਨਿਕਲਣਾ ਹੀ ਨਿਕਲਣਾ, ਆਪਣੀ ਨਿੰਦਿਆ ਉਸਤਤ ਤੋਂ, ਕਿ ਕੋਈ ਕਰਦਾ ਹੈ ਜੋ ਕਹਿੰਦੇ, ਜੋ ਕਹਿੰਦੀ ਹੈ ਦੁਨੀਆ ਕਹਿੰਦੀ ਰਹੇ। ਸਾਨੂੰ ਦਿਆਂ ਗੁਰਾਂ ਦੀ, ਜੇ ਸਾਨੂੰ ਸਤਿਗੁਰ ਸਾਡੇ ਵੱਲ ਨੇ, ਅਸੀਂ ਦੁਨੀਆ ਤੋਂ ਕੀ ਲੈਣਾ, ਕੋਈ ਚੰਗਾ ਕੋਈ ਮਾੜਾ ਕਵੇ। ਕਹਿੰਦੇ ਰਾਣੀ ਭਰਵਾਣੀ ਜੋ ਖਸਮੇ ਭਾਣੀ, ਜਿਹੜੀ ਖਸਮ ਨੂੰ ਭਾ ਗਈ, ਉਹ ਭਾਵੇਂ ਕਾਲੀ ਹੈ, ਭਾਵੇਂ ਕਲੋਟੀ ਹੈ, ਭਾਵੇਂ ਉਹ ਮੰਗਤੀ ਹੈ, ਕੁਛ ਵੀ ਹੈ, ਉਹ ਭਾ ਗਈ, ਉਹ ਰਾਣੀ ਬਣ ਗਈ। ਉਹਨੂੰ ਰਾਜੇ ਨੇ ਵਿਆਹ ਲਿਆ, ਉਹ ਰਾਣੀ ਹੈ। ਜਿਹੜੀ ਖਸਮ ਨੂੰ ਭਾ ਗਈ, ਤੇ ਖਸਮ ਨੂੰ ਕਿਹੜੀ ਭਾਏਗੀ, ਜਿਹੜੀ ਉਹਦੇ ਵਿੱਚ ਰਹੇਗੀ। ਅਸੀਂ ਦੂਜਿਆਂ ਦੇ ਲੈਣਾ ਕੀ ਕਿਸੇ ਨੂੰ ਕੋਈ ਕਰਕੇ। ਉਹਨੇ ਕਿਹਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਪਰ ਅਸੀਂ ਉਸ ਚੀਜ਼ ਦੀ ਪਰਵਾਹ ਨਹੀਂ, ਸਾਨੂੰ ਤੇ ਉਹਦੀ ਪਰਵਾਹ ਨਹੀਂ ਕਿ ਗੁਰੂ, ਅਸੀਂ ਤਾਂ ਕਹਿੰਦੇ ਗੁਰੂ ਰੁੱਸਦਾ ਤਾਂ ਰੁੱਸਦਾ, ਗੁਰੂ ਕੋਲ ਅਸੀਂ ਲੈਣਾ ਕੀ ਹੈ, ਗੁਰੂ ਨੇ ਸਾਨੂੰ ਦਿੱਤਾ ਕੀ ਹੈ। ਗੁਰੂ ਤੇ ਸਾਨੂੰ ਹਰ ਵੇਲੇ ਕੋਈ ਨਾ ਕੋਈ, ਜਿਸ ਤਰ੍ਹਾਂ ਕੋਈ ਨਾ ਕੋਈ ਐਸੇ ਚੀਜ਼ਾਂ ਹੀ ਕਰਦਾ ਰਹਿੰਦਾ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ। ਅਸੀਂ ਤਾਂ ਦੂਜੀਆਂ ਚੀਜ਼ਾਂ 'ਚ ਸੁੱਖ ਲੈਂਦੇ ਹਾਂ, ਪਰ ਉਹਦੇ ਵਿੱਚ ਕੁਛ ਨਹੀਂ। ਜੇ ਅਸੀਂ ਉਸ ਕਹਿੰਦੇ ਆ ਕਿ ਉਹ ਨਿਰਵਾਣ ਪਦ, ਜਿੱਥੇ ਕੋਈ ਵਾਸਨਾ ਨਹੀਂ, ਜਿੱਥੇ ਕੋਈ ਵੀ ਚਾਹਤ ਨਹੀਂ ਰਹਿਣੀ, ਹਰ ਚੀਜ਼ ਦੀ ਉੱਥੇ ਖੁਸ਼ੀ ਖੁਸ਼ੀ ਹੈ। ਕਿਉਂਕਿ ਆਸਾ ਤ੍ਰਿਸ਼ਨਾ ਨੇ ਸਾਨੂੰ ਦੁਖੀ ਕੀਤਾ ਪਿਆ। ਜਿੱਥੇ ਕੋਈ ਹੈ ਨਹੀਂ, ਜੋ ਉਸ ਨਿਰਵਾਣ ਪਦ ਨੂੰ ਪਾਉਣਾ ਚਾਹੁੰਦੇ ਆ, ਤੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਵੀ ਛੱਡ ਦਈਏ, ਆਪਣੀ ਵੀ ਛੱਡ ਦਈਏ। ਉਹਨਾਂ ਨੇ ਕਿਹਾ ਨਾ ਕੋਈ ਬੈਰੀ ਨਾ ਕੋਈ ਬੇਗਾਨਾ, ਸਗਲ ਸੰਗ ਹਮਰੀ ਬਨ ਆਈ। ਸਾਰੇ ਹੀ, ਨਾ ਮਿੱਤਰ ਨਾ ਦੁਸ਼ਮਣ। ਮੈਂ ਕਿਹਾ ਨਾ ਕੋਈ ਵੈਰੀ ਨਾ ਕੋਈ ਬੇਗਾਨਾ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਨਾ ਕਿਸੇ ਨਾਲ ਜੇ ਵੈਰ ਨਹੀਂ ਹੈ ਤਾਂ ਦੋਸਤੀ ਵੀ ਨਹੀਂ ਹੈਗੀ, ਤੇ ਜੇ ਦੋਸਤੀ ਨਹੀਂ ਹੈਗੀ ਤਾਂ ਵੈਰ ਵੀ ਨਹੀਂ ਹੈਗਾ। ਪਰ ਸਾਡੇ ਮੁਤਾਬਕ ਇਹੋ ਹੀ ਹੁੰਦਾ ਹੈ ਕਿ ਜਾਂ ਤਾਂ ਸਾਡੀ ਦੋਸਤੀ ਹੈ ਕਿਤੇ, ਤੇ ਜਾਂ ਸਾਡਾ ਵੈਰ ਹੈ। ਅਸੀਂ ਦੇਖੀਏ ਨਜ਼ਰ ਮਾਰ ਕੇ, ਜਿਹਦੇ ਨਾਲ ਸਾਡੀ ਬਣਦੀ ਉਹਦੇ ਨਾਲ ਦੋਸਤੀ ਹੈ, ਜਿਹਦੇ ਨਾਲ ਨਹੀਂ ਬਣਦੀ ਉਹਦੇ ਨਾਲ ਵੈਰ ਆ। ਫਿਰ ਉਹਨੂੰ ਉਹਦੀਆਂ ਕਿਸੇ ਨਾ ਕਿਸੇ ਤਰ੍ਹਾਂ ਦੀ ਲੱਭਦੇ ਰਹਿੰਦੇ, ਕੋਈ ਨਾ ਕੋਈ ਪੁਆਇੰਟ ਇਹੋ ਜਿਹੇ ਕਿ ਜਿਹਦੇ ਨਾਲ ਉਹਨੂੰ ਗਰਾਈਏ, ਜਿਹਦੇ ਨਾਲ ਉਹਦੀ ਨਿੰਦਾ ਕਰੀਏ, ਕੁਛ ਨਾ ਕੁਛ ਉਹਨੂੰ ਡਾਊਨ ਕਰੀਏ। ਅਤੇ ਜਿਹਦੇ ਨਾਲ ਸਾਡੀ ਬਣਦੀ ਉਹਦੇ 'ਚ ਲੱਖ ਔਗਣ ਹੋਵੇ, ਉਹਨੂੰ ਫਿਰ ਕੋਈ ਨਾ ਕੋਈ ਛੱਡ ਕੇ ਉਹਨਾਂ ਨੂੰ ਉਹਦੀ ਬਸ ਉਹਨੂੰ ਕਰੀ ਜਾਣੀ, ਉਹ ਆਹ ਚੀਜ਼ ਉਹ ਚੀਜ਼। ਇਹ ਦੋਵੇਂ ਚੀਜ਼ਾਂ ਸਾਡੀਆਂ ਟਾਈਮ ਹਰਜ ਕਰਦੀਆਂ, ਰੁਕਾਵਟ। ਮਿਲਣਾ ਕਿਸੇ 'ਚੋਂ ਵੀ ਕੁਛ ਨਹੀਂ ਹੈਗਾ। ਇਸ ਕਰਕੇ ਫਰਮਾਇਆ ਕਿ ਨਿੰਦਿਆ ਉਸਤਤ ਦੋ ਤਿਆਗੋ, ਇਹਨਾਂ ਨੂੰ ਤਿਆਗ, ਇਹਨਾਂ ਨੂੰ ਛੱਡ ਦਈਏ। ਇਹਨਾਂ ਨੂੰ ਜੋ ਵੀ ਸਤਿਗੁਰਾਂ ਦੇ ਵਚਨ ਨੇ ਉਹਨਾਂ ਵੱਲ ਅਸੀਂ ਚੱਲਣਾ ਸ਼ੁਰੂ ਕਰੀਏ। ਅਸੀਂ ਕਿਸੇ ਕੋਲ ਕੀ ਲੈਣਾ ਹੈ। ਹਾਂਜੀ। ਉਸਤਤ ਨਿੰਦਾ ਦੋ ਤਿਆਗੇ, ਖੋਜੈ ਪਦ ਨਿਰਵਾਣਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਹੁਣ ਸਭ ਕੁਝ ਦੱਸ ਕੇ ਨਾਲ ਇਹ ਵੀ ਦੱਸ ਦਿੱਤਾ। ਕਹਿੰਦੇ ਕਿ ਇਹ ਹੈ ਕਠਨ ਹੈ, ਕੋਈ ਸੌਖਾ ਕੰਮ ਤੇ ਹੈ ਨਹੀਂ। ਕੋਈ ਗੁਰਮੁਖੀ ਜਿਹੜਾ ਆ ਉੱਤੇ ਚੱਲੇਗਾ, ਕੋਈ ਗੁਰਮੁਖ ਹੀ ਉਹਨੂੰ ਪਾਰ ਕਰੇਗਾ ਰਸਤੇ ਨੂੰ। ਨਹੀਂ ਤੇ ਕੌਣ, ਕੋਈ ਆਪਣਾ ਆਪ। ਸਭ ਤੋਂ ਵੱਡੀਆਂ ਪਿਆਰੀਆਂ ਚੀਜ਼ਾਂ ਤਾਂ ਸਾਨੂੰ ਇਹੋ ਹੀ ਹੈ। ਉਹਨੇ ਕਿਹਾ ਕੰਚਨ ਤਜਨਾ ਸਹਿਜ ਹੈ, ਸਹਿਜ ਤਰੀਆ ਕਾਨੇ।
ਸੋਨਾ ਚਾਂਦੀ ਵੀ ਕਹਿੰਦੇ ਛੱਡਣਾ ਸੌਖਾ ਹੈ। ਔਰ ਬਾਕੀ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਇਸਤਰੀ ਹੋ ਗਈ, ਪੁੱਤਰ ਹੋ ਗਏ, ਸਭ ਕੁਝ ਕਹਿੰਦੇ ਕਿ ਪਿੱਛੇ ਅਸੀਂ ਦੇਖਦੇ ਹੀ ਹਾਂ, ਬੜੇ ਬੜੇ ਰਾਜੇ ਮਹਾਰਾਜੇ ਸੀ, ਸਭ ਕੁਝ ਦੌਲਤਾਂ ਉਹਨਾਂ ਦੇ ਕੋਲ ਸੀ, ਛੱਡ ਦਿੱਤੀਆਂ। ਇੰਨੀ ਇੰਨੀ ਸੈਨਾ ਸੀ, ਰਾਣੀਆਂ ਸੀ, ਸਭ ਕੁਝ ਛੱਡ ਦਿੱਤਾ। ਪਰ ਕੀ ਉਹਨਾਂ ਨੇ ਕਿਹਾ, ਕੰਚਨ ਤਜਨਾ ਸਹਿਜ ਹੈ, ਸਹਿਜ ਤਰੀਆ ਕਾ ਨੇ, ਮਾਣ ਵਡਿਆਈ ਈਰਸ਼ਾ ਦੁਰਲਭ ਤਜਨੀ ਜੇ। ਕਹਿੰਦੇ ਇਹ ਬੜੀ ਔਖੀ ਹੈ। ਬੜੇ ਬੜੇ ਜਿਹੜੇ ਸੀ ਆਪਣਾ ਛੱਡ ਆਏ ਰਾਜ ਪਾੜ, ਪਰ ਜਦੋਂ ਉਹਨਾਂ ਨੂੰ ਮਾਣ ਨਹੀਂ ਮਿਲਿਆ ਤੇ ਫਿਰ ਨਹੀਂ ਬਰਦਾਸ਼ਤ ਹੋਇਆ। ਵਡਿਆਈ ਨਹੀਂ ਮਿਲੀ ਤੇ ਬਸ ਫਿਰ ਕਦ ਵਡਿਆਈ ਵਾਸਤੇ ਅਸੀਂ ਤੇ ਰਸਤਾ ਵੀ ਕੋਈ ਚੁਣਦੇ ਹਾਂ ਤਾਂ ਉਹਨੂੰ ਇਹ ਨਹੀਂ ਕਹਿੰਦੇ ਅਸੀਂ ਗੁਰੂ ਦੇ ਸੇਵਕ, ਅਸੀਂ ਸੇਵਾ ਕਰਨ ਜਾ ਰਹੇ ਹਾਂ, ਪਰ ਇਹ ਕੀ ਚਾਹੁੰਦੇ, ਸੇਵਾ ਦੇ ਵਿੱਚ ਵੀ ਵਡਿਆਈ। ਜੇ ਸਾਨੂੰ ਵਡਿਆਈ ਨਾ ਮਿਲੇ ਤਾਂ ਸਾਨੂੰ ਸੇਵਾ ਮਨਜ਼ੂਰ ਨਹੀਂ ਹੈਗੀ। ਕਿਸ ਤਰ੍ਹਾਂ ਗੱਲ ਬਣੇਗੀ? ਸੇਵਾ ਤੇ ਹੈਗੀ ਸੀ ਮਨ ਨੂੰ ਨੀਵਾਂ ਕਰਨ ਵਾਸਤੇ, ਸੇਵਾ ਦੇ ਵਿੱਚ ਤੇ ਮੈਲ ਲੱਥਣੀ ਸੀ, ਲੇਕਿਨ ਸੇਵਾ ਦੇ ਵਿੱਚ ਅਸੀਂ ਮੈਲ ਚੜਾ ਲਈ। ਸੇਵਾ ਦੇ ਵਿੱਚ ਹੋਰ ਸਗੋਂ ਮਤਲਬ ਚੀਜ਼ਾਂ ਇਕੱਠੀਆਂ ਕਰ ਲਈਆਂ। ਉਹ ਸਤਿਗੁਰ ਦੇ ਚੀਜ਼ਾਂ ਨੂੰ ਛਡਾਉਂਦੇ ਪਏ ਨੇ, ਭਾਰ ਲਾਉਂਦੇ ਪਏ ਨੇ ਸਾਡਾ ਕਿ ਚੱਲ ਆਹ ਵੀ ਲੱਥੇ, ਆਹ ਵੀ ਲੱਥੇ, ਹੌਲਾ ਹੋਵੇ ਤੇ ਇਹ ਆਪਣੇ ਘਰ ਪਹੁੰਚ ਜਾਵੇ। ਪਰ ਇਹਨੂੰ ਭਾਰ ਚੁੱਕਣ ਦੀ ਆਦਤ ਪਈ ਹੈ। ਜਿਸ ਤਰ੍ਹਾਂ ਉਹ ਕਹਿੰਦੇ ਨਾ, ਆਮ ਗੱਲ ਕਹਿੰਦੇ ਆ ਕਿ ਖੋਤਾ ਹੁੰਦਾ ਤੇ ਉਹਦੇ ਉੱਤੇ ਜਦੋਂ ਭਾਰ ਪੂਰਾ ਪਵੇ ਨਾ, ਉਹ ਤੁਰਦਾ ਹੀ ਨਹੀਂ ਹੁੰਦਾ। ਪੂਰਾ ਉੱਤੇ ਭਾਰ ਹੋਵੇ ਜਿੰਨੀ ਉਹਨੂੰ ਚਾਹੀਦੀ, ਫਿਰ ਹੀ ਉਹਨੂੰ ਲੱਗਦਾ ਕਿ ਠੀਕ ਹੈ ਵੀ ਹੁਣ ਕੰਮ। ਸਾਨੂੰ ਭਾਰ ਚੁੱਕਣ ਦੀ ਆਦਤ ਪਈ, ਇਸ ਕਰਕੇ ਇੱਕ ਛੱਡਦੇ ਆ, ਉਹ ਇੱਕ ਲਾਉਂਦੇ ਨੇ, ਦੂਜਾ ਅਸੀਂ ਤਿਆਰ ਕਰ ਲੈਂਦੇ ਕੋਈ ਨਾ ਕੋਈ। ਇਸ ਕਰਕੇ ਹੁੰਦੇ ਨੇ ਕਿ ਹੈ ਤਾਂ ਰਸਤਾ ਔਖਾ, ਕੋਈ ਸੌਖਾ ਨਹੀਂ ਹੈਗਾ। ਜੇ ਚੱਲਣਾ ਹੋਏਗਾ ਤੇ ਫਿਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਚੱਲ ਸਕਦੇ ਆ। ਅਤੇ ਉਹਨਾਂ ਦੀ ਕਿਰਪਾ ਲੈਣ ਵਾਸਤੇ ਕੀ ਅਸੀਂ ਕਰਨਾ ਹੈ ਕਿ ਉਹਨਾਂ ਦੇ ਬਚਨਾਂ ਦੇ ਉੱਤੇ ਚੱਲਣਾ ਹੈ। ਜਿਸ ਤਰ੍ਹਾਂ ਡਾਕਟਰ ਕਿਰਪਾ ਕਰਦਾ ਹੈ ਤਾਂ ਕਿੱਦਾਂ ਕਿਰਪਾ ਕਰਦਾ ਹੈ? ਡਾਕਟਰ ਕੋਈ ਹੋਰ ਕਿਸੇ ਚੀਜ਼ ਨਾਲ ਨਹੀਂ, ਉਹ ਦਵਾਈ ਵੀ ਦਿੰਦਾ ਹੈ, ਨਾਲ ਪਰਹੇਜ਼ ਵੀ ਦੱਸਦਾ ਹੈ। ਦਵਾਈ ਵੀ ਦੇ ਕੇ ਨਾਲ ਪਰਹੇਜ਼ ਵੀ ਦੱਸ ਦਿੰਦਾ ਹੈ ਕਿ ਆਹ ਚੀਜ਼ਾਂ ਨਾਲ ਬਿਮਾਰੀ ਆਈ ਹੈ, ਅੱਗੇ ਵੀ ਇਹਨਾਂ ਚੀਜ਼ਾਂ ਨਾਲ ਹੀ ਆਈ ਹੈ, ਇਹਨਾਂ ਚੀਜ਼ਾਂ ਨੂੰ ਤੂੰ ਛੱਡ ਦੇ, ਇਹਨਾਂ ਨੂੰ ਅਵਾਇਡ ਕਰ, ਆਹ ਚੀਜ਼ਾਂ ਲੈ ਅਤੇ ਬਈ ਤੂੰ ਠੀਕ ਹੋ ਜਾਏਗਾ। ਉਹਦੀ ਇਹੋ ਹੀ ਕਿਰਪਾ ਹੈ, ਹੋਰ ਕੋਈ ਬਾਹਰੋਂ ਨਹੀਂ। ਮੈਂ ਕਈ ਵਾਰੀ ਦੱਸਦਾ ਕਿ ਸਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਜਿਹੜੇ ਖਿਆਲ ਹੋ ਗਏ ਇਸ ਤਰ੍ਹਾਂ ਦੇ, ਅਸੀਂ ਕਈ ਇਤਿਹਾਸ ਕਹਾਣੀਆਂ, ਕਈ ਐਸੇ ਨਾਟਕ ਕਈ ਦੇਖ ਕੇ ਕਿ ਜਿਸ ਤਰ੍ਹਾਂ ਮਨ ਦੇ ਵਿੱਚ ਸਾਡੇ ਐਸੇ ਭਰਮ ਪੈ ਗਏ। ਉਹ ਕਈ ਵਾਰੀ ਹੁੰਦਾ, ਮੈਨੂੰ ਯਾਦ ਹੈ ਕਈ ਵਾਰ ਜਾਈਦਾ ਅਤੇ ਕਈ ਬੱਚੇ ਕਹਿਣਗੇ ਬਾਹਰਲੇ ਤੌਰ ਦੇ ਉੱਤੇ, ਮੈਂ ਅੱਜ ਵੀ ਸਵੇਰੇ ਗੱਲ ਕਰ ਰਹੇ ਸੀਗੇ ਨਾ ਕਿ ਹੁਣ ਇਨਸਾਨ ਨੂੰ ਬਣਾਇਆ ਉਹਨੇ, ਪਰਮਾਤਮਾ ਨੇ, ਉਹਨੇ ਬਣਾ ਦਿੱਤਾ ਜਿੱਦਾਂ ਦਾ। ਹੁਣ ਅਸੀਂ ਹਰ ਇੱਕ ਚੀਜ਼ ਉਹ 'ਤੇ ਸਾਨੂੰ ਤਾਂ ਇੱਦਾਂ ਵੀ, ਹੁਣ ਜਿਸ ਤਰ੍ਹਾਂ ਇੱਕ ਬੰਦਾ ਮੋਟਾ ਹੈ, ਇੱਕ ਪਤਲਾ ਹੈ, ਪਤਲਾ ਜਿਹੜਾ ਮੋਟਾ ਵੀ ਹੋ ਸਕਦਾ, ਮੋਟਾ ਪਤਲਾ ਵੀ ਹੋ ਸਕਦਾ। ਉਹ ਸਾਡੀ ਮਿਹਨਤ 'ਤੇ ਪ੍ਰਾਰਬਧ 'ਤੇ ਜਿਹੜੀ ਹੈਗੀ ਹੈ, ਨਾਲ ਪੁਰਸ਼ਾਰਥ ਕਰੀਏ ਅਸੀਂ। ਉਹਨੇ ਸਾਨੂੰ ਕਰਮ ਦੀ ਤਾਕਤ ਵੀ ਦਿੱਤੀ ਹੈ। ਪਰ ਅਸੀਂ ਹਰ ਇੱਕ ਚੀਜ਼, ਜਿਸ ਤਰ੍ਹਾਂ ਆਮ ਫਿਲਮਾਂ 'ਚ ਦੇਖਦੇ, ਨਾਟਕਾਂ 'ਚ ਦੇਖਦੇ ਹਾਂ, ਕਿਸੇ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਜਿੰਨ ਦੇਖੇ ਜਾਂ ਕੋਈ ਭਗਵਾਨ ਨੂੰ ਇਸ ਰੂਪ 'ਚ ਦਿਖਾਇਆ ਗਿਆ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਘਰ ਚਾਹੀਦਾ, ਉਹਨਾਂ ਨੇ ਕਹਿੰਦੇ ਇਉਂ ਕੀਤਾ ਜਾਂ ਇੱਦਾਂ ਕੀਤਾ, ਘਰ ਬਣ ਗਿਆ। ਕੋਈ ਚੀਜ਼ ਹੈ ਜੀ, ਆਹ ਚੀਜ਼ ਇੱਥੋਂ ਕਰ ਦਿਓ, ਪਰ ਉਹ ਇੱਦਾਂ ਕੀਤਾ ਅਤੇ ਹੋ ਗਿਆ। ਅਤੇ ਕਈ ਬੱਚੇ ਕਹਿ ਵੀ ਦਿੰਦੇ। ਮੈਨੂੰ ਯਾਦ ਹੈ ਕਿ ਕਿਤੇ ਗਏ ਅਤੇ ਉਹ ਕੋਈ ਬੱਚਾ ਸੀ, ਥੋੜ੍ਹਾ ਜਿਹਾ ਹੈਲਦੀ ਸੀ, ਘਰ ਦੇ ਕੋਈ ਮਜ਼ਾਕ ਕਹਿੰਦੇ ਗੁਰੂ ਮਹਾਰਾਜ ਜੀ ਦਇਆ ਕਰੋ, ਹਾਂ ਮੈਨੂੰ ਪਤਲਾ ਕਰ ਦਿਓ, ਬਸ ਛੂੰ ਕਰਕੇ ਪਤਲਾ ਕਰ ਦਿਓ। ਮੈਂ ਕਿਹਾ ਛੂੰ ਕਰਕੇ ਕੋਈ ਪਤਲਾ ਨਹੀਂ ਹੁੰਦਾ। ਅਸੀਂ ਵੀ ਇਹੋ, ਸਾਨੂੰ ਵੀ ਇਹੋ ਹੁਣ ਹੋਏ ਆ ਕਿ ਜਿਹੜਾ ਕੰਮ ਹੋਏ ਛੂੰ ਕਰਕੇ ਹੋ ਜਾਏ ਬਸ। ਗੁਰੂ ਮਹਾਰਾਜ ਜੀ ਤੁਸੀਂ ਛੂੰ ਕਰਕੇ ਕਰ ਦਿਓ ਬਸ, ਕਿਉਂਕਿ ਜੋ ਅਸੀਂ ਸ਼ੁਰੂ ਤੋਂ ਅਸੀਂ ਦੇਖਿਆ ਬਸ ਕੀਤਾ, ਬਸ ਚੀਜ਼ਾਂ ਨੂੰ ਲੈ ਲਿਆ। ਅਸਲੀਅਤ ਨੂੰ ਸਮਝੀ, ਅਸਲੀਅਤ ਜਿਹੜੀ ਹੈ ਉਹ ਕੁਛ ਹੋਰ ਹੈ। ਇਸ ਤਰ੍ਹਾਂ ਕਦੀ ਨਹੀਂ ਹੋਈ। ਜੇ ਅੱਜ ਤੱਕ ਇਸ ਤਰ੍ਹਾਂ ਦੀ ਕਿਰਪਾ ਹੋਈ ਹੁੰਦੀ ਤਾਂ ਪਿੱਛੇ ਕਿਸੇ ਵੀ ਟਾਈਮ ਦੇ ਉੱਤੇ ਦੇਖ ਲਓ, ਕਿਹੜੇ ਟਾਈਮ 'ਤੇ ਇਸ ਤਰ੍ਹਾਂ ਹੋਈ। ਮੈਂ ਕਈ ਵਾਰੀ ਦੱਸਿਆ ਹੈ, ਚਾਹੇ ਦਸਮ ਪਾਤਸ਼ਾਹ ਦੇ ਟਾਈਮ 'ਤੇ ਲੈ ਲਓ, ਉਹਨਾਂ ਨੂੰ ਯੁੱਧ ਕਰਨ ਦੀ ਕੀ ਲੋੜ ਸੀ? ਜੇ ਅਸੀਂ ਉੱਦਾਂ ਹੀ ਕਰੀਏ ਤਾਂ ਛੂੰ ਕਰਕੇ ਸਾਰੇ ਮੁਗਲਾਂ ਦਾ ਖਾਤਮਾ ਨਹੀਂ ਕਰ ਸਕਦੇ। ਕੀ ਉਹਨਾਂ ਨੇ ਸੈਨਾ ਕਿਉਂ ਇੰਨੀ ਭਰਤੀ ਕੀਤੀ, ਕਿਉਂ ਇੰਨੇ ਉਹ ਜਿਹੜੇ ਕੀਤੇ, ਬਸ ਕਰ ਦਿੰਦੇ ਉੱਦਾਂ ਹੀ। ਕਿੰਨੀਆਂ ਜਿਹੜੇ ਨਦੀਆਂ ਸੀ ਵਿੱਚ ਘੋੜਿਆਂ ਦੇ ਸਮੇਤ ਵਿੱਚੋਂ ਨਿਕਲੇ, ਇੰਨਾ ਔਖਾ ਹੋਏ ਅਤੇ ਕੀ ਉੱਦਾਂ ਨਹੀਂ ਸੀ ਉੱਡ ਕੇ ਜਾ ਸਕਦੇ ਉੱਥੋਂ? ਸਭ ਕੁਛ ਮਤਲਬ ਹੋ ਸਕਦਾ ਸੀ ਜੇ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਲਈਏ। ਮੈਂ ਕ੍ਰਿਸ਼ਨ ਜੀ ਹੋਏ, ਰਾਮ ਜੀ ਹੋਏ, ਉਦੋਂ ਵੀ ਕਈ ਵਾਰੀ ਦੱਸਿਆ ਕਿ ਜੇ ਉਹ ਕੀ, ਉਹਨਾਂ ਨੂੰ ਕੀ ਲੋੜ ਸੀ ਇੰਨਾ ਕੁਛ। ਪਰ ਅਸੀਂ ਅਸਲੀ, ਕਿਉਂਕਿ ਸਾਡੀ ਇੱਕ ਆਦਤ ਕਿ ਸਾਡਾ ਖਿਆਲ ਹੀ ਸੌਖੇ ਵਾਲੇ ਬੰਨੇ ਜਲਦੀ ਜਾਂਦਾ ਹੈ।
ਜੇ ਇੱਕ ਡਾਕਟਰ ਸਾਨੂੰ ਦੱਸੇ ਨਾ ਕਿ ਵੀ ਆਹ ਦਵਾਈ ਵੀ ਖਾ ਅਤੇ ਨਾਲ ਇੰਨੀ ਸੈਰ ਵੀ ਕਰ ਅਤੇ ਥੋੜ੍ਹਾ ਪਰਹੇਜ਼ ਕਰ ਅਤੇ ਇੱਦਾਂ, ਫਿਰ ਅਸੀਂ ਦੂਜਾ ਡਾਕਟਰ ਲੱਭਦੇ ਹਾਂ ਕਿ ਜਿਹੜਾ ਨਾ ਦੇ ਪਰਹੇਜ਼ ਦੱਸੇ ਨਾ ਸੈਰ ਦੱਸੇ, ਉੱਦਾਂ ਹੀ ਕਵੇ, ਫਿਰ ਉਹਦੀ ਖੋਜ ਕਰਨ 'ਚ ਲੱਗੇ ਰਹਿੰਦੇ ਹਾਂ। ਉਹਦੇ ਚੱਕਰਾਂ ਦੇ ਵਿੱਚ ਕਈ ਵਾਰੀ ਕੰਮ ਖਰਾਬ ਹੁੰਦਾ ਜ਼ਿਆਦਾ, ਹੋਰ ਕੰਮ ਖਰਾਬ ਹੁੰਦਾ, ਸਮਾਂ ਵੀ ਖਰਾਬ ਹੁੰਦਾ। ਇਸ ਕਰਕੇ ਜੋ ਸਤਿਗੁਰਾਂ ਨੇ ਜੋ ਬਚਨ, ਪਹਿਲਾਂ ਤਾਂ ਵਿਸ਼ਵਾਸ ਹੋਵੇ, ਭਰੋਸਾ ਹੋਵੇ ਕਿ ਜੇ ਅਸੀਂ ਕਹਿੰਦੇ ਹਾਂ, ਗੁਰੂ ਕਹਿੰਦੇ ਹਾਂ, ਮਸਤਕ ਝੁਕਾਉਂਦੇ ਹਾਂ, ਉਹਨਾਂ ਨੂੰ ਕਹਿੰਦੇ, ਤਾਂ ਫਿਰ ਉਹਨਾਂ 'ਤੇ ਵਿਸ਼ਵਾਸ ਹੋਵੇ ਪੂਰਾ ਕਿ ਜੋ ਉਹ ਕਹਿ ਰਹੇ ਨੇ ਉਹ ਸਾਡੇ ਭਲੇ ਵਾਸਤੇ ਆ, ਉਹਦੇ ਉੱਤੇ ਚੱਲਿਆ ਹੀ ਫਾਇਦਾ ਹੋਣਾ ਹੈ। ਆਪਣੇ ਆਪ ਨਾਲ ਨਹੀਂ, ਮਤਲਬ ਕਿ ਆਪਣੇ ਮਰਜ਼ੀ ਦੇ ਨਾਲ ਕਹੀਏ ਕਿ ਠੀਕ ਹੈ ਜੀ ਮੈਨੂੰ ਤਾਂ ਇੱਦਾਂ ਦੱਸੋ ਜੀ, ਇੱਦਾਂ ਹੋ ਜਾਵੇ, ਇੱਦਾਂ ਨਹੀਂ ਹੋਣਾ ਹੈਗਾ। ਅਤੇ ਸਤਿਗੁਰ ਦਇਆ ਕਿਰਪਾ ਕਰਨ, ਜਿਹੜਾ ਸਤਸੰਗ ਦੇ ਵਚਨ ਜਿਹੜੇ ਆਏ ਨੇ, ਮੈਂ ਪਿੱਛੇ ਵੀ ਉਦੋਂ ਵੀ ਬੇਨਤੀ ਕੀਤੀ ਸੀ, ਜਿਹੜੇ ਬੱਚੇ ਗਏ ਸੀ ਨਾਲ ਉਹਨਾਂ ਨੂੰ ਪਤਾ ਹੈ, ਉਦੋਂ ਵੀ ਮੈਂ ਕਿਹਾ ਸੀ ਕਿ ਮੈਂ ਇੱਕ ਆਮ ਕਹਿਣਾ ਹੈ, ਕਿਉਂਕਿ ਇੱਕ ਮਨ ਦੀ ਫਿਤਰਤ ਇੱਦਾਂ ਦੀ ਹੈ ਕਿ ਕੁਝ ਚੀਜ਼ਾਂ ਇਹਦੇ ਅਨੁਕੂਲ ਹੁੰਦੀਆਂ ਨੇ, ਕੁਝ ਅਨੁਕੂਲ ਨਹੀਂ ਹੁੰਦੀਆਂ, ਕੁਝ ਪ੍ਰਤੀਕੂਲ ਹੁੰਦੀਆਂ। ਜਿਸ ਤਰ੍ਹਾਂ ਹੁਣ ਮਾਣ ਵਡਿਆਈ ਇਹ ਸਾਡੇ ਅਨੁਕੂਲ, ਕਿ ਅਸੀਂ ਨਾ ਵੀ ਚਾਹੀਏ ਸਾਨੂੰ ਅੱਛੀ ਲੱਗਦੀ ਹੈ, ਸਾਨੂੰ ਕੋਈ ਸਾਡੀ ਕੋਈ ਬੜੀ ਰਿਸਪੈਕਟ ਕਰੇ, ਸਾਨੂੰ ਬੜਾ ਹੱਥਾਂ ਚੁੱਕੇ, ਸਾਨੂੰ ਅੱਛਾ ਲੱਗਦਾ। ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਜਿਹੜੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਉਹ ਬਦੋ ਬਦੀ ਅਸੀਂ ਮਤਲਬ ਸਾਨੂੰ ਜਿਹੜੀਆਂ ਨੇ ਆ ਜਾਂਦੀਆਂ ਨੇ ਸਾਡੇ ਕੋਲ। ਹੁਣ ਕਈ ਵਾਰੀ ਅਸੀਂ ਚਾਹੁੰਦੇ ਵੀ ਹਾਂ, ਸਾਰੇ ਚਾਹੁੰਦੇ ਹਾਂ ਕਿ ਗੁਰਮਤਿ ਦੇ ਬਚਨ ਸਾਨੂੰ ਯਾਦ ਰਹਿਣ, ਗੁਰਮਤਿ ਦੀ ਕਿਰਪਾ ਸਾਨੂੰ ਪ੍ਰਾਪਤ ਹੋਵੇ, ਪਰ ਨਹੀਂ ਰਹਿੰਦੇ, ਯਾਦ ਨਹੀਂ ਰਹਿੰਦੇ ਹੈਗੇ। ਹੋਰ ਚੀਜ਼ਾਂ ਸਾਨੂੰ ਯਾਦ ਰਹਿੰਦੀਆਂ ਨੇ, ਸਾਰੀਆਂ ਯਾਦ ਰਹਿੰਦੀਆਂ ਨੇ, ਕਿਹਦੇ ਨਾਲ ਕਦੋਂ ਲੜਾਈ ਹੋਈ, ਕਿੰਨੇ ਮੈਨੂੰ ਕਦੋਂ ਮਾੜਾ ਆਖਿਆ, ਕਿੰਨੇ ਕੀ ਆਖਿਆ, ਸਭ ਕੁਝ ਯਾਦ ਹੈ। ਅਤੇ ਜਿਹੜਾ ਥੋੜ੍ਹੇ ਦਿਨ ਪਹਿਲਾਂ ਜੇ ਕੋਈ ਗੁਰਮਤਿ ਦਾ ਕੋਈ ਬਚਨ ਸੁਣਿਆ ਹੋਊਗਾ ਉਹ ਸਾਨੂੰ ਯਾਦ ਨਹੀਂ ਹੋਣਾ। ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਹਾਂ ਕੁਝ ਇਸ ਤਰ੍ਹਾਂ ਦੀ ਹੈਗੀ ਹੈ, ਅਤੇ ਅਸੀਂ ਜਿਸ ਤਰ੍ਹਾਂ ਡਾਇਰੀ ਇੱਕ ਜਾਂ ਕੋਈ ਐਸੀ ਕੋਈ ਕਾਪੀ ਆਪਣੇ ਕੋਲ ਰੱਖੀਏ, ਜਦੋਂ ਵੀ ਕਿਤੇ ਜਾਣ ਦਾ, ਕਿਤੇ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਕਿਸੇ ਐਸੀ ਜਗ੍ਹਾ ਦੇ ਉੱਤੇ, ਪਹਿਲਾਂ ਸੋਚ ਕੇ ਜਾਓ ਕਿ ਮੈਂ ਕੁਛ ਲੈ ਕੇ ਆਉਣਾ। ਕਿਤੇ ਗਏ ਹੋ ਕਿ ਕਿਸੇ ਜੇ ਤੁਸੀਂ ਗੁਰਦੁਆਰੇ ਗਏ ਹੋ, ਕਿਤੇ ਮੰਦਰ ਆਰਤੀ ਹੋ ਰਹੀ ਹੈ ਜਾਂ ਕੋਈ ਸਤਸੰਗ ਦੇ ਵਿੱਚ ਗਏ ਆ, ਅਤੇ ਉੱਥੇ ਸੁਣ ਕੇ ਤਾਂ ਉਹਨੂੰ ਵਿਚਾਰ ਕਰੋ ਕਿ ਕੀ ਇਹਦਾ ਮਤਲਬ ਕੀ ਸੀ। ਅੱਜ ਜਿਹੜੀ ਮੈਂ ਬਾਣੀ ਸੁਣੀ ਹੈ, ਜਿਹੜਾ ਮੈਂ ਵਚਨ ਸੁਣਿਆ ਹੈ, ਕਿਹੜੇ ਸਤਿਗੁਰਾਂ ਦੀ ਬਾਣੀ ਸੀ, ਕੀ ਉਹਦੇ ਵਿੱਚ ਉਹਨਾਂ ਨੇ ਫਰਮਾਇਆ ਕੀ ਹੈ, ਕਾਹਦੇ ਉੱਤੇ ਚੱਲਣ ਨੂੰ, ਕੀ ਛੱਡਣ ਨੂੰ, ਕੀ ਦੱਸਿਆ ਹੈ। ਅਤੇ ਜਿਹੜੀ ਵੀ ਚੀਜ਼ ਉਹਨਾਂ ਨੇ ਕਹੀ ਹੈ, ਉਹ ਜਿਸ ਤਰ੍ਹਾਂ ਕਹਿੰਦੇ ਨਾ ਅਸੀਂ ਸਵੇਰੇ ਬਾਣ ਹੁੰਦਾ ਕਿ ਹੁਕਮਨਾਮਾ ਜੋ ਚੱਲਿਆ ਗਿਆ, ਜਿਹੜਾ ਵੀ ਤੁਹਾਡੇ ਵਾਸਤੇ ਹੁਕਮ ਆਇਆ ਹੈ ਉਹਨੂੰ ਨੋਟ ਕਰ ਲਓ ਉਸ ਵੇਲੇ ਕਿ ਬਈ ਆਹ ਮੈਨੂੰ ਅੱਜ ਹੁਕਮ ਮਿਲਿਆ, ਮੈਂ ਅੱਜ ਤੋਂ ਬਾਅਦ ਇਸ ਹੁਕਮ 'ਤੇ ਚੱਲਣਾ ਹੈ। ਤੁਹਾਨੂੰ ਲਿਖਿਆ ਹੋਏਗਾ, ਕੁਝ ਚਿਰ ਬਾਅਦ ਤੁਸੀਂ ਦੇਖੋਗੇ ਕਿ ਤੁਹਾਨੂੰ ਕਿੰਨੀਆਂ ਐਸੀਆਂ ਤੁਹਾਡੇ ਕੋਲ, ਜਿਸ ਤਰ੍ਹਾਂ ਇੱਕ ਅਨਮੋਲ ਖਜ਼ਾਨਾ ਜਿਹੜਾ ਤੁਹਾਡੇ ਕੋਲ ਹੋਏਗਾ। ਤੁਹਾਨੂੰ ਫਿਰ ਪੂਰੀ ਬਾਣੀ ਸੁਣਨ ਦੀ ਪੂਰਾ ਲੋੜ ਨਹੀਂ, ਤੁਹਾਡੇ ਕੋਲ ਹੀ ਇੰਨਾ ਮਟੀਰੀਅਲ ਇਕੱਠਾ ਹੋ ਜਾਣਾ ਕਿ ਠੀਕ ਹੈ ਵੀ ਆਹ ਮੇਨ ਚੀਜ਼ਾਂ ਨੇ, ਇਹ ਤੋਂ ਸਤਿਗੁਰ ਰੋਕਦੇ ਨੇ, ਇੱਥੇ ਸਾਨੂੰ ਚੱਲਣ ਨੂੰ ਕਹਿੰਦੇ ਨੇ, ਉਹਨੂੰ ਪੜ੍ਹੀਏ ਰੋਜ਼ ਅਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਹੁਣ ਭੁੱਲਣਾ ਜਿਹੜੀ ਹੈ ਇਹ ਹੁਣ ਇਹ ਜੇ ਇਹਦੇ ਵੱਲ ਇੱਦਾਂ ਚੱਲੀ ਜਾਵਾਂਗੇ ਤਾਂ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਯਾਦ ਰਹੇ, ਨਹੀਂ ਰਹਿੰਦਾ, ਕਿਉਂਕਿ ਜਦੋਂ ਸੰਗਤ ਮਿਲਣੀ ਹੈ ਨਾ ਦੂਜੀ, ਨਹੀਂ ਯਾਦ ਰਹਿਣਾ, ਕਿਸੇ ਨੂੰ ਨਹੀਂ ਰਹਿਣਾ ਹੈਗਾ। ਸਤਿਗੁਰਾਂ ਨੇ ਫਰਮਾਇਆ ਕਿ ਐਸੇ ਲੋਕ ਹੁੰਦੇ ਨੇ, ਕਹਿੰਦੇ ਕਿ ਮਾਂ ਦੀ ਕੁਛੜੋਂ ਬੱਚੇ ਨੂੰ ਲਾ ਲੈਂਦੇ ਨੇ, ਗੱਲਾਂ ਹੀ ਇਸ ਤਰ੍ਹਾਂ ਦੀਆਂ ਕਰਦੇ ਨੇ, ਉਸ ਤਰ੍ਹਾਂ ਕਰਦੇ ਨੇ ਕਿ ਬੰਦੇ ਨੂੰ ਲੱਗਦਾ ਕਿ ਨਹੀਂ ਮਾਂ ਤਾਂ ਮੇਰੀ ਕੁਛ ਨਹੀਂ, ਇਹੋ ਹੀ ਮੇਰਾ ਸਕਾ ਹੈ। ਅਤੇ ਉਸ ਚੀਜ਼ ਨੂੰ ਸਮਝਣ ਵਾਸਤੇ ਸਤਿਗੁਰਾਂ ਦੇ ਬਚਨ ਹੀ ਰੱਖੇ ਨੇ, ਉਹਨੂੰ ਨੋਟ ਕਰੀਏ, ਨੋਟ ਕਰਕੇ ਰੋਜ਼ ਸਵੇਰੇ ਜਿਸ ਤਰ੍ਹਾਂ ਉੱਠਦਿਆਂ ਸਾਰੀ ਆਪਣੀ ਡਾਇਰੀ ਕੋਲ ਪਈ ਹੋਵੇ, ਪਹਿਲਾਂ ਉੱਠਦਿਆਂ ਸਾਰੀ ਪਹਿਲਾਂ ਉਹਨੂੰ ਦੇਖੀਏ, ਫਿਰ ਸਤਿਗੁਰਾਂ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਜੀ ਦਇਆ ਕਰਨਾ, ਕਿਰਪਾ ਕਰਨਾ, ਇੱਥੇ ਚੱਲਣ ਦਾ ਬਲ ਵੀ ਬਖਸ਼ਣਾ, ਅਤੇ ਆਪ ਪੂਰੀ ਨਿਸ਼ਠਾ ਦੇ ਨਾਲ ਉੱਤੇ ਕੋਸ਼ਿਸ਼ ਕਰੀਏ। ਕਿਉਂ ਨਹੀਂ ਹੋਏਗਾ, ਸਭ ਕੁਛ ਹੋਏਗਾ। ਪਰ ਜਦੋਂ ਤੱਕ ਅਸੀਂ ਨਹੀਂ ਉਹਨੂੰ ਕਰਦੇ, ਉਦੋਂ ਤੱਕ ਕੁਛ ਨਹੀਂ ਹੋ ਸਕਦਾ। ਅਤੇ ਸਤਿਗੁਰੂ ਦਇਆ ਕਿਰਪਾ ਕਰਨ, ਸਭ ਨੂੰ ਆਪਣੇ ਵਚਨਾਂ 'ਤੇ ਚੱਲਣ ਦਾ ਬਲ ਬਖਸ਼ਣ। ਕੋਈ ਇਸ ਤਰ੍ਹਾਂ ਅੱਜ ਵਚਨ ਆਏ ਕਿ ਸਾਧੋ ਮਨ ਕਾ ਮਾਨ ਤਿਆਗੋ, ਸਾਰੇ ਹੀ ਵਚਨ ਉਸੇ ਮਾਣ ਹੰਕਾਰ 'ਤੇ ਸਤਿਗੁਰਾਂ ਨੇ ਫਰਮਾਏ ਕਿ ਇਹਨੂੰ ਤਿਆਗ ਕੇ ਅਤੇ ਨਿਆਰੇ ਹੋਈਏ, ਕਿਉਂਕਿ ਜਿਹੜਾ ਨਿਆਰਾ ਹੈ ਉਹਦੇ 'ਤੇ ਕਿਰਪਾ ਹੁੰਦੀ ਹੈ। ਰਹਿਣੀ ਉਹਨਾਂ ਨੇ ਦੱਸੀ, ਉਹਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ। ਰਹਿਣੀ ਉਹਨਾਂ ਨੇ ਕਿਉਂਕਿ ਇਹ ਨਹੀਂ ਕਿਹਾ, ਉਹਨੂੰ ਕਿਹਾ ਕਿ ਰਹਿਣੀ ਜਿਹੜੀ ਉਹਨਾਂ ਨੂੰ ਪਿਆਰੀ ਹੈ। ਅਤੇ ਜਦੋਂ ਤੱਕ ਇਹ ਉਸ ਰਹਿਣੀ 'ਚ ਰਹਿੰਦਾ, ਉਹਨੇ ਕਿਹਾ ਜਬ ਤੱਕ ਖਾਲਸਾ ਰਹੇ ਨਿਆਰਾ। ਜਦੋਂ ਨਿਆਰਾ ਕਦੇ ਨਾ ਰਹਿਣਾ, ਨਿਆਰਾ ਤਾਂ ਕੋਈ ਇਹ ਤਾਂ ਨਹੀਂ ਹੈਗਾ ਕਿ ਬਾਹਰੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਰੀਮਾਂ ਲਾ ਕੇ ਜਾਂ ਕੋਈ ਸਿਰ ਵਾ ਕੇ ਜਾਂ ਕੋਈ ਇਹੋ ਜਿਹਾ ਕੋਈ ਭੇਸ ਬਣਾ ਕੇ ਕੋਈ ਨਿਆਰੇ ਬਣ ਜਾਣਾ, ਉਹਦੇ ਨਾਲ ਨਹੀਂ ਨਿਆਰੇ ਹੋਣਾ ਹੈਗਾ। ਨਿਆਰਾ ਉਹਨਾਂ ਦੀ ਰਹਿਣੀ ਦੇ ਵਿੱਚ ਹੋਣਾ, ਜਿਹੜੀ ਉਹਨਾਂ ਨੇ ਰਹਿਣੀ ਫਰਮਾਈ ਹੈ। ਉਹਨੇ ਕਿਹਾ ਜਬ ਤੱਕ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ।
ਪੂਰਾ ਕੰਮ ਕਰੇਗਾ, ਪੂਰੀ ਉਹਨਾਂ ਦੀ ਸ਼ਕਤੀ ਜਿਹੜੀ ਸਾਡੇ ਨਾਲ ਚੱਲੇਗੀ। ਕੋਈ ਵੀ ਸਾਨੂੰ ਕੋਈ ਦੁੱਖ ਨਹੀਂ ਪਹੁੰਚਾ ਸਕਦਾ। ਪਰ ਜਬ ਜੇ ਦਾਰੇ ਵਿਪਰਨ ਕੀ ਰੀਤ ਤਾਂ ਉਹ ਨਹੀਂ ਕਰੂੰ ਇਸਕੀ ਪ੍ਰਤੀਤ। ਕਹਿੰਦੇ ਜੇ ਇਹ ਉਸ ਰਹਿਣੀ ਤੋਂ ਬਾਹਰ ਜਾਂਦਾ ਹੈ, ਕਹਿੰਦੇ ਫਿਰ ਮੇਰਾ ਸਿੱਖ ਹੀ ਨਹੀਂ, ਫਿਰ ਜੋ ਮਰਜ਼ੀ ਹੋਵੇ, ਫਿਰ ਕਿਹੜੀ ਗੱਲ ਹੈ। ਤੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਆਈਏ, ਉਹਨਾਂ ਦੀ ਦਇਆ ਕਿਰਪਾ ਜੇ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਖੁਸ਼ੀ ਲੈਣਾ ਚਾਹੁੰਦੇ ਹਾਂ, ਤੇ ਅਸੀਂ ਆਪਣੇ ਆਪ ਨੂੰ ਬਦਲਣ ਵਾਸਤੇ ਤਿਆਰ ਹੋਈਏ। ਰਾਧਾ ਸੁਆਮੀ ਰਾਧਾ।